या गुड इवनिंग एवरीवन। ਪਹਿਲਾਂ ਤਾਂ 2-4 ਜਾਣੇ ਕਮੈਂਟ ਕਰਕੇ ਦੱਸ ਦਿਓ ਆਵਾਜ਼ ਕਲੀਅਰ ਆ ਰਹੀ ਹੈ, ਆਡੀਬਲ ਹੈ, ਮਤਲਬ ਆਵਾਜ਼ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਚਾਨਣ ਆਪਣਾ ਇਹੋ ਜਿਹਾ ਹੀ ਰਹੂਗਾ, ਮਤਲਬ ਚਾਨਣ ਇਹਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੋਣੀ, ਮਤਲਬ ਰੋਜ਼ ਵਰਗਾ ਹੀ ਆ। ਯਾ ਠੀਕ ਹੈ, ਓਕੇ। ਇਹ ਆਪਣਾ ਮਤਲਬ DI ਦਾ ਬੈਚ ਸਟਾਰਟ ਹੋ ਰਿਹਾ, ਡਾਟਾ ਇੰਟਰਪ੍ਰੀਟੇਸ਼ਨ ਦਾ। ਬੇਸਿਕਲੀ ਡਾਟਾ ਇੰਟਰਪ੍ਰੀਟੇਸ਼ਨ ਦੀ ਥੋੜੀ ਇੰਟਰੋਡਕਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ DI ਕਿਹੜੇ ਐਗਜ਼ਾਮਸ ਦੇ ਵਿੱਚ ਕਿੰਨੀ ਕੁ ਵੇਟੇਜ ਦੇ ਨਾਲ ਆਉਂਦੀ ਹੁੰਦੀ ਹੈ, ਮਤਲਬ ਅੱਜ ਤੱਕ DI ਦੀ ਕਿਹੜੇ ਐਗਜ਼ਾਮ 'ਚ ਕੀ ਵੇਟੇਜ ਰਹੀ ਸੀ, ਮੈਂ ਹੁਣ ਤੋਂ ਬਾਅਦ ਆਪਾਂ ਜਿਹੜੀ ਪ੍ਰੈਕਟਿਸ ਕਰਨੀ ਉਹਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਥੋੜਾ ਸਿਲੇਬਸ ਡਿਸਕਸ ਕਰਾਂਗੇ। ਸਿਲੇਬਸ ਸਟਾਰਟ ਕਰਨ ਤੋਂ ਪਹਿਲਾਂ ਸਾਨੂੰ ਕਿਹੜੀਆਂ ਚੀਜ਼ਾਂ ਚੰਗੀ ਤਰ੍ਹਾਂ ਕਰਨੀਆਂ ਪੈਣਗੀਆਂ। ਸਿਲੇਬਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਉਹਨਾਂ ਤੇ ਆਪਾਂ ਥੋੜਾ ਜਿਹਾ ਫੋਕਸ ਕਰਾਂਗੇ ਵੀ ਕਿਹੜੀ ਚੀਜ਼ ਤੇ ਉੱਤੇ ਅੱਜ ਆਪਾਂ ਮਤਲਬ ਥੋੜੀ ਜਿਹੀ ਤਿਆਰੀ ਕਰਾਂਗੇ ਉਹਦੀ। ਫਿਰ ਅਗਲੀ ਕਲਾਸ ਦੇ ਵਿੱਚ ਹੋਪਫੁਲੀ ਅੱਜ ਤੋਂ ਜਾਂ ਅਦਰਵਾਈਜ਼ ਅਗਲੀ ਕਲਾਸ ਤੋਂ ਆਪਾਂ ਥੋੜਾ ਜਿਹਾ ਸਿਲੇਬਸ ਨੂੰ ਕੰਟੀਨਿਊਟੀ ਦੇ ਵਿੱਚ ਅੱਗੇ ਤੋਰਾਂਗੇ। ਮੈਂ DI ਬੇਸਿਕਲੀ ਡਾਟਾ ਇੰਟਰਪ੍ਰੀਟੇਸ਼ਨ, ਮਤਲਬ ਸਾਡਾ ਜਿਹੜਾ ਓਵਰਆਲ ਮੈਥਸ ਆ, ਅਰਿਥਮੈਟਿਕ ਜਿਹਨੂੰ ਕਹਿ ਦਿੰਦੇ ਨੇ, ਆਪਣਾ ਸੌਰੀ ਕੁਆਂਟਸ ਜਿਹਨੂੰ ਕਹਿ ਦਿੰਦੇ ਨੇ। ਕੁਆਂਟਸ ਬੇਸਿਕਲੀ ਸਾਡਾ 3 ਹਿੱਸਿਆਂ 'ਚ ਵੰਡਿਆ ਹੁੰਦਾ ਹੈਗਾ। ਮਤਲਬ ਤੁਸੀਂ ਭਾਰਤ 'ਚ ਜਿਹੜੇ ਮਰਜ਼ੀ ਐਂਟਰੈਂਸ ਐਗਜ਼ਾਮ ਦੀ ਤਿਆਰੀ ਮਤਲਬ ਗੱਲ ਕਰ ਲਓ, ਮਤਲਬ ਸਾਡੇ ਹਰ ਇੱਕ ਪੇਪਰ 'ਚ ਜਿਹਦੇ ਵਿੱਚ ਕੁਆਂਟਸ ਹੋਣਾ, ਕੁਆਂਟਸ 3 ਹਿੱਸਿਆਂ 'ਚ ਵੰਡ ਕੇ ਆਉਂਦਾ। ਪਹਿਲਾ ਹਿੱਸਾ ਅਰਿਥਮੈਟਿਕ, ਅਰਿਥਮੈਟਿਕ ਜਿਹਨੂੰ ਆਪਾਂ ਆਮ ਤੌਰ ਤੇ ਕੁਆਂਟਸ ਹੀ ਕਹਿ ਦਿੰਦੇ ਆ। ਬੇਸਿਕਲੀ ਉਹ ਅਰਿਥਮੈਟਿਕ ਹੈ ਜਿਹੜਾ ਤੁਸੀਂ ਮਤਲਬ ਪੜ੍ਹ ਰਹੇ ਹੋਗੇ, ਜਿਹੜਾ ਪੈਰਲਲ ਆਪਣਾ ਬੈਚ ਚੱਲ ਰਿਹਾ, ਜਿਹਦੇ ਵਿੱਚ ਆਪਾਂ ਪਰਸੈਂਟੇਜ, ਰੇਸ਼ੀਓ, ਸਿੰਪਲ, ਕੰਪਾਊਂਡ, ਪ੍ਰੋਫਿਟ ਲੋਸ, ਟਾਈਮ ਸਪੀਡ, ਡਿਸਟੈਂਸ, ਟਾਈਮ ਐਂਡ ਵਰਕ, ਏਜਿਸ, ਪਾਰਟਨਰਸ਼ਿਪ, ਮੈਂਸੂਰੇਸ਼ਨ 2D, ਮੈਂਸੂਰੇਸ਼ਨ 3D, ਮਤਲਬ ਇਹ ਸਾਰਾ ਕੁਝ ਪ੍ਰੋਬੇਬਿਲਿਟੀ ਵਗੈਰਾ ਦੇਖਦੇ ਆਂਗੇ। ਮਤਲਬ ਇਹ ਸਾਡਾ ਅਰਿਥਮੈਟਿਕ ਦਾ ਪੋਰਸ਼ਨ ਹੈ। ਅਰਿਥਮੈਟਿਕ ਤੋਂ ਬਿਨਾਂ ਸਾਡੇ 2 ਪੋਰਸ਼ਨ ਹੋਰ ਹੁੰਦੇ ਨੇ, ਇੱਕ DI ਦਾ ਡਾਟਾ ਇੰਟਰਪ੍ਰੀਟੇਸ਼ਨ ਜਿਹਦਾ ਬੇਸਿਕਲੀ ਆਪਣਾ ਬੈਚ ਹੈ ਇਹ, ਤੇ ਇੱਕ ਤੀਜਾ ਹੁੰਦਾ ਐਡਵਾਂਸ ਮੈਥਸ। ਹਾਇਰ ਮੈਥਸ ਕਹਿ ਦਿੰਦੇ ਆ, ਅਦਰਵਾਈਜ਼ ਐਡਵਾਂਸ ਮੈਥਸ। ਐਡਵਾਂਸ ਮੈਥਸ ਦੇ ਵਿੱਚ ਹੁੰਦੇ ਆ ਸਾਡੇ ਸਿਰਫ 3 ਟੌਪਿਕ, ਐਲਜੈਬਰਾ, ਜਿਓਮੈਟਰੀ, ਟ੍ਰਿਗਨੋ। ਇਹ ਸਾਡੇ ਐਡਵਾਂਸ ਮੈਥਸ ਦੇ ਟੌਪਿਕ ਨੇ। ਤਾਂ ਸਾਡਾ ਜਿਹੜਾ ਪੂਰਾ ਕੁਆਂਟਸ ਹੈ ਉਹ 3 ਹਿੱਸਿਆਂ 'ਚ ਵੰਡਿਆ ਹੋਇਆ। ਸਭ ਤੋਂ ਇੰਪੋਰਟੈਂਟ ਹਿੱਸਾ ਸਾਡਾ ਅਰਿਥਮੈਟਿਕ ਦਾ, ਅਰਿਥਮੈਟਿਕ ਜਿਹਦੇ ਵਿੱਚ ਸਾਡਾ ਜਿੰਨਾ ਸਕੂਲ ਦੇ ਵਿੱਚ ਅਸੀਂ ਮੈਥਸ ਪੜ੍ਹਿਆ ਹੋਇਆ ਉਹ ਸਾਰੇ ਟੌਪਿਕ ਸਾਡੇ ਅਰਿਥਮੈਟਿਕ 'ਚ ਆ ਜਾਣਗੇ। ਪਰਸੈਂਟੇਜ, ਰੇਸ਼ੀਓ, ਏਜਿਸ, ਪਾਰਟਨਰਸ਼ਿਪ, ਪ੍ਰੋਫਿਟ ਲੋਸ, ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ, ਟਾਈਮ ਸਪੀਡ, ਡਿਸਟੈਂਸ ਸਾਰਿਆਂ ਨੇ ਪੜ੍ਹਿਆ ਹੋਇਆ, ਪ੍ਰੋਬੇਬਿਲਿਟੀ ਸਾਰਿਆਂ ਨੇ ਪੜ੍ਹੀ ਹੋਈ ਆ, ਮੈਂਸੂਰੇਸ਼ਨ 2D, ਮੈਂਸੂਰੇਸ਼ਨ 3D, ਦੋਨੇ ਤਰ੍ਹਾਂ ਦੀ ਮੈਂਸੂਰੇਸ਼ਨ। ਮੈਂ ਇਸ ਤੋਂ ਬਿਨਾਂ ਐਵਰੇਜ, ਮਿਕਸਚਰ, ਐਲੀਗੇਸ਼ਨ, ਮਤਲਬ ਇਹ ਜਿਹੜੇ ਆਪਣੇ ਤਮਾਮ ਚੈਪਟਰਸ ਨੇ ਇਹ ਸਾਡੇ ਅਰਿਥਮੈਟਿਕ ਦਾ ਪਾਰਟ ਨੇ। ਅਰਿਥਮੈਟਿਕ ਤੋਂ ਬਿਨਾਂ ਦੂਜਾ ਇੰਪੋਰਟੈਂਟ ਪਾਰਟ ਹੈ ਡਾਟਾ ਇੰਟਰਪ੍ਰੀਟੇਸ਼ਨ ਦਾ, ਜਿਹਨੂੰ DI ਕਹਿ ਦਿੰਦੇ ਨੇ। ਡਾਟਾ ਇੰਟਰਪ੍ਰੀਟੇਸ਼ਨ ਜਾਂ ਫਿਰ ਡਾਟਾ ਐਨਾਲਿਸਿਸ ਕਹਿ ਦਿੰਦੇ ਨੇ, ਇਹ ਸਾਡਾ DI ਦਾ ਪਾਰਟ ਹੈ। ਮਤਲਬ ਇਹਦੇ ਵਿੱਚ ਜਿਹੜੇ ਸਾਡੇ ਟੌਪਿਕਸ ਨੇ ਉਹ ਵੀ ਅਸੀਂ 10ਵੀਂ 12ਵੀਂ ਤੱਕ ਪੜ੍ਹੇ ਹੋਏ ਨੇ, ਮਤਲਬ ਨਵਾਂ ਇਹਦੇ ਵਿੱਚ ਵੀ ਕੁਝ ਨਹੀਂ ਹੈਗਾ। ਇਹ 'ਚ ਸਾਡੇ ਕਿਹੜੇ ਟੌਪਿਕਸ ਨੇ ਜਿਨ੍ਹਾਂ ਵਿੱਚ ਸਾਡੀ ਜਿਹੜੀ ਪ੍ਰੋਬਲਮ ਡਿਜ਼ਾਈਨ ਹੋ ਰਹੀ ਆ, ਕੁਐਸਚਨ ਡਿਜ਼ਾਈਨ ਹੋ ਰਿਹਾ, ਉਹ ਕੀ ਹੈ, ਇੱਕ ਸਟੇਟਮੈਂਟ ਦੀ ਫਾਰਮ ਦੇ ਵਿੱਚ ਆ। ਮਤਲਬ ਸਾਨੂੰ ਇੱਕ ਸਟੇਟਮੈਂਟ ਦਿੱਤੀ ਹੋਈ 4 ਜਾਂ 5 ਲਾਈਨਾਂ ਦੀ, ਜੀ ਚੋਂ 3 ਲਾਈਨਾਂ 'ਚ ਕੁਝ ਗਿਵਨ ਦਿੱਤਾ ਹੋਊ, ਚੌਥੀ ਲਾਈਨ 'ਚ ਕੁਝ ਪੁੱਛ ਲੈਂਦਾ ਹੈਗਾ। ਮੈਂ ਚਾਹੇ ਤੁਸੀਂ ਟਾਈਮ ਸਪੀਡ, ਡਿਸਟੈਂਸ ਦੀ ਗੱਲ ਕਰ ਲਓ, ਚਾਹੇ ਤੁਸੀਂ ਏਜਿਸ ਦੀ ਗੱਲ ਕਰ ਲਓ, ਪਾਰਟਨਰਸ਼ਿਪ ਦੀ ਗੱਲ ਕਰ ਲਓ, ਜਿਹੜੇ ਮਰਜ਼ੀ ਚੈਪਟਰ ਦੀ ਗੱਲ ਕਰ ਲਓ, ਸਾਨੂੰ 2 ਜਾਂ 4 ਲਾਈਨਾਂ 'ਚ ਕੁਝ ਗਿਵਨ ਦੇ ਦਿਓ, ਅਗਲੀ ਲਾਈਨ 'ਚ ਕੁਝ ਪੁੱਛ ਲੂਗਾ, ਸਟੇਟਮੈਂਟ ਦੀ ਫਾਰਮ 'ਚ ਆ। DI ਦੇ ਕੇਸ 'ਚ ਕੀ ਹੈ, ਸਾਡਾ ਉਹ ਸਾਰੇ ਟੌਪਿਕਸ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜੀ ਇਨਫੋਰਮੇਸ਼ਨ ਗਿਵਨ ਹੈ ਸਟੇਟਮੈਂਟ ਦੀ ਥਾਂ ਤੇ ਇੱਕ ਪਿਕਚਰ ਦੀ ਫਾਰਮ ਦੇ ਵਿੱਚ, ਫਿਗਰ ਦੀ ਫਾਰਮ ਦੇ ਵਿੱਚ ਗਿਵਨ ਹੋਵੇ। ਤਾਂ ਫਿਗਰ ਦੀ ਫਾਰਮ 'ਚ ਕਿਹੜੀ ਇਨਫੋਰਮੇਸ਼ਨ ਗਿਵਨ ਹੁੰਦੀ ਆ, ਡਾਟਾ ਟੇਬਲ, ਇਹ ਅਸੀਂ ਸਕੂਲ 'ਚ ਪੜ੍ਹਿਆ ਹੋਇਆ, ਟੇਬਲਸ ਪੜ੍ਹੇ ਹੋਏ ਨੇ, ਬਾਰ ਗ੍ਰਾਫ ਤੋਂ ਬਿਨਾਂ ਪਾਈ ਚਾਰਟ, ਇਸ ਤੋਂ ਬਿਨਾਂ ਲਾਈਨ ਚਾਰਟ। ਮਤਲਬ ਇਹਨਾਂ ਨੂੰ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਡਿਸਕਸ ਕਰ ਲਾਂਗੇ ਕਿ ਜਿਵੇਂ ਆਪਾਂ ਸਿਲੇਬਸ ਕਰਨਾ, ਜਿਹੜੇ ਆਰਡਰ 'ਚ ਸਿਲੇਬਸ ਕਰਨਾ, ਪਾਰਟਿਕੂਲਰਲੀ ਬਾਰ ਗ੍ਰਾਫ ਦੇ ਵਿੱਚ ਕੀ ਕਰਨਾ, ਪਾਈ ਚਾਰਟ ਦੇ ਵਿੱਚ ਕੀ ਕਰਨਾ, ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ। ਇਹਨਾਂ ਚਾਰਾਂ ਦੀ ਹੈਲਪ ਦੇ ਨਾਲ ਇੱਕ ਮਿਕਸ ਚਾਰਟ ਬਣਦਾ ਹੈਗਾ, ਤੇ ਇਹਨਾਂ ਤੋਂ ਬਿਨਾਂ ਇੱਕ ਕੇਸ ਸਟੱਡੀਜ਼ ਜਾਂ ਕੇਸਲੈਟਸ ਕਹਿ ਦਿੰਦੇ ਆ, ਅਦਰਵਾਈਜ਼ ਕੇਸ ਸਟੱਡੀਜ਼ ਕਹਿ ਦਿੰਦੇ ਨੇ। ਮਤਲਬ ਸਾਡੇ ਮੋਟੇ ਜੇ ਇਹ ਟੌਪਿਕ ਨੇ। ਇਸ ਤੋਂ ਬਿਨਾਂ ਤੀਜਾ ਪਾਰਟ ਸਾਡਾ ਐਡਵਾਂਸ ਮੈਥਸ ਦਾ ਹੁੰਦਾ। ਐਡਵਾਂਸ ਮੈਥਸ ਦੇ ਵਿੱਚ ਆ ਜਾਣਗੇ ਸਾਡੇ 3 ਟੌਪਿਕਸ। ਐਡਵਾਂਸ ਮੈਥਸ ਦੇ ਵਿੱਚ ਕਿਹੜੇ 3 ਟੌਪਿਕ, ਮਤਲਬ ਉਹ ਵੀ ਕੋਈ ਨਵੇਂ ਨਹੀਂ ਹੈਗੇ, ਸਕੂਲ 'ਚ ਪੜ੍ਹੇ ਹੋਏ ਨੇ, ਐਲਜੈਬਰਾ, ਜਿਓਮੈਟਰੀ ਤੇ ਟ੍ਰਿਗਨੋਮੈਟਰੀ। ਬੇਸਿਕਲੀ ਮੈਂਸੂਰੇਸ਼ਨ 2D ਸਾਡਾ ਅਰਿਥਮੈਟਿਕ ਦਾ ਪਾਰਟ ਹੁੰਦੀ ਹੈ, ਮੈਂਸੂਰੇਸ਼ਨ 3D ਸਾਡੇ ਐਡਵਾਂਸ ਮੈਥਸ ਦਾ ਪਾਰਟ ਹੁੰਦੀ ਹੈ। ਜੇ ਵੈਸੇ ਗੱਲ ਕਰਨੀ ਹੈ ਅਸਲ ਦੇ ਵਿੱਚ ਅਰਿਥਮੈਟਿਕ ਦੇ ਵਿੱਚ ਇਕੱਲੀ 2D ਹੁੰਦੀ ਹੈ, 3D ਸਾਡੇ ਐਡਵਾਂਸ ਮੈਥਸ ਦਾ ਹਿੱਸਾ ਹੈ। ਹੁਣ ਆ ਜਿਹੜਾ ਆਪਾਂ ਪੂਰਾ ਕੁਆਂਟਸ ਦਾ ਸਿਲੇਬਸ ਬੋਰਡ ਤੇ ਲਿਖਤਾ, ਕਿਹੜੇ ਪੇਪਰ 'ਚ ਕੀ ਆਉਂਦਾ ਹੈਗਾ, ਦੇਖੋ
ਜੇ ਆਪਾਂ ਕਰੀਏ ਕਿ ਸੈਂਟਰ ਗਵਰਨਮੈਂਟ ਦੇ ਪੇਪਰਾਂ ਦੀ ਪਹਿਲਾਂ ਗੱਲ ਕਰੀਏ, ਸਟੇਟ ਗਵਰਨਮੈਂਟ ਦੇ ਪੇਪਰਾਂ ਦੀ ਫਿਰ ਗੱਲ ਕਰਦੇ, ਜੇ ਸੈਂਟਰ ਗਵਰਨਮੈਂਟ ਦੇ ਐਗਜ਼ਾਮਸ ਦੀ ਗੱਲ ਕਰੀਏ, ਸੈਂਟਰ ਗਵਰਨਮੈਂਟ ਦੇ ਐਗਜ਼ਾਮਸ ਦੇ ਵਿੱਚ ਇੱਕ ਤਾਂ ਸਾਡੇ ਬੈਂਕਿੰਗ ਤੇ ਇੰਸ਼ੋਰੈਂਸ ਵਾਲੇ ਐਗਜ਼ਾਮਸ ਆ ਗਏ, ਇੱਕ ਸਾਡਾ ਐਸਐਸਸੀ ਸੀਜੀਐਲ ਆ ਗਿਆ, ਸੀਜੀਐਲ ਆ ਗਿਆ ਜਾਂ ਸੀਐਚਐਸਐਲ ਆ ਗਿਆ। ਉਹ ਤੋਂ ਬਿਨਾਂ ਕੁਝ ਇੰਟੈਲੀਜੈਂਸ ਬਿਊਰੋ ਦਾ ਆਪਦਾ ਐਗਜ਼ਾਮ ਹੋ ਗਿਆ, ਕੁਝ ਇੱਕ ਦੋ ਮਹਿਕਮਿਆਂ ਦੇ ਆਪਦੇ ਪੇਪਰ ਹੋ ਜਾਂਦੇ ਨੇ। ਅਦਰਵਾਈਜ਼ ਮਤਲਬ ਐਸਐਸਸੀ ਤੇ ਬੈਂਕਿੰਗ ਤੇ ਇੰਸ਼ੋਰੈਂਸ ਇਕੱਠੀ ਗੱਲ ਕਰ ਲਓ। ਜਿਹੜੇ ਮਰਜ਼ੀ ਪੇਪਰ ਦੀ ਗੱਲ ਕਰ ਲਓ, ਅਰਿਥਮੈਟਿਕ ਤੁਹਾਡਾ ਹਰ ਇੱਕ ਪੇਪਰ ਚ ਆਉਣਾ ਹੈ। ਮੈਂ ਇਸ ਲਈ ਜਦੋਂ ਆਪਾਂ ਕਹਿੰਦੇ ਕਿ ਕੁਆਂਟਸ ਦੀ ਕਲਾਸ ਲੱਗਣੀ ਹੈ, ਕੁਆਂਟਸ ਦਾ ਸਿਲੇਬਸ ਕਰਨਾ, ਤਾਂ ਆਹ ਸਾਰਾ ਸਿਲੇਬਸ ਕੀਤਾ ਜਾਂਦਾ ਹੈਗਾ। ਇਹ ਸਾਡਾ ਹਰ ਇੱਕ ਪੇਪਰ ਦੇ ਵਿੱਚ ਆਉਣਾ ਹੈ। ਬੈਂਕਿੰਗ ਦੇ ਪੇਪਰਾਂ ਦੇ ਵਿੱਚ ਅਰਿਥਮੈਟਿਕ ਦੇ ਨਾਲ ਨਾਲ ਆਉਂਦੀ ਹੈ ਡੀਆਈ ਤੁਹਾਡੀ। ਮਤਲਬ ਬੈਂਕਿੰਗ ਦੇ ਵਿੱਚ ਚਾਹੇ ਤੁਸੀਂ ਐਸਬੀਆਈ ਦੀ ਗੱਲ ਕਰ ਲਓ, ਆਈਬੀਪੀਐਸ ਦੀ ਗੱਲ ਕਰ ਲਓ, ਜਿਹੜੇ ਆਪਣੇ ਗ੍ਰਾਮੀਣ ਬੈਂਕ ਨੇ, ਰੂਰਲ ਬੈਂਕ ਨੇ, ਉਹਨਾਂ ਦੀ ਗੱਲ ਕਰ ਲਓ, ਆਰਬੀਆਈ ਦਾ ਵੀ ਪੇਪਰ ਹੁੰਦਾ ਹੈਗਾ, ਇੰਸ਼ੋਰੈਂਸ ਦੇ ਵਿੱਚ ਐਲਆਈਸੀ ਦਾ ਪੇਪਰ ਹੁੰਦਾ, ਐਨਆਈਸੀਐਲ ਦਾ ਪੇਪਰ ਹੁੰਦਾ। ਮੈਂ ਇਸ ਤਰ੍ਹਾਂ ਦੇ ਜਿਹੜੇ ਆਪਣੇ ਇੰਸ਼ੋਰੈਂਸ ਜਾਂ ਬੈਂਕਿੰਗ ਦੇ ਐਗਜ਼ਾਮ ਨੇ, ਚਾਹੇ ਆਫੀਸਰ ਲੈਵਲ ਦੇ ਚਾਹੇ ਕਲਰਕ ਲੈਵਲ ਦੇ, ਉਹਨਾਂ ਦੇ ਵਿੱਚ ਸਿਲੇਬਸ ਹੁੰਦਾ ਅਰਿਥਮੈਟਿਕ ਤੇ ਡੀਆਈ। ਮੈਂ ਉਹਨਾਂ ਦੇ ਵਿੱਚ ਐਡਵਾਂਸ ਮੈਥ ਬਿਲਕੁਲ ਨਹੀਂ ਆਉਂਦਾ। ਤੇ ਜਿਹੜਾ ਸਾਡਾ ਐਸਐਸਸੀ ਵਗੈਰਾ ਦਾ ਪੇਪਰ ਆ, ਐਸਐਸਸੀ ਦੇ ਵਿੱਚ ਆਉਂਦਾ ਅਰਿਥਮੈਟਿਕ ਤੇ ਐਡਵਾਂਸ ਮੈਥਸ। ਐਸਐਸਸੀ ਦੇ ਵਿੱਚ ਡੀਆਈ 5 ਜਾਂ 10 ਨੰਬਰ ਦੀ ਆਉਂਦੀ ਹੈ, ਕੋਈ ਬਹੁਤੀ ਲੰਬੀ ਚੌੜੀ ਨਹੀਂ ਆਉਂਦੀ ਹੈਗੀ, 5 ਜਾਂ 10 ਨੰਬਰ ਦੀ ਆਉਂਦੀ ਹੈ। ਆਪਾਂ ਬਿਲਕੁਲ ਨਹੀਂ ਇਹ ਕਹਿ ਨਹੀਂ ਸਕਦੇ ਵੀ ਬਿਲਕੁਲ ਨਹੀਂ ਆਉਂਦੀ, ਆਉਂਦੀ ਆ ਸਿਰਫ 5 ਨੰਬਰ ਦੀ। ਐਸਐਸਸੀ ਦੇ ਵਿੱਚ ਬੇਸਿਕਲੀ ਅਰਿਥਮੈਟਿਕ ਤੇ ਨਾਲ ਐਡਵਾਂਸ ਮੈਥਸ ਆ ਜਾਂਦਾ ਸਾਡਾ। ਮੈਂ ਵੈਸੇ ਮੈਂ ਤੁਹਾਨੂੰ ਕਿਹਾ ਸੀ ਕਿ 3D ਇੱਧਰ ਰੱਖਣੀ ਸੀ, 3D ਇੱਧਰ ਹੀ ਰੱਖੀ ਜਾਂਦੀ ਸੀ, ਪਰ 2016 ਦਾ ਆਈਬੀਪੀਐਸ ਪੀਓ ਦਾ ਪੇਪਰ ਹੋਇਆ ਸੀ। ਮਤਲਬ ਆਈਬੀਪੀਐਸ ਬੈਂਕ ਦੇ ਪੇਪਰ ਜਿਹੜੇ ਸਾਡੇ ਨੈਸ਼ਨਲਾਈਜ਼ਡ ਬੈਂਕਸ ਨੇ, ਆਈਬੀਪੀਐਸ ਪੀਓ ਦੇ ਵਿੱਚ 2016 ਦੇ ਪੀਓ ਦੇ ਮੇਨਸ ਦੇ ਵਿੱਚ ਪਹਿਲੀ ਵਾਰ 3D ਦਾ ਕੁਐਸਚਨ ਆਇਆ ਸੀ। ਫਿਰ ਉਸ ਤੋਂ ਬਾਅਦ 2016 ਤੋਂ 2020 ਤੱਕ 3 ਜਾਂ 4 ਵਾਰੀ ਬੈਂਕ ਦੇ ਪੇਪਰਾਂ 'ਚ 3D ਦੇ ਪੇਪਰ ਆਉਣ ਲੱਗ, 3D ਦੇ ਕੁਐਸਚਨਸ ਆਉਣ ਲੱਗ ਗਏ। ਇਸ ਕਰਕੇ ਬੈਂਕਿੰਗ ਵਾਲਿਆਂ ਨੂੰ ਆਪਾਂ ਪਹਿਲਾਂ ਕੱਲਾ ਅਰਿਥਮੈਟਿਕ ਤੇ ਡੀਆਈ ਕਰਾਉਂਦੇ ਸੀ, ਐਡਵਾਂਸ ਮੈਥਸ ਨਹੀਂ ਸੀ ਕਰਵਾਉਂਦੇ ਕਿਉਂਕਿ ਆਉਂਦਾ ਨਹੀਂ, ਲੇਕਿਨ 3D ਕਰਵਾਉਣੀ ਪੈਣ ਲੱਗ ਗਏ। ਮੈਂ 3D ਕਰਵਾਉਣੀ ਮਜਬੂਰੀ ਬਣ ਗਈ ਕਿਉਂਕਿ 3D ਦੇ ਕੁਐਸਚਨ ਪਾਉਣ ਲੱਗ ਗਏ, ਤਾਂ ਇਸ ਕਰਕੇ 3D ਇੱਧਰ ਹੀ ਲਿਖ ਲਈਦੀ ਆ, ਅਦਰਵਾਈਜ਼ ਉਹਦਾ ਪਾਰਟ ਆ। ਐਸਐਸਸੀ ਦਾ ਆਹ ਸਿਲੇਬਸ ਹੈ, ਡੀਆਈ ਮਾੜੀ ਮੋਟੀ ਆ ਜਾਂਦੀ ਆ। ਸਟੇਟ ਗਵਰਨਮੈਂਟ ਦੇ ਐਗਜ਼ਾਮਸ ਦੇ ਵਿੱਚ ਓਕੇ, ਇਸ ਤੋਂ ਬਿਨਾਂ ਜਿਹੜੇ ਐਮਏ ਵਾਲੇ ਸਟੂਡੈਂਟ ਨੇ, ਮੈਂ ਜਿਨ੍ਹਾਂ ਨੇ ਯੂਜੀਸੀ ਨੈਟ ਦੇਣਾ ਜਾਂ ਸੀਐਸਆਈਆਰ ਨੈਟ ਦੇਣਾ, ਨੈਟ ਦੇ ਵਿੱਚ ਐਪਟੀਟਿਊਡ ਆਉਂਦਾ, ਮਤਲਬ ਪਹਿਲੇ ਪੇਪਰ 'ਚ ਜਿਹੜਾ ਐਪਟੀਟਿਊਡ ਆਉਂਦਾ, ਐਪਟੀਟਿਊਡ ਦੇ ਵਿੱਚ ਤੁਹਾਡਾ ਕੁਆਂਟਸ ਤਾਂ ਆਉਂਦਾ ਹੀ ਆ, ਡੀਆਈ ਵੀ ਆਉਂਦੀ ਆ। ਮੈਂ ਡੀਆਈ ਕਈ ਵਾਰ ਤਾਂ ਮਤਲਬ ਧੂਆਂ ਕੱਢ ਡੀਆਈ ਆ ਜਾਂਦੀ ਹੁੰਦੀ ਹੈ, ਵੀ ਕੋਈ ਸੌਖੀ ਡੀਆਈ ਨਹੀਂ ਹੁੰਦੀ, ਮੈਂ ਇਸ ਹੱਦ ਤੱਕ ਡੀਆਈ ਆ ਜਾਂਦੀ ਆ। ਸਿਵਲਸ ਦੀ ਜਿਹੜੇ ਤਿਆਰੀ ਕਰਦੇ ਹੋਣਗੇ, ਮੈਂ ਚਾਹੇ ਯੂਪੀਐਸਸੀ ਦੀ ਗੱਲ ਕਰ ਲਓ ਚਾਹੇ ਸਟੇਟ ਸਿਵਲਸ ਦੀ ਗੱਲ ਕਰ ਲਓ, ਸਿਵਲਸ ਦੇ ਵਿੱਚ ਡੀਆਈ ਆਉਂਦੀ ਆ। ਮੈਂ ਇਸ ਵਾਰ ਪੀਪੀਐਸਸੀ ਨੇ ਜਿਹੜਾ ਪੀਸੀਐਸ ਦਾ ਫਰਵਰੀ ਦੇ ਵਿੱਚ ਪੇਪਰ ਲਿਆ ਸੀ ਪ੍ਰੀਲਿਮਸ, ਉਹਦੇ ਵਿੱਚ ਡੀਆਈ ਕੋਈ ਸੌਖੀ ਨਹੀਂ ਸੀ ਆਈ ਹੈਗੀ। ਮੈਂ ਪਹਿਲੀ ਵਾਰ ਹੋਇਆ ਹੈਗਾ, ਮੈਂ ਪਿਛਲੇ 4 ਸਾਲ ਦੇ ਐਕਸਪੀਰੀਅੰਸ ਵਾਲੇ ਸਟੂਡੈਂਟਸ ਦੱਸਦੇ ਨੇ, ਤੁਸੀਂ ਆਪ ਗੱਲ ਕਰ ਸਕਦੇ ਜਿਹੜੇ ਪਿਛਲੇ 3 ਜਾਂ 4 ਸਾਲ ਤੋਂ ਪੇਪਰ ਦੇ ਰਹੇ ਨੇ ਜਾਂ ਦੇਖ ਰਹੇ ਨੇ ਘੱਟੋ ਘੱਟ। ਮੈਂ ਇਸ ਵਾਰ ਡੀਆਈ ਨੇ ਧੂਆਂ ਕੱਢਿਆ ਸੀਗਾ, ਤਾਂ ਹੀ ਮਤਲਬ ਸਾਡੇ ਟੀਚਰਸ ਦੇ, ਮੈਂ ਫੈਕਲਟੀ ਦੇ ਵਿੱਚ ਵੀ ਗੱਲ ਹੋ ਰਹੀ ਆ, ਆਸੇ-ਪਾਸੇ ਸਟੂਡੈਂਟਸ ਦੇ ਵਿੱਚ, ਲਾਇਬ੍ਰੇਰੀਆਂ ਦੇ ਵਿੱਚ ਵੀ ਗੱਲ ਹੋ ਰਹੀ ਆ ਕਿ ਕਿਉਂਕਿ ਪੀਪੀਐਸਸੀ ਨੇ ਪੀਸੀਐਸ ਕੰਡਕਟ ਕੀਤਾ ਸੀ, ਪੀਪੀਐਸਸੀ ਨੇ ਐਤਕੀ ਨਾਇਬ ਤਹਿਸੀਲਦਾਰ ਕੰਡਕਟ ਕਰਨਾ। ਉਮੀਦ ਹੈ ਨਾਇਬ ਤਹਿਸੀਲਦਾਰ ਸਤੰਬਰ 'ਚ ਆ ਜਾਊਗੀ ਡੇਟ। ਨਾਇਬ ਤਹਿਸੀਲਦਾਰ ਸੌਖਾ ਪੇਪਰ ਨਹੀਂ ਆ ਰਿਹਾ। ਤੁਹਾਡੇ ਚੋਂ ਜਿਨ੍ਹਾਂ ਨੇ ਨਾਇਬ ਤਹਿਸੀਲਦਾਰ ਭਰਿਆ ਹੋਊਗਾ, ਮੈਂ ਪੇਪਰ ਸੌਖਾ ਨਹੀਂ ਆਉਣਾ ਹੈਗਾ, ਇਹ ਮੰਨ ਕੇ ਚੱਲੋ। ਕੱਲ ਨੂੰ ਥੋੜਾ ਜਿਹਾ ਸੌਖਾ ਆ ਗਿਆ ਚੰਗੀ ਗੱਲ ਹੈ, ਪਰ ਮੰਨ ਕੇ ਚੱਲੋ ਪੀਪੀਐਸਸੀ ਨੇ ਜੇ ਪੀਸੀਐਸ ਧੂਆਂ ਕੱਢਿਆ ਸੀ, ਤੁਹਾਡਾ ਨਾਇਬ ਤਹਿਸੀਲਦਾਰ ਦੇ ਵਿੱਚ ਵੀ ਧੂਆਂ ਕੱਢਣਗੇ। ਅਖੀਰ ਤੇ ਆ ਗਏ ਆਪਣੇ ਪੰਜਾਬ ਵਾਲੇ ਓਵਰਆਲ ਸਾਰੇ ਐਗਜ਼ਾਮ। ਪੰਜਾਬ ਦੇ ਪੇਪਰਾਂ 'ਚ ਡੀਆਈ ਅਕਸਰ ਨਹੀਂ ਆਉਂਦੀ ਹੁੰਦੀ ਸੀ, ਇਸ ਸਾਲ ਤੋਂ ਆਉਣੀ ਸ਼ੁਰੂ ਹੋਈ ਆ। ਕੱਲੇ ਪੇਪਰ ਦੇ ਵਿੱਚ ਇਹਨਾਂ ਨੇ ਡੀਆਈ ਮੈਂਸ਼ਨ ਕਰਨੀ ਸ਼ੁਰੂ ਕੀਤੀ ਆ। ਮੈਂ ਜਿਵੇਂ ਪਟਵਾਰੀ ਦੇ ਸਿਲੇਬਸ ਦੇ ਵਿੱਚ ਇਹਨਾਂ ਨੇ ਕੀ ਕੀਤਾ, ਪਟਵਾਰੀ ਦੇ ਸਿਲੇਬਸ 'ਚ ਜਿਹੜਾ ਕੁਆਂਟਸ ਦਾ ਪੋਰਸ਼ਨ ਹੈ, ਕੁਆਂਟਸ ਦੇ ਪੋਰਸ਼ਨ ਦੇ ਵਿੱਚ ਆਹ 7, 8, 10 ਚੈਪਟਰਾਂ ਦੇ ਨਾਮ ਲਿਖ ਕੇ ਨਾਲ ਡੀਆਈ ਲਿਖੀ ਆ। ਡੀਆਈ ਦੇ ਵਿੱਚ ਪਾਰਟਿਕੂਲਰਲੀ ਟੌਪਿਕਸ ਲਿਖੇ ਨੇ। ਇਸੇ ਤਰ੍ਹਾਂ ਸਬ ਇੰਸਪੈਕਟਰ ਦੀ ਮੋਟੇ ਮਤਲਬ ਲਗਭਗ ਸਾਡਾ ਅੱਧਾ ਪੰਜਾਬ ਸਬ ਇੰਸਪੈਕਟਰ ਦੀ ਤਿਆਰੀ ਕਰ ਰਿਹਾ। ਤੁਹਾਡੇ ਚੋਂ ਕਈਆਂ ਨੇ, ਮੁੰਡਿਆਂ ਨੇ, ਕੁੜੀਆਂ ਨੇ ਸਬ ਇੰਸਪੈਕਟਰ ਦਾ ਪੇਪਰ ਭਰਿਆ ਹੋਣਾ। ਸਬ ਇੰਸਪੈਕਟਰ ਦੇ ਵਿੱਚ 2 ਪੇਪਰ ਹੋਣੇ ਨੇ, ਦੋਨੇ ਆਨਲਾਈਨ। ਪਹਿਲੇ ਪੇਪਰ 'ਚ ਤਾਂ 100 ਕੁਐਸਚਨਾਂ 'ਚੋਂ 30 ਕੁਐਸਚਨ ਕੁਆਂਟਸ ਦੇ ਆਉਣੇ ਆ, ਜਿਹਦੇ ਵਿੱਚ ਆਹ ਸਾਰਾ ਆਉਣਾ ਹੈਗਾ। 30 ਕੁਐਸਚਨ ਇਸੇ ਦੇ ਆਉਣੇ ਨੇ। ਦੂਜੇ ਪੇਪਰ ਦੇ ਵਿੱਚ ਜਿਹੜਾ 100 ਕੁਐਸਚਨ ਦਾ ਦੂਜਾ ਪੇਪਰ ਹੈ, ਉਹ 'ਚ ਇੱਕ ਸੈਕਸ਼ਨ ਹੈ ਰੀਜ਼ਨਿੰਗ ਦਾ 50 ਕੁਐਸਚਨਾਂ ਦਾ। ਉਹ ਰੀਜ਼ਨਿੰਗ ਦਾ ਜਿਹੜਾ ਸਿਲੇਬਸ ਮੈਂਸ਼ਨ ਆ, ਉਹਦੇ ਵਿੱਚ ਨਾਲ ਉਹਨਾਂ ਨੇ ਡੀਆਈ ਲਿਖੀ ਹੋਈ ਆ। ਮੈਂ ਡੀਆਈ ਦਾ ਉਹਦੇ ਵਿੱਚ ਹੋਵੇ ਕੱਲਾ ਟੌਪਿਕ ਮੈਂਸ਼ਨ ਕੀਤਾ ਹੋਇਆ। ਮੈਂ ਆਪਾਂ ਨਾਇਬ ਤਹਿਸੀਲਦਾਰ ਦਾ ਪੇਪਰ ਦੇਣਾ, ਸਬ ਇੰਸਪੈਕਟਰ ਦਾ ਦੇਣਾ, ਪਟਵਾਰੀ ਦਾ ਤਾਂ 10-15 ਦਿਨ ਬਾਅਦ ਹੀ ਪਟਵਾਰੀ ਦਾ ਪੇਪਰ ਹੈਗਾ, ਵਿੱਚ ਕੋਆਪਰੇਟਿਵ ਬੈਂਕ ਦਾ ਪੇਪਰ ਆ ਗਿਆ। ਮਤਲਬ ਐਕਸਾਈਜ਼ ਦਾ ਹੋਣਾ ਹੈਗਾ, ਐਕਸਾਈਜ਼ ਦੇ ਸਿਲੇਬਸ ਦੇ ਵਿੱਚ ਵੀ ਉਹਨਾਂ ਨੇ ਕੁਆਂਟਸ ਦੇ ਸਿਲੇਬਸ ਦੇ ਵਿੱਚ ਡਾਟਾ ਇੰਟਰਪ੍ਰੀਟੇਸ਼ਨ ਮੈਂਸ਼ਨ ਕਰਤੇ। ਮਤਲਬ ਡੀਆਈ ਅੱਗੇ ਕਦੇ ਮੈਂਸ਼ਨ ਨਹੀਂ ਸੀ ਕਰਦੇ ਤੇ ਪਾਉਂਦੇ ਵੀ ਨਹੀਂ ਸੀ ਹੁੰਦੇ,
ਕਿਸੇ ਪੇਪਰ 'ਚ ਕੋਈ 2 ਜਾਂ 3 ਕੁਐਸਚਨ ਪੈ ਜਾਂਦੇ ਸੀ। ਹੁਣ ਐਤਕੀ ਇਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕਰਨੀ ਸ਼ੁਰੂ ਕੀਤੀ ਆ। ਸਪੈਸੀਫਿਕਲੀ ਮੈਂਸ਼ਨ ਕਰਨੀ ਸ਼ੁਰੂ ਕੀਤੀ ਤਾਂ ਇਸ ਕਰਕੇ ਪੰਜਾਬ ਵਾਲਿਆਂ ਨੂੰ ਡੀਆਈ ਪੜਾਉਣੀ ਵੀ ਨਵੇਂ ਸਿਰੇ ਤੋਂ ਪੈ ਰਹੀ ਆ। ਆਮ ਤੌਰ ਤੇ ਡੀਆਈ ਬਸ ਬੈਂਕਿੰਗ ਵਾਲਿਆਂ ਨਾਲ 2-2 ਹੱਥ ਕਰਨੇ ਹੁੰਦੇ ਸੀਗੇ, ਇਹ ਤੋਂ ਵੱਧ ਘੱਟ ਡੀਆਈ ਦੀ ਜਾਂ ਨੈਟ ਵਾਲਿਆਂ ਨੂੰ ਲੋੜ ਪੈਂਦੀ ਸੀ, ਇਹ ਤੋਂ ਵੱਧ ਘੱਟ ਬਹੁਤੀ ਲੋੜ ਨਹੀਂ ਸੀ ਪੈਂਦੀ। ਤਾਂ ਤੁਹਾਡੇ ਵਿੱਚੋਂ ਨੈਟ ਦੀ ਤਿਆਰੀ ਕਰਨ ਵਾਲੇ, ਬੈਂਕਿੰਗ ਦੇ ਐਗਜ਼ਾਮਸ ਦੀ ਤਿਆਰੀ ਕਰਨ ਵਾਲੇ, ਜਾਂ ਫਿਰ ਜਿਹੜਾ ਪੰਜਾਬ ਦੇ 3 ਪੇਪਰ ਤਾਂ ਸਾਡੇ ਇਸੇ ਮਹੀਨੇ ਨੇ, ਕੋਆਪਰੇਟਿਵ, ਸਬ ਇੰਸਪੈਕਟਰ ਤੇ ਪਟਵਾਰੀ, ਜਾਂ ਸਤੰਬਰ ਦੇ ਵਿੱਚ ਜਿਹੜਾ ਸਾਡਾ ਐਕਸਾਈਜ਼ ਜਾਂ ਨੈਬ ਤਹਿਸੀਲਦਾਰ ਜਾਂ PSSB ਦਾ ਹੋਰ ਜਿਹੜਾ ਪੇਪਰ ਆਉਣੇ ਨੇਗੇ, PSPCL ਦਾ ਪੇਪਰ ਆਉਣਾਗਾ, ਮਤਲਬ ਜਿਹੜੇ ਇਹਨਾਂ ਪੇਪਰਾਂ ਦੀ ਤਿਆਰੀ ਕਰਦੇ ਨੇ ਮਤਲਬ ਉਹਨਾਂ ਲਈ ਡੀਆਈ। ਤਾਂ ਆਪਾਂ ਥੋੜੀ ਡੀਆਈ ਦੀ ਚੀਰ ਫਰਜੀ ਕਰ ਲੈਂਦੇ ਹਾਂ ਸਿਲੇਬਸ ਦੀ, ਵੀ ਆਪਾਂ ਡੀਆਈ ਦੇ ਵਿੱਚ ਕੀ ਕਰਨਾ, ਡੀਆਈ 'ਚ ਮੋਟੇ ਰੂਪ 'ਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਪੱਕਾ ਆਉਂਦੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸੌਖੇ ਤਰੀਕੇ ਨਾਲ ਕਰ ਸਕੇ, ਉਹਦੀ ਥੋੜੀ ਜਿਹੀ ਗੱਲ ਕਰ ਲੈਂਦੇ। ਬੋਰਡ ਰੱਬ ਕਰਨ ਲੱਗਿਆ ਮੈਂ ਓਕੇ। ਡਾਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਮੈਂ ਡੀਆਈ ਦੇ ਵਿੱਚ ਆਪਣੇ ਉਹ ਸਾਰੇ ਟੌਪਿਕਸ ਜਿਨ੍ਹਾਂ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਇੱਕ ਫਿਗਰ ਦੀ ਫਾਰਮ 'ਚ ਦਿੱਤੀ ਹੁੰਦੀ ਆ, ਡਾਟਾ ਟੇਬਲ, ਬਾਰ ਗ੍ਰਾਫ, ਮਤਲਬ ਮੈਂ ਉਸੇ ਆਰਡਰ 'ਚ ਲਿਖੂੰਗਾ ਜਿਹੜੇ ਆਰਡਰ ਦੇ ਵਿੱਚ ਆਪਾਂ ਪੜ੍ਹਨਾ ਹੈਗਾ। ਮੈਂ ਇਹਨਾਂ ਤੋਂ ਪਹਿਲਾਂ ਕੀ ਪੜ੍ਹਨਾ ਉਹ ਇਸ ਤੋਂ ਬਾਅਦ ਦੱਸ ਦੇਣਾ। ਅਦਰਵਾਈਜ਼ ਡੀਆਈ ਜਦੋਂ ਆਪਾਂ ਪੜ੍ਹਨੀ ਸ਼ੁਰੂ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਡਾਟਾ ਟੇਬਲਸ ਪੜ੍ਹਾਂਗੇ। ਮਤਲਬ ਡਾਟਾ ਟੇਬਲਸ ਇਹ ਹੈ, ਮਤਲਬ ਜਿਹੜਾ ਟੈਬੂਲਰ ਫਾਰਮ ਹੁੰਦੀ ਆ ਸਾਡੇ ਡੀਆਈ ਦਾ ਬਹੁਤ ਬੇਸਿਕ ਜਦੋਂ ਅਸੀਂ ਸਮਝਣਾ ਸ਼ੁਰੂ ਕਰਨਾ ਹੈ ਤਾਂ ਡਾਟਾ ਟੇਬਲਸ ਦੀ ਹੈਲਪ ਦੇ ਨਾਲ ਹੀ ਸਮਝਿਆ ਜਾਂਦਾ ਹੁੰਦਾ ਹੈਗਾ। ਮੈਂ ਡਾਟਾ ਟੇਬਲਸ ਦੇ ਵਿੱਚ ਵੀ ਕੁਝ ਸਿੰਪਲ ਕੁਐਸਚਨਸ ਹੁੰਦੇ ਨੇ, ਮੈਂ ਡਾਟਾ ਟੇਬਲ ਦੇ ਵਿੱਚ ਲਿਟਰਲੀ ਔਖੇ ਕੁਐਸਚਨ ਬਣਾਏ ਜਾ ਸਕਦੇ ਨੇ, ਮੈਂ ਬਣਾਏ ਜਾ ਕੀ ਸਕਦੇ ਨੇ। ਮੈਂ ਜਿਹੜੀ ਤੁਹਾਨੂੰ ਹੁਣ ਗਰੁੱਪ 'ਚ ਫਾਈਲ ਭੇਜੀ ਹੈ, ਮੇਰੇ ਖਿਆਲ 'ਚ 22 ਪੇਜਾਂ ਦੀ ਫਾਈਲ ਬਣੀ ਹੈ। ਮਤਲਬ ਆਪਾਂ ਸਾਰੀ ਡੀਆਈ ਦੇ 36 ਕੁਐਸਚਨ ਸਿਲੈਕਟ ਕੀਤੇ ਨੇ ਮੈਂ। ਹਰ ਕੁਐਸਚਨ ਮਤਲਬ 5 ਕੁਐਸਚਨਸ ਦਾ ਸੈੱਟ ਹੈ ਹਰ ਇੱਕ ਦੇ ਵਿੱਚ, ਤਾਂ 36 5 180 ਕੁਐਸਚਨ ਨੇਗੇ ਜਿਨ੍ਹਾਂ ਦੀ ਆਪਾਂ ਮੋਟੇ ਰੂਪ 'ਚ 100 ਕੁਐਸਚਨਾਂ ਦੀ ਪ੍ਰੈਕਟਿਸ ਕਰ ਲਾਂਗੇ। ਬਾਕੀ 80 ਤੁਹਾਡੇ ਹੋਣਗੇ ਜਿਹੜੇ ਮੈਂ ਡਾਊਟਸ ਲੈ ਲੂੰਗਾ। ਮੈਂ ਇਸ ਤੋਂ ਵੱਧ ਕੁਐਸਚਨਸ ਚਾਹੀਦੇ ਹੋਏ ਕੁਐਸਚਨਸ ਮੇਰੇ ਤੋਂ ਲੈ ਲਿਓ। ਮੈਨੂੰ ਪੂਰੀ ਕਿਤਾਬ ਦੀ PDF ਨਹੀਂ ਮਿਲੀ ਹੈਗੀ, ਮੈਂ ਤਾਂ ਨਹੀਂ ਭੇਜ ਸਕਿਆ, ਤਾਂ ਮੈਂ ਕਿਤਾਬ 'ਚੋਂ ਮਤਲਬ ਫਿਜ਼ੀਕਲ ਫਾਰਮ ਦੇ ਵਿੱਚ ਉਹਦੇ ਮਤਲਬ ਜਿਹੜੇ ਚੰਗੇ ਕੁਐਸਚਨ ਸੀਗੇ ਤੇ ਜਿਹੜੇ ਆਰਡਰ 'ਚ ਪੜ੍ਹਨੇ ਨੇ, ਸੌਖੇ ਤੋਂ ਥੋੜ੍ਹਾ ਜਿਹਾ ਘੱਟ ਸੌਖਾ, ਥੋੜਾ ਮੋਡਰੇਟ ਜਾਂ ਥੋੜਾ ਜਿਹਾ ਔਖਾ, ਮੈਂ ਉਸ ਕੁਆਟਰ ਦੇ ਵਿੱਚ ਹਰ ਇੱਕ ਦੇ ਮੈਂ ਕੁਐਸਚਨਸ ਉਹ ਮੈਂ ਸਿਲੈਕਟ ਕੀਤੇ ਨੇ ਜਿਹੜੀ ਤੁਹਾਨੂੰ ਫਾਈਲ ਭੇਜੀ। ਉਹ ਫਾਈਲ ਆਪਾਂ ਥੋੜੀ ਜਿਹੀ ਅੱਜ ਵੀ ਦੇਖ ਲਾਂਗੇ, ਅਦਰਵਾਈਜ਼ ਕੱਲ ਤੋਂ ਪੜ੍ਹਨਾ ਵੀ ਸਟਾਰਟ ਕਰਾਂਗੇ। ਮੈਂ ਡਾਟਾ ਟੇਬਲਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਡੀਆਈ ਨਾਲ ਫੈਮੀਲੀਅਰ ਹੋਣ ਲਈ ਕੁਝ ਸੌਖੇ 2 ਕੁਐਸਚਨ ਕਰਨੇ ਆ, ਫਿਰ ਡੀਆਈ ਮਤਲਬ ਡਾਟਾ ਟੇਬਲ ਦੇ ਵਿੱਚ ਜਿਹੜੇ ਥੋੜੇ ਜਿਹੇ ਕੈਲਕੂਲੇਸ਼ਨ ਵਾਲੇ ਔਖੇ ਕੁਐਸਚਨ ਬਣਨਗੇ। ਦੈਨ ਬਾਰ ਗ੍ਰਾਫ ਤੋਂ ਬਾਅਦ ਪਾਈ ਚਾਰਟ ਦੇ ਵਿੱਚ ਆਪਾਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਕਰਨੀ ਦੈਟ ਇਜ਼ ਡਬਲ ਪਾਈ ਚਾਰਟ। ਮਤਲਬ ਜਿੱਦਣ ਤੁਹਾਨੂੰ ਕਿਸੇ ਪੇਪਰ ਦੇ ਵਿੱਚ ਔਖਾ ਡੀਆਈ ਦਾ ਕੋਈ ਕੁਐਸਚਨ ਪਾਉਣਾ ਹੋਇਆ, ਡੀਆਈ ਦਾ ਕੋਈ ਔਖਾ ਕੁਐਸਚਨ ਪਾਉਣਾ ਹੋਇਆ, ਚੁੱਪ ਕਰਕੇ ਡਬਲ ਪਾਈ ਚਾਰਟ ਪਾ ਦੇਣਗੇ, ਤੁਸੀਂ ਝਾਕਦੇ ਰਹਿ ਜਾਓਗੇ। ਡਬਲ ਪਾਈ ਚਾਰਟ ਮਤਲਬ ਕੁਐਸਚਨ ਜੇ ਸਾਹਮਣੇ ਰੱਖ ਕੇ ਸਮਝਣਾ ਹੈਗਾ ਵੀ ਕੁਐਸਚਨ 'ਚ ਕੀ ਹੈ, ਕੱਢਣ ਪਾਉਣ ਨੂੰ ਤੁਹਾਨੂੰ ਐ ਲੱਗਣਾ ਬਾਕੀ ਕੁਐਸਚਨ ਵਰਗਾ ਕੁਐਸਚਨ ਹੈ, ਪਰ ਉਹਦੇ ਵਿੱਚ 5 ਕੁਐਸਚਨਾਂ ਦਾ ਜਿਹੜਾ ਸੈੱਟ ਬਣੂਗਾ, ਇਹੋ ਜਿਹੇ 5 ਕੁਐਸਚਨ ਹੋਣਗੇ, ਝਾਕਦੇ ਰਹਿ ਜਾਓਗੇ ਲਿਟਰਲੀ, ਇਹ ਤੇ ਸਾਰਾ ਸਮਾਂ ਵੇਸਟ ਹੋ ਜਾਊਗਾ। ਤਾਂ ਇਹਦੀ ਕੁਛ ਇਸ ਤਰ੍ਹਾਂ ਨਾਲ ਤਿਆਰੀ ਕਰਨੀ ਹੈ ਕਿ ਕੱਲ ਨੂੰ ਕਿਸੇ ਪੇਪਰ 'ਚ ਡਬਲ ਪਾਈ ਚਾਰਟ ਦਾ ਸਵਾਲ ਆ ਗਿਆ ਅਸੀਂ 2 ਹੱਥ ਕਰ ਸਕੀਏ। ਇਹ ਤੋਂ ਬਾਅਦ ਲਾਈਨ ਚਾਰਟ, ਮਤਲਬ ਲਾਈਨ ਚਾਰਟ ਦੇ ਵਿੱਚ ਸਿੰਪਲ ਲਾਈਨ ਚਾਰਟ ਵਾਲੇ, ਡਬਲ ਲਾਈਨ ਚਾਰਟ ਤੇ ਲਾਈਨ ਚਾਰਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਨਕਮ ਐਕਸਪੈਂਡੀਚਰ ਵਾਲੇ ਸਵਾਲ ਇਹ ਕਰਨੇ ਨੇ। ਉਸ ਤੋਂ ਬਾਅਦ ਇਹਨਾਂ ਚਾਰਾਂ ਦੀ ਹੈਲਪ ਨਾਲ ਬਣ ਜਾਂਦਾ ਹੁੰਦਾ ਮਿਕਸ ਚਾਰਟ, ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਮਿਕਸਚਰ ਆਫ ਚਾਰਟਸ। ਮੈਂ ਇੱਕ ਤੋਂ ਵੱਧ ਟੇਬਲ, ਇੱਕ ਤੋਂ ਵੱਧ ਚਾਰਟ, ਇੱਕ ਟੇਬਲ ਉਹਦੇ ਨਾਲ ਪਾਈ ਚਾਰਟ। ਮੈਂ ਜਦੋਂ ਇੱਕ ਕੁਐਸਚਨ 'ਚ 2 ਫਿਗਰਸ ਹੋਣ, ਮਤਲਬ ਸਾਨੂੰ ਐਗਜ਼ਾਮੀਨਰ ਨੇ ਥੋੜਾ ਜਿਹਾ ਵੱਧ ਡਾਟਾ ਦੇਣਾ ਸੀ ਜਿਹਦੇ ਕਰਕੇ ਉਹਨੂੰ ਵੀ 2 ਇਮੇजेस 2 ਫਿਗਰਸ ਬਣਾਉਣੀਆਂ ਪੈ ਗਈਆਂ। ਇੱਕ ਤਾਂ ਜੀ ਡਾਟਾ ਦੇਤਾ ਉਹਨੇ ਡਾਟਾ ਟੇਬਲ ਬਣਾ ਕੇ, ਥੋੜਾ ਜਿਹਾ ਹੋਰ ਡਾਟਾ ਦੇਣਾ ਸੀ ਉਹਦੇ ਲਈ ਉਹਨੇ ਪਾਈ ਚਾਰਟ ਬਣਾਤਾ। ਤਾਂ ਮਤਲਬ ਜਿੰਨਾ ਡਾਟਾ ਕੰਪਲੈਕਸ ਹੋਊਗਾ ਓਨੇ ਸਾਡੇ ਫਰਦਰ ਕੰਪਲੈਕਸ ਕੁਐਸਚਨਸ ਬਣ ਸਕਦੇ ਨੇ, ਅਸੀਂ ਉਹ ਥੋੜੇ ਜਿਹੇ ਧਿਆਨ ਨਾਲ ਦੇਖਣੇ ਨੇ। ਅਖੀਰ ਤੇ ਆਪਾਂ ਕੇਸ ਸਟੱਡੀਜ਼ ਕਰ ਲਾਂਗੇ। ਤਾਂ ਕੇਸ ਸਟੱਡੀਜ਼ ਦੇ ਮੈਂ 3 ਕੁਐਸਚਨ ਪਾਏ ਨੇ ਤੁਹਾਡੇ ਲਈ, ਮੈਂ 3 ਮਤਲਬ ਵੀ 5 ਕੁਐਸਚਨਾਂ ਦਾ ਸੈੱਟ ਹੈ, 15 ਕੁਐਸਚਨ ਹੋ ਗਏ, ਉਹ 3 ਦੇਖ ਲਾਂਗੇ। ਜੇ ਵੱਧ ਘੱਟ ਦੀ ਲੋੜ ਪਈ ਜਦੋਂ ਮਰਜ਼ੀ ਲੈ ਸਕਦੇ ਹੋ, ਮਤਲਬ ਮੇਰੇ ਕੋਲ ਤਾਂ ਪੂਰੀ ਕਿਤਾਬ ਪਈ ਹੈ ਤੇ ਉਹ 'ਚ ਕੁਐਸਚਨਸ ਜਿੰਨੇ ਮਰਜ਼ੀ ਲੈ ਸਕਦੇ। ਹੁਣ ਆ ਯਾਰ ਸਾਰੀ ਦੀ ਸਾਰੀ ਡੀਆਈ ਆ, ਮੈਂ ਜਿਹੜਾ ਸਾਡਾ ਬੇਸਿਕਲੀ ਸਾਰਾ ਸਿਲੇਬਸ ਆ, ਮੈਂ 2014 ਤੋਂ ਡੀਆਈ ਪੜ੍ਹਾ ਰਿਹਾਗਾ। ਮਤਲਬ ਇੱਕ ਗੱਲ ਨਾ ਮੈਂ ਆਮ ਤੌਰ ਤੇ ਹਾਸੇ ਮਜ਼ਾਕ 'ਚ ਕਹਿ ਦਿੰਦਾ ਹੁੰਦਾ ਸੀਗਾ, ਮੈਂ ਜਦੋਂ ਦੀ ਡੀਆਈ ਪੜ੍ਹਾਉਣੀ ਸ਼ੁਰੂ ਕੀਤੀ ਹੈ, ਉਹ ਅਸਲ ਦੇ ਵਿੱਚ ਖਾਸੀ ਸੀਰੀਅਸ ਗੱਲ ਆ। ਪਹਿਲੀ ਗੱਲ ਤਾਂ ਮਤਲਬ ਕਾਫੀ ਬੱਚੇ ਤਾਂ ਮੇਰੇ ਪੁਰਾਣੇ ਸਟੂਡੈਂਟ ਹੀ ਨੇ, ਜਿਹੜੇ ਨਵੇਂ ਸਟੂਡੈਂਟ ਨੇਗੇ, ਮਤਲਬ ਨਵਿਆਂ ਨੂੰ ਮੈਂ ਇੱਕ ਗੱਲ ਕਹਿ ਦਿੰਦਾ
ਪੁਰਾਣਿਆਂ ਨੂੰ ਮੈਂ ਰਿਪੀਟ ਕਰ ਦਿੰਦਾ ਕਿ ਤੁਸੀਂ ਜਿਹੜਾ ਵੀ ਪੇਪਰ ਦੇਣਾ, ਚਾਹੇ ਤੁਸੀਂ ਨੈਟ ਦਾ ਪੇਪਰ ਦੇ ਰਹੇ ਹੋ UGC ਨੈਟ ਦਾ, ਮੈਂ ਚਾਹੇ ਤੁਸੀਂ ਸਟੇਟ ਗਵਰਨਮੈਂਟ ਦੇ ਪੇਪਰ ਹੀ ਦੇਣੇ ਨੇ ਸਾਰੀ ਜ਼ਿੰਦਗੀ, ਚਾਹੇ ਤੁਸੀਂ ਕਦੇ ਸੈਂਟਰ ਗਵਰਨਮੈਂਟ ਦਾ SSC ਜਾਂ ਬੈਂਕਿੰਗ ਦਾ ਪੇਪਰ ਦੇਣਾ, ਚਾਹੇ ਤੁਸੀਂ ਆਫਲਾਈਨ ਪੇਪਰ ਦੇਣਾ, ਚਾਹੇ ਤੁਸੀਂ ਆਨਲਾਈਨ ਪੇਪਰ ਦੇਣੇ ਆ, ਤੁਸੀਂ ਪੇਪਰ ਦੇਣਾ ਕਿਹੜੀ ਭਾਸ਼ਾ 'ਚ ਹੈ ਮਤਲਬ ਉਹਦੇ ਬਾਰੇ ਥੋੜ੍ਹੀ ਜਿਹੀ ਕਲੈਰਿਟੀ ਹੋਣੀ ਚਾਹੀਦੀ ਆ। ਮੈਂ ਜਿਵੇਂ ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ, ਪੰਜਾਬ ਦੇ ਪੇਪਰ ਆਮ ਤੌਰ ਤੇ 2 ਭਾਸ਼ਾਵਾਂ 'ਚ ਆਉਂਦੇ ਨੇ, ਮੈਂ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ। ਸੈਂਟਰ ਗਵਰਨਮੈਂਟ ਦੇ ਜਿੰਨੇ ਪੇਪਰ ਨੇ ਸਾਡੇ ਉਹ ਦੋ ਭਾਸ਼ਾਵਾਂ 'ਚ ਆਉਂਦੇ ਆ, ਇੰਗਲਿਸ਼ ਤੇ ਹਿੰਦੀ ਦੇ ਵਿੱਚ। ਤਾਂ ਮੈਂ ਸੈਂਟਰ ਦੇ ਅੱਜ ਤੱਕ ਕਾਫੀ ਪੇਪਰ ਦਿੱਤੇ ਆ, ਤਾਂ ਉਹ ਇੰਗਲਿਸ਼ ਤੇ ਹਿੰਦੀ ਦੇ ਵਿੱਚ ਆਉਂਦੇ, ਓਬਵੀਅਸਲੀ ਮੈਂ ਅੰਗਰੇਜ਼ੀ 'ਚ ਪੇਪਰ ਦਿੰਦਾ। ਅਸੀਂ ਜੇ ਮਤਲਬ ਪੰਜਾਬ ਸਰਕਾਰ ਮਤਲਬ ਪੰਜਾਬ ਸਟੇਟ ਗਵਰਨਮੈਂਟ ਦੇ ਐਗਜ਼ਾਮ ਦੇਣੇ ਹੁਣ, ਪੰਜਾਬੀ ਤੇ ਹਿੰਦੀ ਅਸੀਂ ਦੋਨਾਂ ਭਾਸ਼ਾਵਾਂ ਤੇ ਸਾਡੀ ਕਮਾਂਡ ਹੈਗੀ ਹੈ, ਅਸੀਂ ਕਿਸੇ 'ਚ ਵੀ ਪੇਪਰ ਦੇ ਸਕਦੇ ਹਾਂ। ਤਾਂ ਤੁਸੀਂ ਆਪਣੇ ਐਂਡ ਤੇ ਇੰਨੀ ਕੁ ਕਲੈਰਿਟੀ ਰੱਖਣੀ ਹੈ ਕਿ ਜਿਹੜੀ ਭਾਸ਼ਾ 'ਚ ਤੁਸੀਂ ਪੇਪਰ ਦੇਣਾ ਉਸ ਭਾਸ਼ਾ ਤੇ ਕਮਾਂਡ ਹੋਣੀ ਚਾਹੀਦੀ ਆ। ਮਤਲਬ ਆਪਾਂ ਜੇ ਮੰਨ ਕੇ ਚੱਲੀਏ ਕਿ ਤੁਸੀਂ ਅੰਗਰੇਜ਼ੀ ਦੇ ਵਿੱਚ ਪੇਪਰ ਦੇਣਾ, ਕਿਉਂਕਿ ਆਪਾਂ ਜਿਹੜਾ ਸਾਰਾ ਕੁਐਸਚਨਰ ਤਿਆਰ ਕਰਕੇ ਲਿਆ, ਜਿਹੜੀ ਮੈਂ ਫਾਈਲ ਭੇਜੀ ਹੈ ਉਹ 'ਚ ਸਾਰੇ ਦੇ ਸਾਰੇ ਕੁਐਸਚਨ ਅੰਗਰੇਜ਼ੀ ਭਾਸ਼ਾ ਦੇ ਵਿੱਚ ਨੇ, ਤਾਂ ਆਪਾਂ ਜੇ ਮੰਨ ਕੇ ਚੱਲੀਏ ਵੀ ਤੁਸੀਂ ਅੰਗਰੇਜ਼ੀ 'ਚ ਪੇਪਰ ਦੇਣਾ ਤਾਂ ਬਹੁਤ ਜ਼ਰੂਰੀ ਹੈ ਕਿ ਅੰਗਰੇਜ਼ੀ ਭਾਸ਼ਾ ਤੇ ਸਾਡੀ ਇੰਨੀ ਕੁ ਕਮਾਂਡ ਤਾਂ ਹੋਵੇ ਵੀ ਕੁਐਸਚਨ ਪੜ੍ਹਦਿਆਂ ਸਮਝ ਆ ਜਾਏ। ਅਸੀਂ ਇਹ ਕਦੇ ਨਾ ਹੋਵੇ ਵੀ ਕੁਐਸਚਨ ਪੜ੍ਹਿਆ, ਪੜ੍ਹ ਕੇ ਖਤਮ ਕੀਤਾ, ਫੇਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅੱਛਾ ਹੁਣ ਸਮਝੀਏ ਵੀ ਕਹਿਣਾ ਕੀ ਚਾਹ ਰਿਹਾ ਐਗਜ਼ਾਮੀਨਰ। ਇਹ ਨਹੀਂ ਹੋਣਾ ਚਾਹੀਦਾ। ਸਾਡੀ ਪੇਪਰ ਕਰਨ ਵਾਲੀ ਭਾਸ਼ਾ ਤੇ ਇੰਨੀ ਕੁ ਕਮਾਂਡ ਹੋਵੇ ਵੀ ਅਸੀਂ ਕੁਐਸਚਨ ਪੜ੍ਹਦੇ ਸਮਝ ਰਹੇ ਹਾਂ। ਮੈਂ ਜ਼ਿਆਦਾ ਅਗਲੀ ਗੱਲ ਕਹਿਦਾ ਤਾਂ ਸਾਡੀ ਪ੍ਰੈਕਟਿਸ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਵੀ ਕੁਐਸਚਨ ਪੜ੍ਹਦੇ ਪਤਾ ਲੱਗ ਜਾਏ ਅੱਗੇ ਪੱਕਾ ਇਹੋ ਜਿਹਾ ਕੁਝ ਪੁੱਛਿਆ ਹੋਊਗਾ। ਮਤਲਬ ਇਸ ਹੱਦ ਤੱਕ ਸਾਡੀ ਪ੍ਰੈਕਟਿਸ ਹੋ ਸਕਦੀ ਆ ਵੀ ਅਸੀਂ ਹਲੇ ਕੁਐਸਚਨ ਪੂਰਾ ਨਹੀਂ ਪੜ੍ਹਿਆ, ਸਾਨੂੰ ਇਹ ਅੰਦਾਜ਼ਾ ਹੋ ਜਾਏ ਵੀ ਪੱਕਾ ਸਾਡੇ ਤੋਂ ਅੱਗੇ ਜਾ ਕੇ ਇਹ ਪੁੱਛਿਆ ਜਾਊਗਾ, ਵੀ ਅਸੀਂ ਇੰਨੀ ਕੁ ਪ੍ਰੈਕਟਿਸ ਕਰ ਚੁੱਕੇ। ਇਸ ਹੱਦ ਤੱਕ ਸਾਡਾ ਬੇਸਿਕਲੀ ਮੈਂ ਭਾਸ਼ਾ ਦੀ ਗੱਲ ਕਰ ਰਿਹਾ, ਭਾਸ਼ਾ ਤੇ ਸਾਡੀ ਲਿਟਰਲੀ ਇੰਨੀ ਕਮਾਂਡ ਹੋਣੀ ਚਾਹੀਦੀ ਆ। ਮਤਲਬ ਇਹਦੇ ਵਿੱਚ ਦੂਜੀ ਗੱਲ, ਪਹਿਲੀ ਗੱਲ ਭਾਸ਼ਾ, ਮਤਲਬ ਮੈਂ ਅੰਗਰੇਜ਼ੀ ਦੀ ਗੱਲ ਕਰ ਰਿਹਾ, ਜੇ ਤੁਸੀਂ ਪੰਜਾਬੀ 'ਚ ਪੇਪਰ ਦੇਣਾ ਆਪਦਾ ਪੰਜਾਬੀ ਤੇ ਉਹਨਾਂ ਕੁ ਹੋਲਡ ਰੱਖਣਾ ਹੀ ਹੈ, ਪੰਜਾਬੀ ਤੇ ਹੋਲਡ ਹੋਊਗਾ, ਮਾਂ ਬੋਲੀ ਆ। ਜੇ ਅੰਗਰੇਜ਼ੀ 'ਚ ਪੇਪਰ ਦੇਣ ਵਾਲਾ ਪੰਗਾ ਲੈਂਦੇ ਹੋ ਤੁਸੀਂ ਤਾਂ ਅੰਗਰੇਜ਼ੀ ਤੇ ਉਹਨਾਂ ਕੁ ਹੋਲਡ ਹੋਵੇ ਤੁਹਾਡਾ। ਦੂਜੀ ਗੱਲ, ਸਾਡੀ ਸਾਰੀ ਦੀ ਸਾਰੀ DI ਖੜੀ ਹੈ ਪਰਸੈਂਟੇਜ ਤੇ ਰੇਸ਼ੀਓ ਦੇ ਉੱਤੇ। ਮਤਲਬ ਮੈਂ ਜਿਹੜਾ ਇੰਟਰੋਡਕਟਰੀ ਮੈਸੇਜ ਤੁਹਾਨੂੰ ਗਰੁੱਪ 'ਚ ਲਿਖ ਕੇ ਪਾਇਆ ਸੀ ਉਹਦੇ ਵਿੱਚ ਕਲੀਅਰ ਕੀਤਾ ਸੀਗਾ, ਅਸੀਂ ਇਸ ਬੈਚ ਦੇ ਵਿੱਚ ਕੱਲੀ DI ਨਹੀਂ ਕਰਨੀ, ਕੱਲਾ ਸਿਲੇਬਸ ਨਹੀਂ ਕਰਨਾ, ਇਹ ਤੋਂ ਬਿਨਾਂ ਕੈਲਕੂਲੇਸ਼ਨ ਦੇ ਫੰਡਾਮੈਂਟਲਸ ਦੇਖਣੇ ਨੇ, ਪਰਸੈਂਟ ਰੇਸ਼ੀਓ ਦੇ ਫੰਡਾਮੈਂਟਲਸ ਦੇਖਣੇ ਨੇ। ਪਰਸੈਂਟ ਰੇਸ਼ੀਓ ਤੋਂ ਬਿਨਾਂ ਯਾਰ ਤੁਸੀਂ ਜ਼ੋਰ ਲਾ ਲਓ DI ਕਰਕੇ ਦਿਖਾ ਦਿਓ। ਮੈਂ ਲਿਟਰਲੀ ਕਹਿਣਾ ਪਰਸੈਂਟ ਤੇ ਰੇਸ਼ੀਓ ਤੋਂ ਬਿਨਾਂ ਤੁਸੀਂ DI ਨਹੀਂ ਕਰ ਸਕਦੇ। ਤੀਜੇ ਨੰਬਰ ਤੇ ਕੈਲਕੂਲੇਸ਼ਨ, ਮੈਂ ਕੈਲਕੂਲੇਸ਼ਨ ਸਾਡੀ ਚੰਗੀ ਹੋਣੀ ਚਾਹੀਦੀ ਹੈਗੀ। ਬਸ ਸਾਡੀ DI ਦੇ ਵਿੱਚ 40% 50% ਹਿੱਸਾ ਤਾਂ ਕੈਲਕੂਲੇਸ਼ਨ ਹੀ ਆ। 50% ਹੀ ਆ ਵੀ ਤੁਸੀਂ ਬਾਕੀ ਚੀਜ਼ਾਂ ਸਮਝ ਰਹੇ ਹੋ, ਫਿਗਰ ਪੜ੍ਹ ਰਹੇ ਹੋ, ਸਭ ਕੁਝ ਦੇਖ ਰਹੇ ਹੋ, ਬਾਕੀ 50% ਤਾਂ ਕੈਲਕੂਲੇਸ਼ਨ ਹੀ ਆ। ਚੌਥੀ ਚੀਜ਼, ਸਾਨੂੰ ਫਿਗਰ ਪੜ੍ਹਨੀ ਆਉਂਦੀ ਹੋਣੀ ਚਾਹੀਦੀ ਹੈ, ਉਹ ਮੇਰੀ ਜ਼ਿੰਮੇਵਾਰੀ ਹੈਗੀ। ਭਾਸ਼ਾ ਮੇਰੀ ਜ਼ਿੰਮੇਵਾਰੀ ਨਹੀਂ ਹੈਗੀ, ਭਾਸ਼ਾ ਤੇ ਕੰਟਰੋਲ, ਭਾਸ਼ਾ ਤੇ ਹੋਲਡ ਤੁਸੀਂ ਆਪਦੀ ਪ੍ਰੈਕਟਿਸ ਦੇ ਨਾਲ ਬਣਾ ਸਕਦੇ ਹੋਗੇ। ਮਤਲਬ ਮੇਰੀ ਤਾਂ ਜ਼ਿੰਮੇਵਾਰੀ ਇਹ ਸੀ ਵੀ ਮੈਂ ਤੁਹਾਨੂੰ ਵੈਰਾਈਟੀ ਆਫ ਕੁਐਸਚਨਸ ਦੇ ਦਾਂ, ਤੁਸੀਂ ਉਹ ਵੈਰਾਈਟੀ ਆਫ ਕੁਐਸਚਨਸ ਦੇ ਜਦੋਂ ਗੋ ਥਰੂ ਹੋਵੋਗੇ ਤੁਹਾਨੂੰ ਪਤਾ ਜੇ ਲੱਗਦਾ ਰਹੂਗਾ ਵੀ ਇਹੋ ਜਿਹੇ ਕੁਐਸਚਨ ਡਿਜ਼ਾਈਨ ਹੁੰਦੇ ਨੇ, ਇਹੋ ਜਿਹੇ ਸ਼ਬਦ ਵਰਤੇ ਜਾਂਦੇ ਨੇ। ਜਦੋਂ ਪੜ੍ਹਨਾ ਸ਼ੁਰੂ ਕੀਤਾ ਸਮਝ ਆ ਗਿਆ। ਮਤਲਬ ਮੇਰੇ ਐਂਡ ਤੋਂ ਇੰਨਾ ਕੁ ਰਹੂਗਾ, ਤੁਸੀਂ ਉਹਦੀ ਪ੍ਰੈਕਟਿਸ ਕਿੰਨੀ ਕੁ ਕਰ ਰਹੇ ਹੋ, ਕਿੰਨੇ ਕੁ ਕੌਨਸ਼ੀਅਸ ਹੋ ਕੇ, ਕਿੰਨੇ ਕੁ ਕੰਸੈਂਟਰੇਸ਼ਨ ਦੇ ਨਾਲ ਪ੍ਰੈਕਟਿਸ ਕਰ ਰਹੇ ਹੋ ਕਿ ਤੁਹਾਡਾ ਉਹ ਹੋਲਡ ਜਲਦੀ ਬਣ ਜਾਊਗਾ, ਉਹ ਤੁਹਾਡੀ ਮਿਹਨਤ ਹੈਗੀ। ਭਾਸ਼ਾ ਵਾਲਾ ਕੰਮ ਤੁਹਾਡਾ, ਕੈਲਕੂਲੇਸ਼ਨ ਮੇਰੀ ਜ਼ਿੰਮੇਵਾਰੀ, ਪਰਸੈਂਟ ਰੇਸ਼ੀਓ ਦਾ ਬੇਸਿਕ ਮੇਰੀ ਜ਼ਿੰਮੇਵਾਰੀ, ਜਿਹੜਾ ਪਰਸੈਂਟ ਰੇਸ਼ੀਓ ਦੀ ਕੈਲਕੂਲੇਸ਼ਨ ਵਿੱਚ ਕੰਮ ਹੋਣੀ ਹੈ। ਤੀਜੀ ਚੀਜ਼, ਕੋਈ ਵੀ ਜਦੋਂ ਫਿਗਰ ਆਊਗੀ, ਕਿਸੇ ਵੀ ਫਿਗਰ ਤੇ ਕਿਸੇ ਵੀ ਟੌਪਿਕ 'ਚੋਂ ਸਾਡਾ ਕੁਐਸਚਨ ਬਣ ਜਾਏ, ਜਿਹੜੀ ਫਿਗਰ ਦਿੱਤੀ ਹੋਊਗੀ ਉਹ ਫਿਗਰ ਨੂੰ ਕਿਵੇਂ ਰੀਡ ਕਰਨਾ ਹੈਗਾ ਉਹ ਸਮਝਾਉਣਾ ਮੇਰੀ ਜ਼ਿੰਮੇਵਾਰੀ, ਮਿਹਨਤ ਕਰਨੀ ਤੁਹਾਡੇ ਐਂਡ ਤੇ ਹੈਗੀ। ਤਾਂ ਇੰਨੀ ਕੁ ਗੱਲ ਕਲੀਅਰ ਹੈ? ਜਿੰਨੀ ਕੁ ਆਪਾਂ ਗੱਲ ਕੀਤੀ ਹੈ, ਗੱਲ ਕਲੀਅਰ ਹੈ ਜੀ? ਇਹ ਯਾ ਕਿੰਨੇ ਸਟੂਡੈਂਟ ਨੇ ਜਿਹੜੇ ਪਹਿਲੀ ਵਾਰ ਮੇਰੀ ਕਲਾਸ ਲਾ ਰਹੇ ਨੇ? ਪੈਰੀ, ਰੀਤੂ, ਯਾ ਪੈਰੀ ਤੇ ਰੀਤੂ। ਰਾਜਨ ਤੈਨੂੰ ਮੈਂ ਫਾਈਲ ਭੇਜ ਦੇਵਾਂਗਾ, ਸਬਰ ਰੱਖ ਲੈ, ਕਲਾਸ ਖਤਮ ਹੋਣ ਦੇ। ਅੱਛਾ ਪ੍ਰਵਿੰਦਰ, ਓਕੇ, ਹਾਂਜੀ ਠੀਕ ਆ। ਓਕੇ, ਯਾਰ ਕੁਛ ਚੀਜ਼ਾਂ ਤਾਂ ਮੈਂ ਕੁਛ ਕੈਲਕੂਲੇਸ਼ਨ ਦਾ ਪੋਰਸ਼ਨ ਤਾਂ ਮੈਂ ਮਤਲਬ ਤੁਹਾਨੂੰ ਜ਼ਿੰਮੇਵਾਰੀ ਦਿਨਾਂਗਾ ਕਰਨ ਦੀ। ਨੰਬਰ 1, ਟੇਬਲਸ 22 ਬਣ ਕੇ 11 ਤੋਂ ਲੈ ਕੇ 25 ਤੱਕ ਚੰਗੀ ਤਰ੍ਹਾਂ ਕਰ ਲਿਓ। ਮੈਂ ਟੇਬਲਸ ਮਤਲਬ ਇਸ ਕਲਾਸ ਦੇ ਵਿੱਚ ਆਪਾਂ ਨੂੰ ਬਹੁਤਾ ਟੇਬਲਸ ਤੇ એનર્ਜੀ ਲਾਉਣ ਦੀ ਲੋੜ ਨਹੀਂ ਹੈਗੀ। ਆਪਾਂ ਨੂੰ ਜਿਹੜੀ ਫਰਦਰ ਕੈਲਕੂਲੇਸ਼ਨ ਦੀ ਲੋੜ ਪੈਣੀ ਹੈ
ਉਹਦੇ ਤੇ ਆਪਾਂ એનર્ਜੀ ਲਾਵਾਂਗੇ, ਉਹ ਸਮਝਾਂਗੇ। ਟੇਬਲਸ ਸਾਡੀ ਕੈਲਕੂਲੇਸ਼ਨ ਦਾ ਬੇਸਿਕ ਹੈ, ਆਪਦਾ 10-15 ਤੱਕ ਸਾਰਿਆਂ ਨੂੰ ਆਉਂਦੇ ਹੋਣਗੇ, ਬਾਈ ਬਣ ਕੇ 25 ਤੱਕ ਕਰਨ ਦੀ ਕੋਸ਼ਿਸ਼ ਕਰਿਓ। 25 ਤੱਕ ਟੇਬਲ ਕਰਨ ਦਾ ਆਪਦਾ ਤਰੀਕਾ ਇਹ ਰੱਖਿਓ, ਜਿਹੜੇ ਮੇਰੇ ਪੁਰਾਣੇ ਸਟੂਡੈਂਟ ਨੇ ਉਹ ਤਾਂ ਮਤਲਬ ਕਲੀਅਰ ਹੈ ਵੀ ਤੁਹਾਨੂੰ ਮਤਲਬ 25 ਤੱਕ ਟੇਬਲ ਕਿਵੇਂ ਯਾਦ ਕਰਨ ਨੂੰ ਕਹੇ ਸੀ। 25 ਤੱਕ ਆਪਦੇ ਟੇਬਲ ਯਾਦ ਕਰਨ ਦਾ ਤਰੀਕਾ ਇਹ ਰੱਖਿਓ ਕਿ ਇੱਕ ਸਾਫ਼ ਜਿਹੇ ਕਾਗਜ਼ ਤੇ ਟੇਬਲ ਲਿਖ ਲਿਓ, ਉਹਨੂੰ ਕੰਧ ਤੇ ਚਿਪਕਾ ਲਿਓ, ਲੰਘਦੇ ਵੜਦੇ ਨਿਗਾਹ ਜੀ ਮਾਰ ਲਿਓ। ਘੱਟ ਯਾਦ ਹੁੰਦੇ ਨੇ, ਅੱਜ ਲਿਖ ਲਏ, ਕੱਲ੍ਹ ਨੂੰ ਦੁਬਾਰਾ ਲਿਖ ਲਏ, ਪਰਸੋਂ ਪੁੱਠਾ ਟੇਬਲ ਲਿਖ ਲਿਆ, ਟੇਬਲ ਸਿੱਧਾ ਪੜ੍ਹ ਲਿਆ, ਪੁੱਠਾ ਪੜ੍ਹ ਲਿਆ, ਸਿੱਧਾ ਲਿਖ ਲਿਆ, ਪੁੱਠਾ ਪੜ੍ਹ ਲਿਆ, ਪੁੱਠਾ ਲਿਖ ਲਿਆ। ਮਤਲਬ ਇਸ ਤਰ੍ਹਾਂ ਦੀ ਟੇਬਲਾਂ ਦੀ ਪ੍ਰੈਕਟਿਸ ਜੇ ਕਰਦੇ ਰਹੋ, ਤੀਜੇ ਦਿਨ ਤੁਹਾਡੇ ਟੇਬਲ ਚੰਗੀ ਤਰ੍ਹਾਂ ਯਾਦ ਹੋ ਜਾਣਗੇ। ਟੇਬਲਸ ਦੇ ਨਾਲ ਮਤਲਬ ਮੈਂ ਜਿਹੜੇ ਨਵੇਂ ਬੱਚੇ ਨੇ ਜਾਂ ਪੂਰੇ ਦਾ ਪੂਰਾ ਜਿਹੜਾ ਕਲਾਸ ਦਾ ਗਰੁੱਪ ਬਣੇਗਾ, ਮੈਂ ਇਹਦੇ ਵਿੱਚ ਆਪਣੀ ਕੈਲਕੂਲੇਸ਼ਨ ਦੀ ਇੱਕ ਕਲਾਸ ਹੈ, ਉਹ ਮਤਲਬ ਕੈਲਕੂਲੇਸ਼ਨ ਦੀ ਜਿਹੜੀ ਕਲਾਸ ਹੈ ਮੈਂ ਜਿਹਦੇ ਵਿੱਚ ਟੇਬਲਸ ਵਗੈਰਾ ਜਾਂ ਹੋਰ ਕੈਲਕੂਲੇਸ਼ਨ ਆਪਾਂ ਮਤਲਬ ਕਰ ਰਹੇ ਹਾਂਗੇ, ਉਹ ਮੈਂ ਲਿੰਕ ਸ਼ੇਅਰ ਕਰ ਦੂੰਗਾ, ਤੁਸੀਂ ਉਹ ਲੈਕਚਰ ਮਤਲਬ ਦੇਖ ਸਕਦੇ ਹੋਗੇ। ਕੈਲਕੂਲੇਸ਼ਨ ਦਾ ਬੇਸਿਕਲੀ ਟੇਬਲਸ ਕਿਵੇਂ ਜੇ ਲਿਖਣੇ ਆ, ਕਿਵੇਂ ਜੇ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਆ, ਉਹਦੀ ਮਤਲਬ ਤੁਸੀਂ ਉਹ ਤੋਂ ਹੈਲਪ ਲੈ ਸਕਦੇ ਹੋਗੇ। ਅਦਰਵਾਈਜ਼ ਆਪਣੇ ਤੇ ਟੇਬਲਸ ਵਗੈਰਾ ਯਾਦ ਕਰਨ ਦੀ ਕੋਸ਼ਿਸ਼ ਕਰਿਓ। ਮੈਂ ਆਪਾਂ ਥੋੜਾ ਜਿਹਾ ਪਰਸੈਂਟੇਜ ਤੇ ਰੇਸ਼ੋ ਨੂੰ ਦੇਖਦੇ ਆ, ਮੈਂ ਆਪਣੇ ਵਾਲੇ ਥੋੜਾ ਜਿਹਾ ਕਲੀਅਰ ਹੋਣਗੇ ਇਸ ਚੀਜ਼ ਨੂੰ ਲੈ ਕੇ। ਹਾਂਜੀ, ਪਰਸੈਂਟੇਜ ਕੀ ਹੁੰਦਾ ਬੇਸਿਕਲੀ? ਪਰਸੈਂਟੇਜ ਬੇਸਿਕਲੀ ਕੀ ਹੁੰਦਾ? ਪਰਸੈਂਟ ਬੇਸਿਕਲੀ ਕੀ ਹੁੰਦਾ? ਕਿਸੇ ਚੀਜ਼ ਨੂੰ 100 ਵਿੱਚੋਂ ਦੇਖਣਾ। ਮਤਲਬ ਆਪਾਂ ਪਰਸੈਂਟੇਜ ਬਹੁਤ ਸਾਲਾਂ ਤੋਂ ਕੱਢਦੇ ਆ ਰਹੇ ਹਾਂਗੇ। ਆਪਾਂ ਪਰਸੈਂਟੇਜ ਮੇਰੇ ਖਿਆਲ 'ਚ ਚੌਥੀ ਪੰਜਵੀਂ 'ਚ ਕੱਢਣ ਲੱਗ ਗਏ ਸੀ, ਜਦੋਂ ਮਾੜੀ ਜੀ ਸੁਰਤ ਜੀ ਸੰਭਾਲੀ ਵੀ ਸਾਨੂੰ ਸਾਡੇ ਸਬਜੈਕਟ ਦੇ ਨੰਬਰ ਪਤਾ ਲੱਗੇ, ਸਾਨੂੰ ਸਾਡੇ ਸਬਜੈਕਟਾਂ ਦੇ ਪੇਪਰ ਦਿੱਤੇ, ਅਸੀਂ ਸਾਰੇ ਸਬਜੈਕਟਾਂ ਦੇ ਨੰਬਰ ਪਤਾ ਲੱਗੇ, ਅਸੀਂ ਉਹ ਸਾਰੇ ਨੰਬਰ ਜੋੜ ਲਏ, ਜਿੰਨਿਆਂ 'ਚੋਂ ਨੰਬਰ ਅਸੀਂ ਓਬਟੇਨ ਕੀਤੇ ਉਹ ਥੱਲੇ ਰੱਖ ਲਈ ਵੈਲਿਊ, ਗੁਣਾ 100 ਕਰਕੇ ਅਸੀਂ ਪਰਸੈਂਟੇਜ ਕੱਢ ਲਈ। ਮਤਲਬ ਮੰਨ ਲਓ ਯਾਰ ਸਾਡੇ 5 ਸਬਜੈਕਟ ਨੇ, ਇੰਗਲਿਸ਼, ਪੰਜਾਬੀ, ਸਾਇੰਸ, SST ਤੇ ਮੈਥ। ਸਾਡਾ ਸਾਰੇ ਸਬਜੈਕਟਾਂ ਦਾ 100 ਨੰਬਰ ਦਾ ਪੇਪਰ ਹੋਇਆ। ਇੰਗਲਿਸ਼ 'ਚ ਸਾਡੇ 75 ਆ ਗਏ, ਪੰਜਾਬੀ 'ਚ ਸਾਡੇ 91 ਆ ਗਏ, SST 'ਚ ਸਾਡੇ 72 ਆ ਗਏ, ਸਾਇੰਸ 'ਚ ਸਾਡੇ 72 ਆ ਗਏ, SST 'ਚ 65 ਰਹਿ ਗਏ, ਮੈਥ 'ਚ 80 ਆ ਗਏ, ਸਾਇੰਸ 'ਚ 74 ਕਰ ਲਓ ਯਾਰ ਉਹਦੇ। ਹਾਂਜੀ, ਸਾਡੇ ਇੰਨੇ ਕੁ ਨੰਬਰ ਆਏ ਤਾਂ ਅਸੀਂ ਪਰਸੈਂਟੇਜ ਕੱਢਣੀ ਆ। ਮਤਲਬ ਲਿਟਰਲੀ ਅਸੀਂ ਹਲੇ ਪਰਸੈਂਟੇਜ ਮੇਰੇ ਖਿਆਲ 'ਚ ਚੌਥੀ ਪੰਜਵੀਂ 'ਚ ਪੜ੍ਹਿਆ ਵੀ ਨਹੀਂ ਹੋਣਾ, ਚੈਪਟਰ ਅੱਗੇ ਜਾ ਕੇ ਕਦੇ ਪੜਾਂਗੇ। ਅਸੀਂ ਪਰਸੈਂਟੇਜ ਕਿਵੇਂ ਕੱਢੀ? ਅਸੀਂ ਆਪਣੇ ਸਾਰੇ ਜਿਹੜੇ ਮਾਰਕਸ ਆਏ ਉਹ ਟੋਟਲ ਕਰ ਲਿਆ। ਟੋਟਲ ਕਿਵੇਂ ਕਰ ਲਿਆ? 814 7 21 9 30 7 37 370 385 ਆ ਗਏ। ਹਾਂਜੀ, ਅਸੀਂ ਸਾਰੇ ਸਬਜੈਕਟਾਂ ਦੇ ਨੰਬਰ ਜੋੜੇ, ਉਹ 385 ਆ ਗਏ। ਅਸੀਂ ਕੀ ਕੀਤਾ? ਪਰਸੈਂਟੇਜ ਕੱਢਣੀ ਹੈ, 385 ਉੱਤੇ ਰੱਖ ਲਿਆ। ਕਿੰਨੇ ਚੋਂ ਆਏ? 385। ਪੰਜੇ ਸਬਜੈਕਟਾਂ ਦਾ ਟੋਟਲ 100 ਨੰਬਰ ਸੀਗਾ, 500 ਬਣ ਗਿਆ, 500 ਥੱਲੇ ਰੱਖ ਲਿਆ, ਗੁਣਾ 100 ਕਰ ਲਿਆ। ਐਂ ਜੇ ਕਰਕੇ ਅਸੀਂ 00 ਨਾਲ 00 ਕੱਟਤੀ। ਜਦੋਂ 385/5 ਕਰਨਾ ਸੀਗਾ, ਕੱਟ ਕੇ 77 ਆ ਗਿਆ, ਤਾਂ ਸਾਡੇ 77% ਬਣ ਗਏ। ਮਤਲਬ ਇਹ ਅਸੀਂ ਘਰੇ ਬੈਠਿਆਂ ਨੇ ਕੱਢ ਲਿਆ, ਤੇ ਜਿਹੜਾ 2 ਹਫ਼ਤੇ ਬਾਅਦ ਸਾਡਾ ਰਿਜ਼ਲਟ ਆਉਂਦਾ ਹੈਗਾ, ਰਿਪੋਰਟ ਕਾਰਡ ਤੇ ਦੇਖਦੇ 77% ਹੀ ਕੱਢੇ ਹੋਏ ਹੁੰਦੇ ਆ। ਮਤਲਬ ਅਸੀਂ ਪਰਸੈਂਟੇਜ ਕੱਢਣੀ ਵੀ ਸ਼ੁਰੂ ਕਰ ਲਈ ਤੇ ਸਹੀ ਪਰਸੈਂਟੇਜ ਕੱਢਣੀ ਸ਼ੁਰੂ ਕਰ ਲਈ। ਰਿਪੋਰਟ ਕਾਰਡ ਤੇ ਵੀ ਸਾਡੇ 77% ਸੀ। ਪਰ ਇਹ ਜਿਹੜੇ ਅਸੀਂ ਪਰਸੈਂਟੇਜ ਕੱਢ ਲਏ, ਜਾਂ ਇਹ ਜਿਹੜਾ ਸਾਡਾ ਪਰਸੈਂਟੇਜ ਕੱਢਣ ਦਾ ਤਰੀਕਾ ਰਿਹਾ, ਇਹ ਕੀ ਆ? ਇਹ ਤਰੀਕਾ ਕਿਵੇਂ ਆਇਆ? ਪਰਸੈਂਟੇਜ ਦਾ ਮਤਲਬ ਕੀ ਹੈ? ਮਤਲਬ ਉਹ ਥੋੜਾ ਜਿਹਾ ਦੇਖਦੇ ਨੇ। ਜਿਹੜੇ ਮੇਰੇ ਵਾਲੇ ਸਟੂਡੈਂਟ ਨੇ, ਪੁਰਾਣੇ ਸਟੂਡੈਂਟ ਨੇ, ਉਹਨਾਂ ਨੇ ਮਾੜਾ ਜਿਹਾ ਇਹ ਦੇਖ ਲਿਆ ਹੋਣਾ ਹੈਗਾ। ਓਬਵੀਅਸਲੀ ਆਪਾਂ ਕੀਤਾ ਹੋਇਆ ਪਰਸੈਂਟੇਜ ਚੈਪਟਰ, ਥੋੜਾ ਜਿਹਾ ਨਵੇਂ ਸਿਰੇ ਤੋਂ ਦੇਖਦੇ ਆ, ਤਾਂ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਐਗਜ਼ਾਮਪਲਾਂ ਚੱਕ ਲਾਂਗੇ, ਥੋੜ੍ਹੀ ਜਿਹੀ ਨਵੀਆਂ ਐਗਜ਼ਾਮਪਲਾਂ ਚੱਕ ਲਾਂਗੇ, ਉਹਦੇ ਸਿਰ ਤੇ ਆਪਾਂ ਥੋੜੀ ਜਿਹੀ ਪਰਸੈਂਟੇਜ ਕੱਢਣੀ ਸ਼ੁਰੂ ਕਰਦੇ ਆ। ਇਸੇ ਪਰਸੈਂਟੇਜ ਕੱਢਣ ਵਾਲੇ ਤਰੀਕੇ ਦੇ ਵਿੱਚੋਂ ਹੀ ਆਪਾਂ ਪਰਸੈਂਟੇਜ ਦੀਆਂ ਜਿਹੜੀਆਂ ਥੋੜ੍ਹੀਆਂ ਜ਼ਿਆਦਾ ਟਫ ਕੈਲਕੂਲੇਸ਼ਨਸ ਹੁੰਦੀਆਂ ਨੇ, ਜਿਹੜੀਆਂ ਤੁਹਾਨੂੰ ਨਹੀਂ ਕਰਾਈਆਂ ਪੁਰਾਣੇ ਸਟੂਡੈਂਟਸ ਨੂੰ, ਮਤਲਬ ਲੋੜ ਨਹੀਂ ਪੈਂਦੀ ਹੈ ਕੁਆਂਟਸ ਦੇ, ਅਰੀਥਮੈਟਿਕ 'ਚ ਲੋੜ ਨਹੀਂ ਪੈਂਦੀ, DI 'ਚ ਲੋੜ ਪੈਂਦੀ ਹੈ, ਤਾਂ ਉਹ ਥੋੜ੍ਹੀਆਂ ਕੈਲਕੂਲੇਸ਼ਨਸ ਕਰਨ ਲੱਗਾਂਗੇ। ਹਾਂਜੀ, ਆਪਾਂ ਪਰਸੈਂਟੇਜ ਦਾ ਮਤਲਬ ਕੀ ਕੱਢਿਆ? ਪਰਸੈਂਟ ਬੇਸਿਕਲੀ ਕੀ ਹੁੰਦਾ? ਮਤਲਬ ਯਾਰ ਜਦੋਂ ਅਸੀਂ ਸਬਜ਼ੀ ਸੁਬਜੀ, ਮੰਨ ਲਓ ਆਲੂ ਲੈਣ ਗਏ ਬਾਜ਼ਾਰੋਂ, ਆਲੂ ਕੀ ਭਾਅ ਮਿਲਦੇ ਨੇ? ਕਹਿੰਦੇ ਜੀ 50 ਰੁਪਏ ਕਿਲੋ, ₹50 ਪਰ kg। ਪਰ ਸ਼ਬਦ ਅਸੀਂ ਉੱਥੇ ਵੀ ਸੁਣਦੇ ਹਾਂ। ਮੈਂ ਵੇਰਕਾ ਦਾ ਦੁੱਧ ਕਿਵੇਂ ਮਿਲਦਾ? ₹58 ਪਰ ਲੀਟਰ। ਪਰ ਦਾ ਮਤਲਬ ਕੀ ਹੈ ਕਿ 1 ਲੀਟਰ ਪਿੱਛੇ ਇੰਨਾ, 1 ਕਿਲੋ ਪਿੱਛੇ ਇੰਨਾ। ਤਾਂ ਪਰਸੈਂਟ ਦਾ ਮਤਲਬ ਕੀ ਹੈ? ਸੈਂਟ ਪਿੱਛੇ ਇੰਨਾ। ਸੈਂਟ ਸ਼ਬਦ ਕਿੱਥੋਂ ਬਣਦਾ? ਸੈਂਟ ਸ਼ਬਦ ਬਣਦਾ ਤੁਹਾਡਾ ਸੈਂਚੁਰੀ ਤੋਂ। ਮਤ ਤੁਸੀਂ ਕ੍ਰਿਕਟ ਦੇ ਵਿੱਚ ਦੇਖ ਲਓ, 100 ਰਨ ਹੋ ਜਾਣ ਉਹਨੂੰ ਸੈਂਚੁਰੀ ਕਹਿ ਦਿੰਦੇ ਆ। ਸਾਲਾਂ ਦੇ ਵਿੱਚ 10 ਸਾਲ ਨੂੰ ਤਾਂ ਡਿਕੇਡ ਕਹਿੰਦੇ ਆ, 100 ਸਾਲ ਨੂੰ ਸੈਂਚੁਰੀ ਕਹਿ ਦਿੰਦੇ ਆ। ਤਾਂ ਕੋਈ ਵੀ ਚੀਜ਼ 100 ਹੋ ਜਾਂਦੀ ਆ, ਉਹ ਸੈਂਚੁਰੀ ਬਣ ਜਾਂਦੀ ਆ। ਕੋਈ ਵੀ ਚੀਜ਼ 100 ਹੋ ਜੇ, 100 ਹੋ ਜੇ, ਉਹ ਸੈਂਚੁਰੀ ਬਣ ਜਾਂਦੀ ਆ। ਤਾਂ ਸੈਂਚੁਰੀ ਤੋਂ ਹੀ ਤੁਹਾਡਾ ਸੈਂਟ ਬਣਿਆ। ਤਾਂ ਪਰਸੈਂਟ ਕੀ ਹੋ ਗਿਆ? ਕਿਸੇ ਚੀਜ਼ ਨੂੰ 100 ਚੋਂ ਦੇਖਣਾ, 100 ਦੇ ਬਦਲੇ 'ਚ ਕੋਈ ਚੀਜ਼, ਐਨੀਥਿੰਗ ਆਊਟ ਆਫ 100। 100 ਚੋਂ ਦੇਖਣ ਦਾ ਮਤਲਬ ਕੀ ਆ? ਹੁਣ ਮੇਰਾ ਨਾਮ ਅੰਤਰਪ੍ਰੀਤ ਆ, ਮੇਰੇ ਨਾਮ ਨੂੰ 100 ਚੋਂ ਦੇਖ ਸਕਦੇ ਹੋ? ਕਦੇ ਵੀ ਨਹੀਂ। ਨਾਮ ਨੂੰ ਥੋੜੀ 100 ਚੋਂ ਦੇਖੋਗੇ। ਮੇਰੇ ਘਰ ਦੇ ਉੱਤੇ ਲਾਲ ਰੰਗ ਕੀਤਾ ਹੋਇਆ ਹੈਗਾ, ਲਾਲ ਰੰਗ ਨੂੰ 100 ਚੋਂ ਦੇਖ ਸਕਦੇ ਹੋ? ਕਦੇ ਵੀ ਨਹੀਂ।
ਤਾਂ ਕਿਹੜੀ ਚੀਜ਼ ਨੂੰ 100 ਚੋਂ ਦੇਖੋਗੇ? ਨੰਬਰਾਂ ਨੂੰ 100 ਚੋਂ ਦੇਖੋਗੇ। ਤਾਂ ਪਰਸੈਂਟੇਜ ਬੇਸਿਕਲੀ ਨੰਬਰਾਂ ਦੀ ਕੱਢੀ ਜਾਂਦੀ ਹੁੰਦੀ ਆ। ਨੰਬਰਾਂ ਦੀ ਕਿਵੇਂ? ਜਿਵੇਂ ਜਵਾਕ ਦੇ 385 ਨੰਬਰ ਆ ਗਏ ਸੀ 500 ਦੇ ਵਿੱਚੋਂ, ਨੰਬਰਾਂ ਦੀ ਪਰਸੈਂਟੇਜ ਕੱਢੀ। ਤੇ ਪਰਸੈਂਟੇਜ ਕੱਢਣ ਦਾ ਮਤਲਬ ਕੀ ਸੀ? ਕਿਸੇ ਚੀਜ਼ ਨੂੰ 100 ਚੋਂ ਦੇਖਣਾ। ਪਰਸੈਂਟੇਜ ਕੱਢਣ ਦਾ ਮਤਲਬ ਤਾਂ ਸੀਗਾ ਕਿਸੇ ਚੀਜ਼ ਨੂੰ 100 ਚੋਂ ਦੇਖਣਾ, ਪਰ ਬੱਚਾ ਥੋੜੀ 100 ਚੋਂ ਦੇਖ ਰਿਹਾ। ਬੱਚੇ ਨੇ ਤਾਂ ਜਦੋਂ ਆਪਦੇ ਟੋਟਲ ਮਾਰਕਸ ਕੱਢ ਕੇ 385 ਰੱਖ ਲਏ, ਉਹ ਤਾਂ 500 ਚੋਂ ਦੇਖ ਰਿਹਾ ਹੈਗਾ। 500 ਚੋਂ 100 ਆਏ ਨੇ ਉਹਦੇ, ਮਤਲਬ 100 ਨੰਬਰਾਂ ਦੇ 5 ਸਬਜੈਕਟ ਕੁੱਲ 500 ਬਣ ਗਿਆ ਨਾ। 100 ਨੰਬਰਾਂ ਦੇ 5 ਸਬਜੈਕਟ ਕੁੱਲ 500 ਬਣ ਗਿਆ। ਉਹ ਤਾਂ 500 ਚੋਂ ਦੇਖ ਰਿਹਾ ਜਦੋਂ 385 ਬਣ ਰਹੇ ਨੇ। ਤੇ ਪਰਸੈਂਟੇਜ ਦਾ ਮਤਲਬ ਹੁੰਦਾ 100 ਚੋਂ ਦੇਖਣਾ। ਤਾਂ ਉਹਦੇ ਪਰਸੈਂਟੇਜ ਕੀ ਬਣਨਗੇ ਬੱਚੇ ਦੇ? ਮਤਲਬ ਮੈਂ ਇੱਥੇ ਥੋੜਾ ਜਿਹਾ ਲਿਖ ਹੀ ਦਿੰਨਾ ਉਸ ਲਾਈਨ ਨੂੰ। ਬੱਚੇ ਦੇ ਆਏ 385 ਮਾਰਕਸ ਆਊਟ ਆਫ 500, ਤਾਂ ਉਹਦੀ ਪਰਸੈਂਟੇਜ ਕੀ ਬਣ ਗਈ? ਅਸੀਂ ਹੁਣੇ ਦੇਖਿਆ ਕਿ ਪਰਸੈਂਟੇਜ ਹੁੰਦਾ ਕਿਸੇ ਚੀਜ਼ ਨੂੰ 100 ਚੋਂ ਦੇਖਣਾ। ਬੱਚੇ ਦੇ ਮਾਰਕਸ ਨੂੰ ਜਦੋਂ 500 ਚੋਂ ਦੇਖਿਆ ਗਿਆ ਤਾਂ ਉਹਦੇ 385 ਬਣੇ। ਉਹੀ 500 ਜੇ ਕਿਤੇ 100 ਦੇ ਬਰਾਬਰ ਹੋ ਜੇ, 500 ਦੀ ਥਾਂ ਤੇ 100 ਚੋਂ ਦੇਖੀਏ ਤਾਂ ਉਹਦੇ ਮਾਰਕਸ ਕਿੰਨੇ ਬਣ ਜਾਣਗੇ? ਇਹ ਉਹਦੀ ਪਰਸੈਂਟੇਜ ਆ। ਜਿੱਥੇ ਮੈਂ ਕੁਐਸਚਨ ਮਾਰਕ ਮਾਰਤਾ ਕਿ ਬਾਈ ਜਦੋਂ ਤਾਂ 500 ਚੋਂ ਦੇਖੇ ਉਹ ਬਣੇ 385, 500 ਦੀ ਥਾਂ ਤੇ 100 ਚੋਂ ਦੇਖੀਏ, ਟੋਟਲ ਨੂੰ 100 ਬਣਾ ਕੇ ਦੇਖੀਏ ਤਾਂ ਉਹਦੇ ਮਾਰਕਸ ਕੀ ਬਣ ਜਾਣਗੇ? ਇਹ ਉਹਦੀ ਪਰਸੈਂਟੇਜ ਆ। ਐਨੀਥਿੰਗ ਆਊਟ ਆਫ 100 ਵਾ ਉਸੇ ਪ੍ਰਪੋਰਸ਼ਨ ਚ ਰਹਿ ਕੇ, ਜੇ ਕੋਈ ਚੀਜ਼ ਟੋਟਲ ਅਸਲ ਚ ਜਿੰਨਾ ਮਰਜ਼ੀ ਹੋਵੇ, ਅਸਲ ਚ ਟੋਟਲ ਜਿੰਨਾ ਮਰਜ਼ੀ ਹੋਵੇ, ਜੇ ਉਹ ਟੋਟਲ 100 ਦੇ ਬਰਾਬਰ ਹੋ ਜੇ ਤਾਂ ਉਹ ਬਾਈ ਜਿਹੜੇ ਹਿੱਸੇ ਦੀ ਆਪਾਂ ਪਰਸੈਂਟੇਜ ਦੇਖਣੀ ਆ ਉਹ ਹਿੱਸਾ ਕੀ ਬਣ ਜਾਊਗਾ? ਇਹ ਪਰਸੈਂਟੇਜ ਆ। ਤਾਂ ਪਰਸੈਂਟੇਜ ਕੱਢਣ ਦਾ ਤਰੀਕਾ ਕੀ ਸੀਗਾ ਜਿਹੜਾ ਉਹ ਬੱਚੇ ਨੇ ਅਪਣਾਇਆ? ਪਰਸੈਂਟੇਜ ਹਮੇਸ਼ਾ ਕੀ ਹੁੰਦੀ ਆ? ਆਪਣੇ ਆਪ ਚ ਕੁਛ ਓਕੇ, ਮੈਂ ਤੁਹਾਨੂੰ ਪਰਸੈਂਟੇਜ ਦਾ ਮਾੜਾ ਜਿਹਾ ਇਹ ਦੱਸ ਦਿੰਨਾਗਾ। ਮੈਂ ਤੁਹਾਨੂੰ ਕਹਾਂ ਯਾਰ ਵੀ 70% ਦੀ ਵੈਲਿਊ ਕੱਢੋ, ਮੈਂ ਤੁਹਾਨੂੰ ਕਹਾਂ ਚਲੋ ਜੀ ਕਮੈਂਟ ਕਰੋ 70% ਦੀ ਵੈਲਿਊ ਕੱਢੋ, ਤੁਸੀਂ ਝਾਕਦੇ ਰਹਿ ਜਾਓਗੇ ਵੀ ਕਾਹਦਾ 70%। ਮੈਂ ਤੁਹਾਨੂੰ ਕਹਾਂ ਮੇਰੇ ਡਿਗਰੀ ਦੇ ਵਿੱਚ 70% ਨੇ, ਦੱਸੋ ਮੇਰੇ ਕਿੰਨੇ ਮਾਰਕਸ ਬਣੇ? ਮੇਰੇ ਡਿਗਰੀ ਚ 70% ਨੇ, ਕਿੰਨੇ ਮਾਰਕਸ ਬਣੇ? ਕੋਈ ਨਹੀਂ ਦੱਸ ਸਕਦਾ। ਕਿਉਂ ਨਹੀਂ ਦੱਸ ਸਕਦਾ? ਤੁਸੀਂ ਸੋਚੋਗੇ 70% ਤਾਂ ਯਾਰ ਹੈਗੇ ਨੇ, ਕਾਹਦੇ ਚੋਂ ਨੇ, ਕਿੰਨਿਆਂ ਚੋਂ ਨੇ? ਸਾਨੂੰ ਕੀ ਪਤਾ ਡਿਗਰੀ ਤੇਰੀ 500 ਦੇ ਵਿੱਚੋਂ ਹੈ ਕਿ ਡਿਗਰੀ ਤੇਰੀ 2500 ਦੇ ਵਿੱਚੋਂ, ਕਿ ਡਿਗਰੀ 6000 ਦੇ ਵਿੱਚੋਂ ਆ। ਤਾਂ ਜਿੰਨੀ ਦੇਰ ਸਾਨੂੰ ਟੋਟਲ ਨਹੀਂ ਪਤਾ, ਉਹ ਚੋਂ 70% ਕੀ ਬਣੂਗਾ, 72% ਕੀ ਬਣੂ ਜਾਂ 65% ਕੀ ਬਣਿਆ ਸੀ, ਉਹ ਆਪਾਂ ਨੂੰ ਕੁਝ ਨਹੀਂ ਪਤਾ। ਤਾਂ ਕੋਈ ਵੀ ਪਰਸੈਂਟ ਵੈਲਿਊ ਆਪਣੇ ਆਪ 'ਚ ਖਾਲੀ ਕੁਝ ਨਹੀਂ ਹੈਗੀ। ਕੋਈ ਵੀ ਪਰਸੈਂਟ ਵੈਲਿਊ ਆਪਣੇ ਆਪ 'ਚ ਕੁਝ ਨਹੀਂ ਹੈਗੀ। ਜੇ ਮੈਂ ਕਹਿ ਰਿਹਾ 70% ਦੱਸੋ ਕੀ ਬਣੂਗਾ, ਕੋਈ ਨਹੀਂ ਦੱਸ ਸਕਦਾ। ਜੇ ਮੈਂ ਕਹਾਂ ਮੇਰੇ ਡਿਗਰੀ ਦੇ ਟੋਟਲ 6000 ਨੰਬਰ ਨੇ, ਉਹ ਚੋਂ 70% ਦੱਸੋ ਕੀ ਬਣਿਆ, ਬੜੇ ਆਰਾਮ ਨਾਲ ਦੱਸ ਦੋਗੇ 6000 ਦਾ 70% ਕੱਢ ਕੇ। ਜੇ ਮੈਂ ਕਹਾਂ ਯੂਪੀ ਦੇ ਵਿੱਚ ਕੁੱਲ 400 ਸੀਟਾਂ ਨੇ, ਜਿਹਦੇ ਵਿੱਚੋਂ ਮਾਇਆਵਤੀ 30% ਸੀਟਾਂ ਲੈ ਗਈ, ਤਾਂ ਨੰਬਰ ਆਫ ਸੀਟਾਂ ਦੱਸੋ, ਤੁਸੀਂ ਬੜੇ ਆਰਾਮ ਨਾਲ 400 ਦਾ 30% ਕੱਢ ਲਓਗੇ। ਜੇ ਮੈਂ ਉਹ ਕਹਦਾ ਵੀ ਯਾਰ ਮਾਇਆਵਤੀ ਨੂੰ 30% ਸੀਟਾਂ ਆ ਗਈਆਂ, ਦੱਸੋ ਕਿੰਨੀਆਂ ਬਣੀਆਂ, ਕੋਈ ਨਹੀਂ ਦੱਸ ਸਕਦਾ। ਕਾਹਦਾ 30%? ਫੇਰ ਕਲੀਅਰ ਹੋ ਜਾਊਗਾ ਵੀ ਭਾਈ ਇੰਨੇ ਦਾ 30%, ਉਹ ਕੈਲਕੂਲੇਟ ਕਰ ਲਾਂਗੇ। ਉਸੇ ਤਰ੍ਹਾਂ ਪਰਸੈਂਟੇਜ ਜੇ ਕੈਲਕੂਲੇਟ ਕਰਨੀ ਹੈ, ਪਰਸੈਂਟੇਜ ਤੋਂ ਵੈਲਿਊ ਕੱਢਣੀ ਜਾਂ ਵੈਲਿਊ ਤੋਂ ਪਰਸੈਂਟੇਜ ਕੱਢਣੀ, ਉਹ ਤਾਂ ਹੀ ਪੋਸੀਬਲ ਹੋਊਗਾ ਜੇ ਸਾਡੇ ਕੋਲ ਟੋਟਲ ਹੋਊਗਾ। ਸਾਡੀ ਪਰਸੈਂਟੇਜ ਕਿਵੇਂ ਨਿਕਲੀ? ਜੇ ਟੋਟਲ ਨਾ ਹੋਵੇ। ਬੱਚੇ ਦੇ 385 ਨੰਬਰ ਆ ਗਏ, ਦੱਸੋ ਜੀ ਕਿੰਨੇ ਪਰਸੈਂਟ ਬਣੇ? ਜਮਾਂ ਨਹੀਂ ਦੱਸ ਸਕਦੇ। 385 ਕਿੰਨੇ ਚੋਂ ਆਏ? 400 ਚੋਂ ਆਏ, 600 ਚੋਂ ਆਏ, 450 ਚੋਂ ਜਾਂ 500 ਚੋਂ, ਕਿੰਨੇ ਚੋਂ ਆਏ ਨਹੀਂ ਦੱਸ ਸਕਦੇ। ਅਸੀਂ ਬੱਚੇ ਦੇ ਪਰਸੈਂਟੇਜ ਉਦੋਂ ਹੀ ਦੱਸਾਂਗੇ ਨਾ ਜਦੋਂ ਟੋਟਲ 100 ਬਣਾਵਾਂਗੇ। ਤਾਂ ਟੋਟਲ ਐਕਚੁਅਲ ਦੇ ਵਿੱਚ ਪਤਾ ਹੋਣਾ ਚਾਹੀਦਾ ਕਿੰਨਾ। ਤਾਂ ਟੋਟਲ 100 ਬਣਾਉਣ ਦੇ ਲਈ ਐਕਚੁਅਲ ਟੋਟਲ ਕੀ ਆ? 500। ਤਾਂ ਬੱਚੇ ਦੇ ਪਰਸੈਂਟੇਜ ਕੀ ਬਣ ਜਾਣਗੇ? 385 ਨੂੰ 500 ਚੋਂ ਦੇਖਣਾ ਹੈ। 385 ਨੂੰ 500 ਚੋਂ ਦੇਖਿਆ, ਇੰਨਾ ਬਣ ਗਿਆ 385/500। ਯਾਰ ਆ ਜਿਹੜਾ ਸਾਈਨ ਹੈ ਨਾ, ਆ ਜਿਹੜਾ ਤੁਸੀਂ ਐ ਜੇ ਬੋਲ ਦਿੰਦੇ ਹੋ 2/3, ਅੰਗਰੇਜ਼ੀ 'ਚ ਤੁਸੀਂ ਇਹਨੂੰ 2/3 ਬੋਲ ਦਿੰਦੇ ਹੋ, ਪੰਜਾਬੀ 'ਚ ਤੁਸੀਂ ਇਹਨੂੰ 2/3 ਬੋਲ ਦਿੰਦੇ ਹੋ। ਆ ਬਿਲਕੁਲ ਠੀਕ ਹੈ, 2/3 ਬਿਲਕੁਲ ਠੀਕ ਆ, 2/3 ਬਿਲਕੁਲ ਠੀਕ ਆ, ਪਰ ਇਹਦਾ ਮਤਲਬ ਕੀ ਹੈ? ਇਹਨੂੰ ਬੋਲਿਆ ਕਿਵੇਂ ਜਾਂਦਾ ਹੈ ਉਹ ਅੱਡ ਗੱਲ ਹੈ। 2/3, 2/3, ਪਰ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ 2 ਆਊਟ ਆਫ 3, 3 ਦੇ ਵਿੱਚੋਂ 2 ਹਿੱਸੇ, 3 ਦੇ ਵਿੱਚੋਂ 2 ਹਿੱਸੇ। ਇਹਦਾ ਮਤਲਬ ਹਮੇਸ਼ਾ ਇਹ ਹੁੰਦਾ। ਤਾਂ ਜਿਵੇਂ 3 ਦੇ ਵਿੱਚੋਂ 2 ਹਿੱਸੇ, ਤਾਂ ਉਵੇਂ 500 ਦੇ ਵਿੱਚੋਂ 385 ਨੰਬਰ। ਜਿਹਦੀ ਤੁਸੀਂ ਪਰਸੈਂਟੇਜ ਕੱਢਣੀ ਆ ਉਹ ਉੱਪਰ ਲਿਖਿਆ ਜਾਊਗਾ, ਜੋ ਉਹਦਾ ਟੋਟਲ ਹੈ ਉਹ ਥੱਲੇ, ਤੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਤੁਸੀਂ ਕਰਨਾ ਹੀ ਹੁੰਦਾ। ਇੰਨੇ ਪਰਸੈਂਟ ਆ ਜਾਣਗੇ। ਇਹ ਤੁਸੀਂ ਕੈਲਕੂਲੇਟ ਕਰ ਹੀ ਲਿਆ ਸੀ, 77% ਬਣੇ ਸੀਗੇ, ਤਾਂ ਇੰਨੇ ਪਰਸੈਂਟ ਆ ਜਾਣਗੇ। ਤਾਂ ਪਰਸੈਂਟੇਜ ਕਿਵੇਂ ਨਿਕਲਿਆ? ਪਰਸੈਂਟੇਜ ਨਿਕਲਿਆ ਇੱਕ ਕੰਪੈਰੀਜ਼ਨ ਕਰਕੇ। ਆ ਮੈਂ ਜਿਹੜਾ ਸ਼ਬਦ ਲਿਖ ਰਿਹਾ ਕੰਪੈਰੀਜ਼ਨ,
ਮੈਂ ਸਾਰੀ ਉਮਰ ਨਹੀਂ ਭੁੱਲਣਾ ਹੈਗਾ ਜਿੰਨੀ ਦੇਰ ਤੱਕ ਤੁਸੀਂ ਕੋਈ ਨਾ ਕੋਈ ਪੇਪਰ ਦੇਣਾ ਹੈਗਾ ਜਿਹਦੇ ਵਿੱਚ ਕੁਆਂਟਸ ਡੀਆਈ ਕੁਛ ਹੋਣਾ। ਆਹ ਨਹੀਂ ਚੀਜ਼ ਭੁੱਲਣੀ ਵੀ ਭਾਈ ਪਰਸੈਂਟੇਜ ਕੱਢਣ ਦਾ ਮਤਲਬ ਕੀ ਹੁੰਦਾ, ਕੰਪੈਰੀਜ਼ਨ ਕਰਨਾ। ਕਾਹਦਾ ਕੰਪੈਰੀਜ਼ਨ? ਜਿਹਦੀ ਪਰਸੈਂਟੇਜ ਕੱਢਣੀ ਆ ਉਹਦਾ ਕੰਪੈਰੀਜ਼ਨ ਕਰਨਾ, ਉਹਨੂੰ ਉੱਪਰ ਲਿਖ ਲੈਣਾ, ਉਹਨੂੰ ਉੱਪਰ ਲਿਖ ਲੈਣਾ ਤੇ ਥੱਲੇ ਜਿਹਦੇ ਨਾਲ ਕੰਪੈਰੀਜ਼ਨ ਹੋ ਰਿਹਾ ਜੋ ਵੀ ਉਹਦਾ ਟੋਟਲ ਹੈ ਜਿੰਨੇ ਦੇ ਵਿੱਚੋਂ 385 ਆਏ ਉਹਨੂੰ ਥੱਲੇ ਲਿਖ ਲੈਣਾ। ਇਹ ਤੁਹਾਡੀ ਪਰਸੈਂਟੇਜ ਬਣਦੀ ਆ। ਤਾਂ ਪਰਸੈਂਟੇਜ ਕੱਢਣ ਦਾ ਮਤਲਬ ਹਮੇਸ਼ਾ ਯਾਦ ਰੱਖਣਾ, ਪਰਸੈਂਟੇਜ ਕੱਢਣ ਦਾ ਮਤਲਬ ਕੰਪੈਰੀਜ਼ਨ ਕਰਨਾ। ਤੇ ਕੰਪੈਰੀਜ਼ਨ ਕਿਵੇਂ ਹੋਊਗਾ? ਜਿਹਦੀ ਪਰਸੈਂਟੇਜ ਕੈਲਕੂਲੇਟ ਕਰਨੀ ਆ, ਬੱਚੇ ਦੇ 385 ਨੰਬਰ ਆਏ ਨਾ ਤਾਂ ਤੁਸੀਂ 385 ਦੀ ਪਰਸੈਂਟੇਜ ਕੱਢੋਗੇ ਤਾਂ 385 ਉੱਪਰ ਰੱਖ ਲੈਣਾ। ਕਿੰਨੇ ਚੋਂ ਆਏ 385? ਇਹਦਾ ਟੋਟਲ ਕੀ ਆ? 500। 500 ਥੱਲੇ ਰੱਖ ਕੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100, ਕਿਉਂਕਿ ਪਰਸੈਂਟੇਜ ਕੱਢਣ ਦਾ ਮਤਲਬ ਹੀ ਇਹ ਹੈ ਕਿ ਟੋਟਲ ਨੂੰ 100 ਬਣਾਉਣਾ ਹੈ, ਤਾਂ ਇਸ ਕਰਕੇ ਮਲਟੀਪਲਾਈ 100 ਤਾਂ ਕਰਨਾ ਹੀ ਕਰਨਾ ਹੁੰਦਾ ਹੈਗਾ। ਤਾਂ ਇਹ ਹੋ ਗਿਆ ਸਾਡਾ ਪਰਸੈਂਟੇਜ ਕੱਢਣ ਦਾ ਮਤਲਬ। ਹੁਣ ਮੈਂ ਤੁਹਾਨੂੰ ਹੋਰ ਉਦਾਹਰਨ ਪੁੱਛ ਲੈਣਾ। ਮੰਨ ਲਓ ਪੰਜਾਬ ਦੀ ਆਬਾਦੀ 2 ਕਰੋੜ ਹੈ। ਮੰਨ ਲਓ ਪੰਜਾਬ ਦੀ ਆਬਾਦੀ 2 ਕਰੋੜ ਹੈ, ਜਿਹਦੇ ਵਿੱਚੋਂ 40 ਲੱਖ ਬੰਦਾ ਬਾਰਡਰਾਂ ਤੇ ਬੈਠਾ ਹੈਗਾ, ਸਿੰਘੂ ਟਿੱਕਰੀ। ਤਾਂ ਦੱਸੋ ਕਿੰਨੇ ਪਰਸੈਂਟ ਪੰਜਾਬ ਦੇ ਲੋਕ ਬਾਰਡਰਾਂ ਤੇ ਬੈਠੇ ਨੇ? ਤਾਂ ਕਿੰਨੇ ਪਰਸੈਂਟ ਲੋਕ, ਕਿੰਨੇ ਪਰਸੈਂਟ ਲੋਕ ਬਾਰਡਰਾਂ ਤੇ ਬੈਠੇ ਨੇ? ਨੰਬਰ ਦੇ ਵਿੱਚ ਕੀ ਹੈ? ਕੁੱਲ 2 ਕਰੋੜ ਦੀ ਆਬਾਦੀ ਹੈ ਜਿਹ ਚੋਂ 40 ਲੱਖ ਬੰਦਾ ਬਾਰਡਰਾਂ ਤੇ ਬੈਠਾ ਹੈਗਾ। ਐਗਜ਼ਾਮੀਨਰ ਕਹਿੰਦਾ ਯਾਰ ਪਰਸੈਂਟੇਜ ਦੇ ਵਿੱਚ ਦੱਸੋ ਕਿੰਨੇ ਪਰਸੈਂਟ ਲੋਕ ਬਾਰਡਰਾਂ ਤੇ ਬੈਠੇ ਨੇ। ਵਟ ਪਰਸੈਂਟ ਆਫ, ਅੰਗਰੇਜ਼ੀ ਦੇ ਵਿੱਚ ਕੀ ਬਣ ਜੂ? ਵਟ ਪਰਸੈਂਟ ਆਫ ਪੰਜਾਬਸ ਟੋਟਲ ਪਾਪੂਲੇਸ਼ਨ ਲਾਈਜ਼ ਔਨ ਦੀ ਸਟੇਟ ਬਾਰਡਰਸ। ਉਹ ਤਾਂ ਸੈਂਟਰ ਦੂਜੇ ਬਾਰਡਰ ਨੇ, ਖੈਰ ਦਿੱਲੀ ਬਾਰਡਰ। ਮੈਂ ਪੰਜਾਬ ਦੀ ਟੋਟਲ ਪਾਪੂਲੇਸ਼ਨ ਚੋਂ ਕਿੰਨੇ ਪਰਸੈਂਟ ਲੋਕ ਬਾਰਡਰਾਂ ਤੇ ਬੈਠੇ ਨੇ, ਅਸੀਂ ਪਰਸੈਂਟੇਜ ਕੱਢਣੀ ਆ। ਮੈਂ ਤੁਹਾਨੂੰ ਹੁਣੇ ਕੀ ਕਿਹਾ ਸੀ? ਪਰਸੈਂਟੇਜ ਕੱਢਣ ਦਾ ਮਤਲਬ ਕੰਪੈਰੀਜ਼ਨ ਕਰਨਾ। ਤਾਂ ਅਸੀਂ ਕੰਪੈਰੀਜ਼ਨ ਕਰਾਂਗੇ। ਕੰਪੈਰੀਜ਼ਨ ਤੋਂ ਪਹਿਲਾਂ ਮੈਂ ਕਿਹਾ ਯਾਰ ਤੁਸੀਂ ਇੱਕ ਵਾਰ ਭੁੱਲ ਜਾਓ ਵੀ ਤੁਸੀਂ ਪਰਸੈਂਟੇਜ ਕੱਢਣੀ ਆ। ਐਗਜ਼ਾਮੀਨਰ ਤਾਂ ਸਾਨੂੰ ਪਰਸੈਂਟੇਜ ਕੱਢਣ ਨੂੰ ਕਹਿ ਰਿਹਾ ਹੈ ਨਾ, ਵੀ ਕਿੰਨੇ ਪਰਸੈਂਟ ਲੋਕ ਬਾਰਡਰਾਂ ਤੇ ਬੈਠੇ ਨੇ। ਤੁਸੀਂ ਪਰਸੈਂਟੇਜ ਛੱਡੋ, ਵੈਸੇ ਦੱਸੋ ਕਿੰਨੇ ਲੋਕ ਬਾਰਡਰਾਂ ਤੇ ਬੈਠੇ ਨੇ। ਜੇ ਐਗਜ਼ਾਮੀਨਰ ਸਾਨੂੰ ਪਰਸੈਂਟੇਜ ਛੱਡ ਕੇ ਗਿਣਤੀ 'ਚ ਕਹੇ ਯਾਰ ਕਿੰਨੇ ਲੋਕ ਬਾਰਡਰਾਂ ਤੇ ਬੈਠੇ ਨੇ, ਤੁਸੀਂ ਬੜੇ ਆਰਾਮ ਨਾਲ 40 ਲੱਖ ਲਿਖ ਦੋਗੇ ਜੀ, 40 ਲੱਖ ਬੰਦਾ ਬਾਰਡਰ ਤੇ ਬੈਠਾ ਹੈਗਾ। ਪਰ ਐਗਜ਼ਾਮੀਨਰ ਕਹਿੰਦਾ ਪਰਸੈਂਟੇਜ 'ਚ ਦੱਸੋ, ਤੇ ਪਰਸੈਂਟੇਜ ਦਾ ਮਤਲਬ ਅਸੀਂ 40 ਲੱਖ ਨੂੰ ਕੰਪੇਅਰ ਕਰਾਂਗੇ। ਤਾਂ 40 ਲੱਖ ਨੂੰ ਕਿਹਦੇ ਨਾਲ ਕੰਪੇਅਰ ਕਰਾਂਗੇ? ਮੇਰੀ ਤਨਖਾਹ ਦੇ ਨਾਲ ਕੰਪੇਅਰ ਕਰਾਂਗੇ। ਕੀ 40 ਲੱਖ ਨੂੰ ਮੇਰੀ ਤਨਖਾਹ ਦੇ ਨਾਲ ਕੰਪੇਅਰ ਕਰਾਂਗੇ? ਬਿਲਕੁਲ ਨਹੀਂ। 40 ਲੱਖ ਨੂੰ ਕਿਹਦੇ ਨਾਲ ਕੰਪੇਅਰ ਕਰਾਂਗੇ? 40 ਲੱਖ ਨੂੰ ਕੰਪੇਅਰ ਕਰਾਂਗੇ ਜਿੰਨੇ ਚੋਂ 40 ਲੱਖ ਬਾਰਡਰਾਂ ਤੇ ਬੈਠਾ। 2 ਕਰੋੜ ਚੋਂ 40 ਲੱਖ ਬੈਠਾ ਬਾਰਡਰਾਂ ਤੇ, ਤਾਂ 2 ਕਰੋੜ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਨਾ ਹੀ ਕਰਨਾ ਹੁੰਦਾ। ਪਰਸੈਂਟੇਜ ਕੱਢਣ ਦਾ ਮਤਲਬ ਹੀ ਆਊਟ ਆਫ 100 ਹੁੰਦਾ। ਤਾਂ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਨਾ ਹੀ ਕਰਨਾ। ਤਾਂ ਕੱਟਣਾ ਕਿਵੇਂ ਹੈ? 22 ਬਣ ਕੇ 40/2 ਨਾ ਕਰਨ ਲੱਗ ਜਿਓ। ਉੱਪਰ ਜਦੋਂ ਲੱਖਾਂ 'ਚ ਵੈਲਿਊ ਹੈ ਤਾਂ ਹੇਠਾਂ ਵੀ ਲੱਖਾਂ 'ਚ ਹੋਣੀ ਚਾਹੀਦੀ ਹੈ, ਫਿਰ ਲੱਖ ਤੇ ਲੱਖ ਕੱਟੇ ਜਾਣਗੇ। ਲੱਖ ਤੇ ਕਰੋੜ ਨਹੀਂ ਨਾ ਕੱਟੇ ਜਾਣੇ। ਮੈਂ ਲੱਖ ਤੇ ਕਰੋੜ ਨੂੰ ਕੱਟ ਸਕਦੇ ਹੋ। 1 ਕਰੋੜ 100 ਲੱਖ ਦੇ ਬਰਾਬਰ ਹੁੰਦਾ। ਤਾਂ ਜਿਹੜਾ 2 ਕਰੋੜ ਆ ਉਹਨੂੰ ਬੇਸਿਕਲੀ 200 ਲੱਖ ਲਿਖ ਲਓ। ਤਾਂ ਉੱਪਰ ਵੀ ਲੱਖ ਹੈ, ਥੱਲੇ ਵੀ ਲੱਖ ਹੈ। ਲੱਖ ਤੇ ਲੱਖ ਕੱਟਿਆ ਗਿਆ, 40/200। 40 ਤੇ 200 ਕੀ ਆ ਗਿਆ? 1/5 ਆ ਗਿਆ। ਉਹ ਪਰਲਾ 100 ਰੱਖੋ, ਕੱਟ ਦੋ 5 ਦੇ ਨਾਲ, 20% ਆਨਸਰ ਆ ਗਿਆ। 20% ਆਨਸਰ ਆ ਗਿਆ। ਤਾਂ ਪਰਸੈਂਟੇਜ ਬੇਸਿਕਲੀ ਕੀ ਆ? ਕੰਪੈਰੀਜ਼ਨ ਆ। ਜਿਹਦੀ ਵੀ ਪਰਸੈਂਟੇਜ ਕੱਢਣੀ ਸੀ ਉਹਨੂੰ ਕੰਪੇਅਰ ਕੀਤਾ ਉਹਦੇ ਟੋਟਲ ਦੇ ਨਾਲ। ਤੇ ਉਹ ਕੰਪੈਰੀਜ਼ਨ ਕਿਵੇਂ ਹੋਇਆ? ਜਿਹਦੀ ਪਰਸੈਂਟੇਜ ਕੱਢਣੀ ਆ ਉਹਨੂੰ ਉੱਪਰ ਲਿਖਿਆ, ਜਿੰਨੇ ਚੋਂ 40 ਲੱਖ ਹਿੱਸਾ ਆਇਆ ਜੋ ਉਹਦਾ ਟੋਟਲ ਹੈ ਉਹ 2 ਕਰੋੜ ਥੱਲੇ ਲਿਖਿਆ, ਤੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਨਾ ਹੀ ਕਰਨਾ ਹੁੰਦਾ ਹੈ। ਮੈਂ ਇਹ ਤੋਂ ਬਿਨਾਂ ਇੱਕ ਹੋਰ ਐਗਜ਼ਾਮਪਲ ਲੈ ਲੈਣਾ, ਫਿਰ ਪਰਸੈਂਟੇਜ ਦਾ ਥੋੜਾ ਜਿਹਾ ਆਗਾ ਆਪਾਂ ਕੈਲਕੂਲੇਸ਼ਨ ਹੋਰ ਦੇਖ ਦੇਵਾਂਗੇ। ਮੰਨ ਲਓ ਯਾਰ ਪੂਰੇ ਦਿਨ ਦੇ ਵਿੱਚ ਤੁਹਾਡੇ ਬਿਜਲੀ ਦੇ ਕੱਟ ਲੱਗਦੇ ਨੇ। ਇੱਕ ਤਾਂ ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ, 8:30 ਤੋਂ ਲੈ ਕੇ 10:30 ਤੱਕ ਲੱਗ ਜਾਂਦਾ ਇੱਕ ਕੱਟ। ਇੱਕ ਸਵੇਰੇ 8 ਤੋਂ ਲੈ ਕੇ 10:30 ਤੱਕ ਬਿਜਲੀ ਦਾ ਕੱਟ ਲੱਗ ਜਾਂਦਾ। ਇੱਕ ਦੁਪਹਿਰੇ 12 ਤੋਂ 2 ਲੱਗ ਜਾਂਦਾ। ਇੱਕ ਸ਼ਾਮ ਨੂੰ 5 ਤੋਂ ਲੈ ਕੇ 6:30 ਤੱਕ ਲੱਗ ਜਾਂਦਾ। ਇੱਕ ਫਿਰ ਕਹਿੰਦੇ ਰਾਤ ਨੂੰ 10 ਤੋਂ 11 ਵੀ ਸੌਣ ਲੱਗੇ ਕੱਟ ਲੱਗਦਾ। ਤਾਂ ਦਿਨ 'ਚ ਆ 4 ਬਿਜਲੀ ਦੇ ਕੱਟ ਲੱਗਦੇ ਨੇ। ਸਾਨੂੰ ਐਗਜ਼ਾਮੀਨਰ ਕਹਿੰਦਾ ਪਰਸੈਂਟੇਜ ਦੇ ਵਿੱਚ ਦੱਸੋ ਪੂਰੇ ਦਿਨ 'ਚ ਕਿੰਨਾ ਸਮਾਂ ਬਿਜਲੀ ਨਹੀਂ ਰਹਿੰਦੀ। ਵਟ ਪਰਸੈਂਟ ਆਫ ਦਾ ਹੋਲ ਡੇ, ਵਟ ਪਰਸੈਂਟ ਆਫ ਅ ਡੇ ਦਾ ਲਾਈਟ ਹੈਜ਼ ਬਿਨ, ਦਾ ਇਲੈਕਟ੍ਰਿਸਿਟੀ ਹੈਜ਼ ਬਿਨ ਕੱਟ ਆਫ। ਤਾਂ ਪੂਰੇ ਦਿਨ ਦਾ ਕਿੰਨੇ ਪਰਸੈਂਟ ਸਮਾਂ ਬਿਜਲੀ ਬੰਦ ਰਹਿੰਦੀ ਆ। ਸਾਨੂੰ ਪਰਸੈਂਟੇਜ ਪੁੱਛ ਲੈਣਾ, ਵਟ ਪਰਸੈਂਟ ਆਫ ਅ ਡੇ।
ਕਿੰਨੇ ਪਰਸੈਂਟ ਸਮਾਂ। ਮੈਂ ਕਿਹਾ ਯਾਰ ਪਰਸੈਂਟੇਜ ਨੂੰ ਗੋਲੀ ਮਾਰੋ, ਤੁਸੀਂ ਵੈਸੇ ਦੱਸੋ ਯਾਰ ਕਿੰਨਾ ਸਮਾਂ ਬੰਦ ਰਹਿੰਦੀ ਹੈ। ਜੇ ਐਗਜ਼ਾਮੀਨਰ ਸਾਨੂੰ ਪਰਸੈਂਟੇਜ 'ਚ ਨਾ ਪੁੱਛਦਾ, ਉਹੀ ਪੁੱਛ ਲੈਂਦਾ ਯਾਰ ਵੀ ਕਿੰਨਾ ਸਮਾਂ ਬੰਦ ਰਹਿੰਦੀ ਹੈ, ਅਸੀਂ ਗਿਣਤੀ 'ਚ ਦੱਸ ਦਿੰਦੇ ਯਾਰ ਇੰਨੇ ਘੰਟੇ ਬੰਦ ਰਹਿੰਦੀ ਹੈ। ਕਿੰਨੇ ਘੰਟੇ? 10 ਤੋਂ 8 ਤੋਂ 10:30, 2.5 ਘੰਟੇ, 12 ਤੋਂ 2, 2 ਘੰਟੇ, 5 ਤੋਂ 6.5, 1.5 ਘੰਟਾ, 10 ਤੋਂ 11, 1 ਘੰਟਾ, 2.5 ਤੇ 1.5, 4 ਤੇ 2, 6 ਤੇ 1, 7 ਘੰਟੇ। ਤਾਂ ਪੂਰੇ ਦਿਨ 'ਚ 7 ਘੰਟੇ ਬਿਜਲੀ ਬੰਦ ਰਹੀ। ਆਹ 10 ਤੋਂ 12 ਹੀ ਲਾ ਲਓ ਯਾਰ, 8 ਘੰਟੇ ਬਿਜਲੀ ਬੰਦ ਰਹੀ। ਪੂਰੇ ਦਿਨ 'ਚ 8 ਘੰਟੇ ਬਿਜਲੀ ਬੰਦ ਰਹੀ। ਜੇ ਐਗਜ਼ਾਮੀਨਰ ਨੇ ਸਾਨੂੰ ਪਰਸੈਂਟੇਜ ਦੇ ਵਿੱਚ ਨਾ ਪੁੱਛਿਆ ਹੁੰਦਾ, ਉਹੀ ਪੁੱਛਿਆ ਹੁੰਦਾ ਯਾਰ ਵੀ ਦੱਸੋ ਦਿਨ 'ਚ ਕਿੰਨੇ ਘੰਟੇ ਬਿਜਲੀ ਬੰਦ ਰਹੀ, ਤਾਂ ਤੁਸੀਂ 8 ਘੰਟੇ ਕਹਿ ਦਿੰਦੇ। ਫਿਰ ਤਾਂ ਤੁਸੀਂ 8 ਘੰਟੇ ਕਹਿ ਦਿੰਦੇ ਨਾ, ਪਰ ਐਗਜ਼ਾਮੀਨਰ ਕਹਿੰਦਾ ਬਾਈ ਪਰਸੈਂਟੇਜ 'ਚ ਦੱਸੋ। ਤੇ ਜਦੋਂ ਤੁਸੀਂ ਪੜ੍ਹ ਲਿਆ ਨਾ ਵੀ ਐਗਜ਼ਾਮੀਨਰ ਨੇ ਸਾਡੇ ਕੋਲੋਂ ਕੁਝ ਪਰਸੈਂਟੇਜ 'ਚ ਪੁੱਛ ਲਿਆ, ਚੁੱਪ ਕਰਕੇ ਕੰਪੈਰੀਜ਼ਨ ਹੋਊਗਾ ਜੀ। ਪਰਸੈਂਟੇਜ ਦਾ ਮਤਲਬ ਹੀ ਹੈ ਕੰਪੈਰੀਜ਼ਨ ਹੋਊਗਾ। ਤਾਂ 8 ਘੰਟਿਆਂ ਦਾ ਕੰਪੈਰੀਜ਼ਨ ਹੋਊਗਾ। 8 ਘੰਟਿਆਂ ਦਾ ਕੰਪੈਰੀਜ਼ਨ ਕਿਹਦੇ ਨਾਲ ਹੋਊਗਾ? ਬਠਿੰਡੇ ਦੀ ਆਬਾਦੀ ਦੇ ਨਾਲ ਹੋਊਗਾ? ਬਿਲਕੁਲ ਵੀ ਨਹੀਂ। ਕਾਹਦੇ ਨਾਲ ਹੋਊਗਾ? 8 ਘੰਟੇ ਕਿੰਨੇ ਚੋਂ? ਉਹਨੇ ਕੀ ਕਿਹਾ? what percent of a day, ਪੂਰੇ ਦਿਨ ਚੋਂ ਕਿੰਨਾ ਸਮਾਂ ਬਿਜਲੀ ਬੰਦ ਰਹੀ, ਪਰਸੈਂਟੇਜ 'ਚ ਦੱਸੋ। ਤਾਂ 8 ਘੰਟੇ ਬਿਜਲੀ ਬੰਦ ਰਹੀ, ਕਿੰਨੇ ਚੋਂ? ਪੂਰੇ ਦਿਨ ਚੋਂ, 24 ਘੰਟਿਆਂ ਚੋਂ। ਬਾਈ ਬਣ ਕੇ ਇੱਕ ਦਿਨ ਨਾਲ ਲਿਖ ਦਿਓ। ਉੱਪਰ 8 ਘੰਟੇ ਨੇ ਤਾਂ ਥੱਲੇ ਇੱਕ ਦਿਨ ਨਾਲ ਨਹੀਂ ਸਰਨਾ ਹੈਗਾ, ਥੱਲੇ ਵੀ ਘੰਟੇ ਹੋਣੇ ਚਾਹੀਦੇ। ਤਾਂ 8/24 ਤੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100, ਤਾਂ ਤੁਸੀਂ ਸਹੁੰ ਖਾ ਕੇ ਰੱਖੋ ਵੀ ਉਹ ਤਾਂ ਲਿਖਣਾ ਹੀ ਲਿਖਣਾ। 8/24 ਦੇ ਨਾਲ 100 ਲੱਗੂ। 8/24 ਹੋ ਗਿਆ 1/3, 100 ਤੇ ਬਟੇ ਥੱਲੇ 3 ਆ ਗਿਆ, 33 1/3%, 33 1/3%। ਤਾਂ ਮਤਲਬ ਇਸ ਤਰ੍ਹਾਂ ਅਸੀਂ ਪਰਸੈਂਟੇਜ ਕੱਢਾਂਗੇ। ਮੈਂ ਇਹ ਤੋਂ ਬਿਨਾ ਰਾਜਨ ਕਰ ਲੈਣਾ ਕੁੱਟ ਖਾਣ ਵਾਲੇ ਕੰਮ। ਦਿਨ 'ਚ 12 ਘੰਟੇ ਹੁੰਦੇ ਨੇ। ਅਮਨ 33% ਨਹੀਂ, 33 1/3%। 33% ਬਿਲਕੁਲ ਅਲੱਗ ਚੀਜ਼ ਹੈ। ਅਸੀਂ ਵੈਸੇ ਅੱਗੇ ਜਾ ਕੇ ਪੜਾਂਗੇ ਕਿ 1/3 ਕਿੰਨੇ ਪਰਸੈਂਟ ਹੁੰਦਾ, ਉਹ ਯਾਦ ਰਹਿ ਜਾਊਗਾ ਵੀ 33 1/3% ਹੁੰਦਾ। ਹਾਂ, ਪਰਸੈਂਟੇਜ ਦੇ ਵਿੱਚ ਲਿਖਣਾ ਤਾਂ 33.33 ਅੰਦਰ ਬਿਲਕੁਲ ਠੀਕ ਆ। ਮਤਲਬ ਜੇ ਤੁਹਾਨੂੰ ਐਗਜ਼ਾਮੀਨਰ ਨੇ ਡੈਸੀਮਲ ਦੇ ਵਿੱਚ, ਮਤਲਬ ਡੈਸੀਮਲ ਦੇ ਵਿੱਚ ਆਪਸ਼ਨਸ ਦਿੱਤੇ ਨੇ, ਫਿਰ ਤੁਸੀਂ ਇਹਨੂੰ 33.33% ਲਿਖੋਗੇ। ਆਮ ਤੌਰ ਤੇ ਨਹੀਂ ਦਿੱਤੇ ਜਾਂਦੇ। ਆਮ ਤੌਰ ਤੇ ਆਪਸ਼ਨਸ ਇਸ ਫਾਰਮ 'ਚ ਦਿੱਤੇ ਜਾਂਦੇ ਨੇ, ਜਿਹਨੂੰ ਮਿਕਸਡ ਫ੍ਰੈਕਸ਼ਨ ਦੀ ਫਾਰਮ ਕਹਿੰਦੇ ਨੇ। ਜਿਹਨੂੰ ਮਿਕਸਡ ਫ੍ਰੈਕਸ਼ਨ ਦੀ ਫਾਰਮ ਕਹਿੰਦੇ ਨੇ, ਤਾਂ ਤੁਸੀਂ ਯਾਦ ਵੀ ਥੋੜਾ ਜਿਹਾ ਇਸ ਫਾਰਮ ਦੇ ਵਿੱਚ ਯਾਦ ਕਰਨ ਦੀ ਕੋਸ਼ਿਸ਼ ਕਰਨੀ ਆ। ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਲਿਖਵਾ ਦੂੰਗਾ, ਮੈਂ ਵੈਸੇ ਆਪਾਂ ਕਰਨਾ ਨਹੀਂ ਸੀਗਾ, ਫਿਰ ਵੀ ਤੁਹਾਨੂੰ ਲਿਖਵਾ ਦੂੰਗਾ। ਤਾਂ ਜਿਹੜੀਆਂ ਵੈਲਿਊਜ਼ ਨੂੰ ਜਿਵੇਂ ਲਿਖਿਆ ਹੋਊਗਾ ਉਵੇਂ ਤਾਂ ਯਾਦ ਕਰਨ ਦੀ ਕੋਸ਼ਿਸ਼ ਕਰਨੀ ਆ। 33 1/3 ਯਾਦ ਕਰਾਂਗੇ। 1/3 ਦੀ ਵੈਲਿਊ 33 1/3%। ਉਹਨੂੰ ਤੁਸੀਂ ਡੈਸੀਮਲ ਦੇ ਵਿੱਚ 33.33% ਯਾਦ ਕਰ ਸਕਦੇ ਹੋ, ਲਿਖ ਵੀ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਪਰ ਆਪਸ਼ਨ ਆਮ ਤੌਰ ਤੇ ਇਸ ਫਾਰਮ 'ਚ ਹੁੰਦੇ ਨੇ, ਤਾਂ ਇਹ ਫਾਰਮ ਤਾਂ ਅਸੀਂ ਯਾਦ ਕਰਨੀ ਹੈਗੀ। ਯਾ 33 1/3%। ਠੀਕ ਹੈ ਅਮਨ। ਹਾਂਜੀ, ਇਹ ਤੋਂ ਬਾਅਦ ਹਾਂਜੀ, ਆ ਮੰਨ ਲਓ ਬਾਦਲ ਹੈ। ਬਾਦਲ ਦੀ ਤਨਖਾਹ ਮੰਨ ਲਓ 50,000 ਰੁਪਏ ਮਹੀਨਾ। ਕਿਸੇ ਕਿਸਮ ਦਾ ਮਜ਼ਾਕ ਨਾ ਕਰਿਓ ਕਮੈਂਟਸ ਦੇ ਵਿੱਚ। ਬਾਦਲ ਦੀ ਤਨਖਾਹ ਮੰਨ ਲਓ 50,000 ਰੁਪਏ ਮਹੀਨਾ। ਆ ਕੈਪਟਨ ਆ, ਕੈਪਟਨ ਦੀ ਤਨਖਾਹ ਮੰਨ ਲਓ 60,000 ਰੁਪਏ ਮਹੀਨਾ। ਅਸੀਂ ਹਲੇ ਪਰਸੈਂਟੇਜ ਦੀ ਕੈਲਕੂਲੇਸ਼ਨ ਨਾਲ ਹੀ ਦੋ ਹੱਥ ਕਰੀ ਜਾਂਦੇ ਆ। ਬਾਦਲ ਦੀ ਤਨਖਾਹ 50,000 ਰੁਪਏ ਮਹੀਨਾ, ਕੈਪਟਨ ਦੀ ਤਨਖਾਹ 60,000 ਰੁਪਏ ਮਹੀਨਾ। ਸਾਡਾ ਸਵਾਲ ਹੈ ਸੈਲਰੀ ਆਫ ਕੈਪਟਨ is what percent more than that of Badal? ਸਾਡਾ ਦੂਜਾ ਸਵਾਲ ਹੈ, ਆ ਤਾਂ ਪਹਿਲਾ ਸਵਾਲ ਹੈ। ਦੂਜਾ ਸਵਾਲ ਹੈ ਸੈਲਰੀ ਆਫ ਬਾਦਲ is what percent less than that of captain? ਹਾਂਜੀ, ਉੱਪਰ ਤਾਂ ਤਨਖਾਹਾਂ ਦੇਤੀਆਂ। ਕਹਿੰਦੇ ਜੀ ਬਾਦਲ ਦੀ ਤਨਖਾਹ 50,000 ਰੁਪਏ ਮਹੀਨਾ, ਕੈਪਟਨ ਦੀ ਤਨਖਾਹ 60,000 ਰੁਪਏ ਮਹੀਨਾ। ਰੁਪਏ ਦੇ ਵਿੱਚ ਦੇਤੀ। ਬਾਦਲ ਦੀ ਤਨਖਾਹ ਇੰਨੀ, ਕੈਪਟਨ ਦੀ ਇੰਨੀ। ਪਹਿਲੇ ਸਵਾਲ ਤੇ ਫੋਕਸ ਕਰੋ, ਦੂਜਾ ਫਿਰ ਦੇਖਾਂਗੇ। ਸੈਲਰੀ ਆਫ ਕੈਪਟਨ, ਕੈਪਟਨ ਦੀ ਤਨਖਾਹ is what percent more
देन दैट ऑफ बादल। वो कहते कैप्टन की तनख्वाह है जिहड़ी बादल नालों किन्ने परसेंट ज्यादा है, किन्ने परसेंट ज्यादा है। जदों ही तुसीं पढ़ लेना यार भी एग्जामिनर ने साडे तो परसेंटेज कुछ पूछ लिया, जदों ही तुसीं पढ़ लिया भी एग्जामिनर ने साडे कोलों परसेंटेज कुछ पूछ लिया, थोड़े दिमाग 'च पहली चीज की आऊगी, कंपैरिजन करना है। तो कंपैरिजन किवें करदे आ, इन्ने बटा इन्ने इंटू 100। कंपैरिजन तो यही होगा ना, इन्ने बटा इन्ने इंटू 100। उपर की लिखना है, जिहदी परसेंटेज कढनी है ओह उपर, जो ओहदा टोटल है जिहदे नाल कंपैरिजन हो रहा वो थल्ले इंटू 100 करांगे, यही करांगे। तो कादी परसेंटेज कढनी है, कैप्टन की तनख्वाह बादल नालों कितनी ज्यादा है। एग्जामिनर कहता परसेंटेज च दसो कैप्टन की तनख्वाह बादल नालों कितनी ज्यादा है। परसेंटेज नूं गोली मारो, परसेंटेज साइड ते कर दो, ऊं दसो यार भी कैप्टन की तनख्वाह बादल नालों कितनी ज्यादा है। जे सानू उही पुछया हुंदा, आ परसेंटेज वाला पंगा ना पिया हुंदा, उही पुछया हुंदा यार भी कैप्टन की तनख्वाह बादल नालों कितनी ज्यादा, तुसीं बड़े आराम नाल कह दिंदे जी 10,000 रुपये ज्यादा है, बड़े आराम नाल कह दिंदे देख के भी 10,000 रुपये ज्यादा है। पर एग्जामिनर कहता ना परसेंटेज च दसो। एग्जामिनर कहता मैं पूछा ही नहीं भी रुपए च कितनी ज्यादा, कहता परसेंटेज दे विच दसो। ते परसेंटेज दा मतलब कंपैरिजन, तो 10,000 रुपये का कंपैरिजन होगा ना, 10,000 रुपये का कंपैरिजन होगा किहदे नाल, किहदे नाल होगा, तुसीं हमेशा याद रखना हैगा। परसेंटेज कैलकुलेट करने लई यह सवाल इत्थे ही छड्डता, दूजा इह तों बाद करांगे, पहला भी अद्ध च छड्डता। परसेंटेज कैलकुलेट करने लई मतलब यार मैं थोनू अगले मेरे ख्याल 12-15 दिन DI कराउणी है, 12-15 दिनों दे विच आपां DI दे एक सैट च 5 क्वेश्चन करांगे। मान लो आपां 20 सैट कर ले तो 100 क्वेश्चन कर लिया, 100 दे भी पूरा 30 सैट मान लो 150 क्वेश्चन कर लिया। 150 क्वेश्चन च होर नहीं तो कर करा के 40 तो 50 क्वेश्चन परसेंटेज दे होणगे, 40-50 दे 70 जरूर होणगे, 30 नहीं हुंदे। तो 150 चो 60-70 क्वेश्चन साडे परसेंटेज कड्ढण दे होणगे। ते मैं गारंटी नाल कहना परसेंटेज कड्ढण वाले क्वेश्चन साडे दो ही तरह के हुंदे ने। तुसीं जिथे मर्जी निगाह मार लो, जिथे मर्जी आ गल सुनने तो बाद निगाह मार लो, जिथे मर्जी 9:30 बजे क्लास 9-9:30 बजे खत्म होगी उदों निगाह मार लो। परसेंटेज कड्ढण वाले साडे क्वेश्चन दो ही चीज़ां दो ही तरह के हुंदे ने। पहला क्वेश्चन फॉर्मेट हुंदा है एक्स इज वट परसेंट ऑफ वाई। एक्स ते वाई कुछ भी हो सकता है, फॉर्मेट की होगा परसेंटेज विच कुछ पुछण दा, एक्स इज वट परसेंट ऑफ वाई, कि भाई एक्स है जिहड़ा वो वाई दा किन्ने परसेंट आ, एक्स है जिहड़ा वाई दा किन्ने परसेंट आ, इनू तुसीं एक्स बटे वाई लिख देना। नंबर ऑफ बॉयज इन क्लास ए इज वट परसेंट ऑफ नंबर ऑफ गर्ल्स इन क्लास सी, नंबर ऑफ बॉयज इन क्लास ए इज वट परसेंट ऑफ नंबर ऑफ गर्ल्स इन क्लास सी। बच्चे दे 385 मार्क्स इज वट परसेंट ऑफ टोटल 500 मार्क्स, जेडे जवाब दे 500 चो 385 आए सी, ऐं कैलकुलेट कीते सी। तो एक्स इज वट परसेंट ऑफ वाई का मतलब सीधा सीधा एक्स है जिहड़ा वाई का किन्ने परसेंट आ, तो एक्स बटे वाई, एक्स की परसेंटेज देखनी तो एक्स उपर, वाई दे नाल कंपैरिजन करके तो वाई थले इंटू 100। दूजे तरह का तुहाडा हमेशा क्वेश्चन बनूगा एक्स इज वट परसेंट जां तां मोर देन वाई जां फिर लैस देन वाई, मोर ते लैस चो कुछ भी हो सकता है। दूजे तरह का साडा क्वेश्चन बनता है एक्स इज वट परसेंट मोर देन या लैस देन वाई, आपां कल्ला मोर देन लिख लिया, लैस देन भी हो सकता है। एक्स है जिहड़ा एक्स है जिहड़ा वट परसेंट मोर देन वाई, वाई तो कितना ज्यादा परसेंटेज दसो, जे लैस होगा एक्स इज वट परसेंट लैस देन वाई, एक्स है जिहड़ा वाई तो कितना घट है वो परसेंटेज दसो। तो दोनों सवालों च असीं परसेंटेज कड्ढनी आ, दोनों सवालों च परसेंटेज कड्ढनी है। पहले च तो एक्स की कड्ढनी आ, दूजे च एक्स वाई तो कितना ज्यादा ओदी कड्ढनी आ। परसेंटेज कड्ढण का मतलब हुंदा कंपैरिजन करना, तो कंपैरिजन करन वेले उपर तो जां तां एक्स की कड्ढनी है परसेंटेज, जां एक्स वाई तो कितना ज्यादा ओदी कड्ढनी है। पर इत्थे कंपैरिजन होऊगा किहदे नाल, कंपैरिजन किहदे नाल हुंदा हैगा, ये हमेशा याद रखना हैगा। तुहाडे परसेंटेज वाले सवाल जां इस फॉर्मेट दे होणगे जां इस फॉर्मेट दे होणगे, तीजा कोई फॉर्मेट ही नहीं बनता। आपां हुण अगले 15 दिनों के 150 सवालों पर निगाह मार लांगे, साडा तीजा कोई फॉर्मेट नहीं बनता परसेंटेज पुछण दे लई। तां इन्हां दोनों फॉर्मेट च जदों भी सवाल आऊगा द इनकम ऑफ कंपनी ए इज वट परसेंट मोर दैन द इनकम ऑफ कंपनी डी, इनकम ऑफ कंपनी ए इज वट परसेंट मोर देन इनकम ऑफ कंपनी डी, मार्क्स ऑब्टेन्ड बाय सूरज इन इंग्लिश इज वट परसेंट मोर देन मार्क्स ऑब्टेन्ड बाय पूजा इन साइंस। तो परसेंटेज कड्ढण वाले क्वेश्चन इन्हां दोनों फॉर्मेट्स दे विच ही होणगे। कंपैरिजन किहदे नाल होऊगा,
ਤੁਸੀਂ ਦੇਖਿਓ ਕੁਐਸਚਨ ਦੇ ਵਿੱਚ ਜਾਂ ਤਾਂ ਆਫ ਸ਼ਬਦ ਲਿਖਿਆ ਹੋਊਗਾ ਜਾਂ ਫਿਰ ਦੈਨ, ਇਹਨਾਂ ਦੋਨਾਂ ਚੋਂ ਇੱਕ ਸ਼ਬਦ ਲਿਖਿਆ ਹੋਊਗਾ। ਆਫ ਤੇ ਦੈਨ ਤੋਂ ਇਮੀਡੀਏਟਲੀ ਬਾਅਦ ਜੋ ਲਿਖਿਆ ਹੋਇਆ ਨਾ ਕੰਪੈਰੀਜ਼ਨ ਉਹਦੇ ਨਾਲ ਹੋ ਰਿਹਾ। x is what percent of y, x is what percent more than y ਜਾਂ x is what percent less than y, ਤਾਂ ਕੰਪੈਰੀਜ਼ਨ ਹਮੇਸ਼ਾ ਕਿਹਦੇ ਨਾਲ ਹੋਊਗਾ? y ਦੇ ਨਾਲ ਹੋਊਗਾ। ਆਫ ਜਾਂ ਦੈਨ ਤੋਂ ਬਾਅਦ ਜੋ ਲਿਖਿਆ ਗਿਆ ਉਹਦੇ ਨਾਲ ਕੰਪੈਰੀਜ਼ਨ ਹੋਊਗਾ, ਉਹ ਹੇਠਾਂ ਰੱਖਿਆ ਜਾਊਗਾ, ਉਹ ਡਿਨੋਮੀਨੇਟਰ, ਉਹ ਹੇਠਾਂ ਆਊਗੀ ਵੈਲਿਊ, ਉਹਦੇ ਨਾਲ ਕੰਪੈਰੀਜ਼ਨ ਹੋ ਰਿਹਾ। ਸੈਲਰੀ ਆਫ ਕੈਪਟਨ, ਕੈਪਟਨ ਦੀ ਤਨਖਾਹ ਇਜ਼ ਵਟ ਪਰਸੈਂਟ ਮੋਰ ਦੈਨ ਬਾਦਲ ਦੀ ਤਨਖਾਹ। ਪਰਸੈਂਟੇਜ ਛੱਡੋ, ਵੈਸੇ ਦੱਸੋ ਯਾਰ ਕੈਪਟਨ ਦੀ ਬਾਦਲ ਨਾਲੋਂ ਕਿੰਨੀ ਜ਼ਿਆਦਾ, ਉਹ ਅਸੀਂ ਦੇਖ ਲਈ 10,000 ਜ਼ਿਆਦਾ, ਪਰ ਅਸੀਂ ਪਰਸੈਂਟੇਜ ਦੇ ਵਿੱਚ ਦੱਸਣਾ ਤਾਂ 10,000 ਰੁਪਏ ਦੀ ਅਸੀਂ ਪਰਸੈਂਟੇਜ ਕੱਢਣੀ ਆ ਨਾ, 10,000 ਰੁਪਏ ਦੀ ਪਰਸੈਂਟੇਜ ਕੱਢਣੀ ਆ, ਕਿਹਦੇ ਨਾਲ ਕੰਪੈਰੀਜ਼ਨ ਹੋਊਗਾ? ਕੈਪਟਨ ਦੀ ਤਨਖਾਹ ਇਜ਼ ਵਟ ਪਰਸੈਂਟ ਮੋਰ ਦੈਨ ਬਾਦਲ ਦੀ ਤਨਖਾਹ, ਤਾਂ ਕੰਪੈਰੀਜ਼ਨ ਬਾਦਲ ਦੀ ਤਨਖਾਹ ਦੇ ਨਾਲ ਹੋਊਗਾ। ਤਾਂ ਥੱਲੇ 50,000 ਆਊਗਾ, ਥੱਲੇ ਆਊਗਾ 50,000 ਤੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਤਾਂ ਹੋਣਾ ਹੀ ਹੋਣਾ। ਉੱਪਰ 4 0 ਹੇਠਾਂ 4 0 ਕੱਟੀਆਂ ਗਿਆ, 1/5 ਆ ਗਿਆ, ਗੁਣਾ 100 ਕਰਕੇ 20% ਆਨਸਰ ਆ ਜਾਊਗਾ ਤੁਹਾਡਾ। ਤਾਂ ਇਹਦਾ ਆਨਸਰ ਆ ਗਿਆ 20%। ਪਰ ਜਦੋਂ ਇਹੀ ਕੁਐਸਚਨ ਪੁੱਠਾ ਬਣ ਗਿਆ ਕਿ ਬਾਦਲ ਦੀ ਤਨਖਾਹ ਇਜ਼ ਵਟ ਪਰਸੈਂਟ ਲੈਸ ਦੈਨ ਦੈਟ ਆਫ ਕੈਪਟਨ, ਬਾਦਲ ਦੀ ਤਨਖਾਹ ਕੈਪਟਨ ਨਾਲੋਂ ਕਿੰਨੇ ਪਰਸੈਂਟ ਘੱਟ ਆ, ਪਰਸੈਂਟੇਜ ਚ ਦੱਸਣਾ। ਗੋਲੀ ਮਾਰੋ ਪਰਸੈਂਟੇਜ ਨੂੰ, ਉਹ ਦੱਸੋ ਯਾਰ, ਬਿਨਾ ਪਰਸੈਂਟੇਜ ਤੋਂ ਦੱਸੋ ਕਿ ਬਾਦਲ ਦੀ ਤਨਖਾਹ ਕੈਪਟਨ ਤੋਂ ਕਿੰਨੀ ਘੱਟ ਆ? 10,000 ਘੱਟ ਆ। ਜੇ ਕੈਪਟਨ ਦੀ 10,000 ਜ਼ਿਆਦਾ ਹੈ ਤਾਂ ਬਾਦਲ ਦੀ 10,000 ਹੀ ਘੱਟ ਹੈ। ਜੇ ਯਾਰ ਉਹਨੇ ਸਾਨੂੰ ਪਰਸੈਂਟੇਜ ਚ ਨਾ ਪੁੱਛਿਆ ਹੁੰਦਾ, ਅਸੀਂ ਚੁੱਪ ਕਰਕੇ ਕਹਿ ਦਿੰਦੇ ਜੀ 10,000 ਰੁਪਏ ਘੱਟ ਆ, ਬਾਦਲ ਦੀ ਤਨਖਾਹ ਕੈਪਟਨ ਨਾਲੋਂ 10,000 ਘੱਟ ਆ। ਪਰ ਭਾਈ ਸਾਹਿਬ ਕਹਿੰਦੇ ਪਰਸੈਂਟੇਜ ਚ ਦੱਸੋ, ਐਗਜ਼ਾਮੀਨਰ ਕਹਿੰਦਾ ਪਰਸੈਂਟੇਜ ਚ ਦੱਸੋ, ਤੇ ਪਰਸੈਂਟੇਜ ਦਾ ਮਤਲਬ ਕੰਪੈਰੀਜ਼ਨ। ਕਿਹਦਾ ਕੰਪੈਰੀਜ਼ਨ? ਕਿ ਬਾਦਲ ਦੀ ਕੈਪਟਨ ਨਾਲੋਂ ਕਿੰਨੀ ਘੱਟ ਹੈ, ਉਹ ਤਾਂ ਲਿਖਤਾ ਜੀ 10,000। ਪਰ ਪਰਸੈਂਟੇਜ ਕੱਢਣੀ ਹੈ ਤਾਂ ਕੰਪੈਰੀਜ਼ਨ ਕਰਾਂਗੇ, ਕਿਹਦੇ ਨਾਲ ਹੋਊਗਾ? ਦੈਨ ਦੈਟ ਆਫ ਕੈਪਟਨ, ਕੈਪਟਨ ਦੇ ਨਾਲ ਹੋਊਗਾ। ਥੱਲੇ 60,000 ਆਊਗਾ, ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਾਂਗੇ 4 0 4 0 ਉੱਪਰ ਥੱਲੇ ਕੱਟੀਆਂ ਗਿਆ, 1/6 ਆ ਗਿਆ, 100 ਗੁਣਾ ਕਰਕੇ 16 2/3%। ਤਾਂ ਦੋਨੇ ਸਵਾਲਾਂ 'ਚ ਮੋਟੇ ਰੂਪ 'ਚ ਕੋਈ ਬਹੁਤਾ ਫਰਕ ਨਹੀਂ। ਕੈਪਟਨ ਦੀ ਤਨਖਾਹ ਤੇ ਬਾਦਲ ਦੀ ਤਨਖਾਹ ਸਾਨੂੰ ਦਿੱਤੀ ਹੋਈ ਹੈ। ਪਹਿਲੇ 'ਚ ਕਹਿੰਦੇ ਕੈਪਟਨ ਦੀ ਤਨਖਾਹ ਬਾਦਲ ਨਾਲੋਂ ਕਿੰਨੇ ਪਰਸੈਂਟ ਜ਼ਿਆਦਾ ਹੈ, ਦੂਜੇ 'ਚ ਕਹਿੰਦੇ ਬਾਦਲ ਦੀ ਤਨਖਾਹ ਕੈਪਟਨ ਨਾਲੋਂ ਕਿੰਨੇ ਪਰਸੈਂਟ ਘੱਟ ਆ। ਜੇ ਤਾਂ ਪਰਸੈਂਟੇਜ 'ਚ ਨਾ ਪੁੱਛਿਆ ਹੁੰਦਾ ਦੋਵਾਂ ਸਵਾਲਾਂ ਨੂੰ, ਫਿਰ ਤਾਂ ਕੈਪਟਨ ਦੀ ਬਾਦਲ ਨਾਲੋਂ 10,000 ਜ਼ਿਆਦਾ ਹੈ, ਬਾਦਲ ਦੀ ਕੈਪਟਨ ਨਾਲੋਂ 10,000 ਘੱਟ ਹੈ, ਫਿਰ ਤਾਂ 10,000 ਆ ਗਿਆ ਸੀ। ਪਰ ਦੋਨਾਂ ਕੁਐਸਚਨਾਂ 'ਚ ਕਹਿੰਦੇ ਪਰਸੈਂਟੇਜ 'ਚ ਦੱਸੋ, ਤੇ ਪਰਸੈਂਟੇਜ ਦਾ ਮਤਲਬ ਕੰਪੈਰੀਜ਼ਨ ਕਰਨਾ ਹੀ ਕਰਨਾ ਹੈ। ਕਿਹਦੇ ਨਾਲ ਕਰਨਾ ਉਹ ਧਿਆਨ 'ਚ ਰੱਖਣਾ। ਆਫ ਜਾਂ ਦੈਨ ਤੋਂ ਬਾਅਦ ਜੋ ਲਿਖਿਆ ਜਾਊ ਕੰਪੈਰੀਜ਼ਨ ਜੀ ਉਹਦੇ ਨਾਲ ਹੋਣਾ ਹੈਗਾ। ਦੈਨ ਤੋਂ ਬਾਅਦ ਬਾਦਲ ਲਿਖਿਆ ਤਾਂ ਬਾਦਲ ਨਾਲ ਕੰਪੈਰੀਜ਼ਨ, 50,000 ਦੇ ਨਾਲ ਕੰਪੈਰੀਜ਼ਨ, 50,000 ਥੱਲੇ ਲਿਖਿਆ। ਕੈਪਟਨ ਦੇ ਨਾਲ ਕੰਪੈਰੀਜ਼ਨ ਹੋਣਾ ਤਾਂ ਕੈਪਟਨ ਦੀ ਤਨਖਾਹ ਥੱਲੇ ਲਿਖੇਗੀ। ਇੰਨਾ ਸਮਝ ਆ ਗਿਆ ਜਿੰਨਾ ਆਪਾਂ ਹੁਣ ਤੱਕ ਪੜ੍ਹਿਆ? ਪਲੀਜ਼ ਦੱਸੋ ਕਲੀਅਰ ਆ? ਪਰਸੈਂਟੇਜ ਕੱਢਣੀ ਆ ਗਈ? ਪੁਰਾਣਿਆਂ ਦਾ ਤਾਂ ਰਿਵਾਈਜ਼ ਹੀ ਹੋ ਰਿਹਾ ਹੈ, ਮੇਰੇ ਖਿਆਲ 'ਚ ਮੋਟਾ ਮੋਟਾ ਜਿਹਾ ਪੜ੍ਹਿਆ ਹੀ ਹੋਇਆ ਇਹ ਆਪਾਂ। ਬਸ ਤੁਸੀਂ ਆ ਨਹੀਂ ਭੁੱਲਣਾ ਸਾਰੀ ਉਮਰ ਕਿ ਜਦੋਂ ਵੀ ਪਰਸੈਂਟੇਜ ਕੱਢਣ ਦੀ ਕਿਤੇ ਵੀ ਗੱਲ ਹੋਊਗੀ, ਕਰ ਕਰਾ ਕੇ ਮਸਲਾ ਇੱਥੇ ਆ ਕੇ ਨਿਬੜੂਗਾ। ਇਹਨਾਂ ਦੋਨਾਂ ਚੋਂ ਇੱਕ ਤਰ੍ਹਾਂ ਦਾ ਸਵਾਲ, ਮੋਰ ਦੀ ਥਾਂ ਤੇ ਲੈਸ ਹੋ ਸਕਦਾ, ਇਹਨਾਂ ਦੋਨਾਂ ਚੋਂ ਇੱਕ ਤਰ੍ਹਾਂ ਦਾ ਸਵਾਲ ਬਣੂਗਾ। ਜਦੋਂ ਵੀ ਪਰਸੈਂਟੇਜ ਕੱਢਣ ਨੂੰ ਕਿਹਾ ਜਾਊਗਾ, ਇਹਨਾਂ ਦੋਨਾਂ ਚੋਂ ਇੱਕ ਤਰ੍ਹਾਂ ਦਾ ਸਵਾਲ ਹਮੇਸ਼ਾ ਹੀ ਤੁਸੀਂ ਦੇਖੋਗੇ। ਮਤਲਬ ਦਾ ਕਿਸੇ ਕੰਪਨੀ ਦੇ ਵਿੱਚ ਦਾ ਇੰਪਲੋਈਜ਼ ਇਨ HR ਡਿਪਾਰਟਮੈਂਟ ਇਜ਼ ਵਟ ਪਰਸੈਂਟ ਆਫ ਦਾ ਇੰਪਲੋਈਜ਼ ਇਨ ਅਕਾਊਂਟਸ ਡਿਪਾਰਟਮੈਂਟ। ਕਿਸੇ ਕੰਪਨੀ ਦੇ ਵਿੱਚ HR ਡਿਪਾਰਟਮੈਂਟ 'ਚ ਜਿੰਨੇ ਮੁਲਾਜ਼ਮ ਕੰਮ ਕਰਦੇ ਆ, ਇਜ਼ ਵਟ ਪਰਸੈਂਟ ਆਫ ਅਕਾਊਂਟਸ 'ਚ ਜਿੰਨੇ ਮੁਲਾਜ਼ਮ ਕੰਮ ਕਰਦੇ ਆ, ਤਾਂ x ਇਜ਼ ਵਟ ਪਰਸੈਂਟ ਆਫ y, x ਓਵਰ y ਇਨਟੂ 100। ਜੇ ਆ ਗਿਆ x ਇਜ਼ ਵਟ ਪਰਸੈਂਟ ਮੋਰ ਦੈਨ y ਜਾਂ x ਇਜ਼ ਵਟ ਪਰਸੈਂਟ ਲੈਸ ਦੈਨ y, ਕਿੰਨਾ ਮੋਰ ਜਾਂ ਕਿੰਨਾ ਲੈਸ ਹੈ ਬਟੇ y। ਕੰਪੈਰੀਜ਼ਨ y ਦੇ ਨਾਲ ਹੀ ਹੋਊਗਾ, ਉਹ ਆਪਾਂ ਸਮਝ ਲਿਆ ਕਿਵੇਂ। ਹਾਂਜੀ ਇੱਥੇ ਤੱਕ ਕਲੀਅਰ ਆ? ਤਾਂ ਹੁਣ ਮੈਂ ਥੋੜਾ ਫਾਸਟ ਟਰੈਕ ਕੁਝ ਪਰਸੈਂਟੇਜ ਦੀਆਂ ਫ੍ਰੈਕਸ਼ਨਸ ਲਿਖ ਦਿੰਨਾਗਾ। ਜਾਂ ਕਿੰਨਾ ਕੁ ਟਾਈਮ ਹੋ ਗਿਆ? ਤੁਸੀਂ ਯਾਰ ਮੈਨੂੰ ਮੋਟੇ ਰੂਪ 'ਚ ਇੱਕ ਗੱਲ ਦੱਸੋ, ਕੱਲੇ ਉਹ ਬੱਚੇ ਕਮੈਂਟ ਕਰਿਓ ਜਿਨ੍ਹਾਂ ਦਾ ਜਵਾਬ ਨਾ ਹੋਇਆ, ਕੱਲੇ ਉਹ ਸਟੂਡੈਂਟਸ ਕਮੈਂਟ ਕਰਿਓ ਜਿਨ੍ਹਾਂ ਦਾ ਜਵਾਬ ਨਾ ਹੋਇਆ। ਆਪਾਂ ਕਲਾਸ ਟਾਈਮਿੰਗ 8 ਤੋਂ 9 ਰੱਖੀ ਆ। ਜੇ 9 ਵਾਲੀ ਕਲਾਸ 9:30 ਖਤਮ ਹੁੰਦੀ ਹੈ, ਕਿਸੇ ਨੂੰ ਕੋਈ ਦਿੱਕਤ ਹੈ ਕਮੈਂਟ ਕਰ ਦਿਓ। ਮੈਂ ਕੋਈ ਪ੍ਰੋਬਲਮ ਹੈਗੀ ਆ
मैं जिन्हों प्रॉब्लम हुई सिर्फ वही बच्चा कमेंट करो, अदरवाइज कमेंट ना करो। मतलब मैं 15 सेकंड देखूंगा जे किसी का कमेंट आता है। जे 9 वाली क्लास अपनी 9:30 खत्म होती है, किसी को प्रॉब्लम हैगी आ, जे है तो कमेंट करो, अदरवाइज कमेंट करने की लोड़ नहीं। बस ठीक है। तो अपनी आम तौर पर मैं थोनू कहा कि 1 आवर ड्यूरेशन होया करू, आम तौर पर 1.25 घंटे तो 1.5 घंटे की क्लास लगू, कदे 1 घंटे च नहीं मुक्या करती अपनी क्लास। मतलब ये बहुत बड़ा झूठ बोलता हूँ मैं हर बैच के भी 1 घंटे की ड्यूरेशन है, 1.25 घंटा 1.5 घंटा चलिया करूगी अपनी क्लास। मैं वो पिछे 2 कारण है। एक तो पंजाब वाले ने DI नाल पहली बार मत्था मारना है, तो बिल्कुल पहली बार मारना है तो आप आम नालों थोड़ी स्लो स्पीड रखनी है। दूजा क्योंकि अज तक बिल्कुल यह जा कुछ नहीं देखा, तो इस करके थोड़े 4 अखर वध पढ़ने नेगे। मैं जिन्होंने तो कुछ देखा होगा उन्होंने जिहड़ियां चीज़ां नाल वो फैमिलीयर होणगे, जिहड़ियां चीज़ां पहले देखिया होणगे, थोड़ा काली च भी करा दिए सर जाता हुंदा है। पर तुसीं तां सब कुछ नवें सिरे तो देखना, इस करके सब कुछ ही करना पैना, छड्ड कुछ नहीं सकते, तो थोड़ा आम नालों स्लो पढ़ाउणा पैना। इस करके मतलब मैं अंदाजा लाउंदा सीगा भी 12 तो 14 घंटे च सिलेबस मुक्कूगा, पर 16 या 18 घंटे अपने लग सकते हैं। सारा सिलेबस जिहड़ा लिखिया सी 16-18 घंटे लग सकते हैं। मैनूं लगदा 19-20 ना लग जाण। 19-20 का मतलब जे आपां 20 घंटे मनदे हां, 1.5 घंटे के 13 लैक्चर बन गए साडे, ते साडी हर बुधवार छुट्टी होया करू, सोमवार तो लैके अगले ऐतवार तक, मतलब 7 दिनों चों बुधवार शाम की बुधवार रात की साडी छुट्टी होया करूगी, बाकी दिन क्लास लग्या करूगी। हाँ 1.5 घंटा लग्या करूगी। हाँ जी, इस तो बाद आ जिहड़ा मैं हुण सब तो उपर रब किया एक्स इज वट परसेंट ऑफ वाई, इनू थोड़ा जिहा डिटेल च दस्सण लग्या। मतलब डिटेल च दस्सण दा इह कारण है 4 बच्चे नवे ने, बाकी सारे मेरे पुराने स्टूडेंट ने, 4 नवे ने, तो 4 करके थोड़ा डिटेल च, जे सारे दे सारे पुराने हुंदे जिन्होंने क्वांट्स पढ़िया है, DI पढ़नी है कल्ली, फिर आप ये चीज़ां स्किप कर सकते सी। पर एक्स इज वट परसेंट ऑफ वाई, एक्स इज वट परसेंट ऑफ वाई का मतलब होंदा कि यार एक्स है जिहड़ा वो वाई का किन्ने परसेंट आ, तो एक्स वाई का किन्ने परसेंट आ, एक्स ओवर वाई, एक्स की परसेंटेज कड्ढनी है तो कंपैरिजन होगा एक्स का किहदे नाल, वाई दे नाल, ते परसेंटेज कड्ढण लई मल्टीप्लाई 100 असीं करदे हुंदे आ। इन्ने परसेंट हुंदा एक्स इज वट परसेंट ऑफ वाई, की हुंदा एक्स ओवर वाई इंटू 100, इन्ने परसेंट इंटू 100 क्यों करते हैं, क्योंकि भाई परसेंटेज कड्ढण का मतलब ये हुंदा किसी चीज़ को 100 चो देखना, एनीथिंग आउट ऑफ 100, परसेंटेज कड्ढण का मतलब 100 चो देखना होंगे तो मल्टीप्लाई 100 करना ही करना होंगे। आ की आ तुहाडी फ्रैक्शन की फॉर्म, आ है तुहाडी फ्रैक्शन की फॉर्म। फ्रैक्शन हर वो चीज़ जिन्हों तुसी एक्स बटे वाई की फॉर्म च लिख सकते हो, फ्रैक्शन होंदी है तुहाडी। तो इत्थों की क्लीयर होंदा भी यार कोई भी फ्रैक्शन होवे, फ्रैक्शन की एग्जाम्पल 1/4, 3/5, 7/12, 1/9, आ सारिया फ्रैक्शनस ने गियां। हर वो चीज़ जिन्हों तुसी एक्स बटे वाई की फॉर्म च लिख सकते हो। खैर 5/3 न्यूमरेटर वड्डा, उपरली वैल्यू वड्डी होवे, हेठली छोटी होवे, वो भी फ्रैक्शन ही है, पर आपां पहलां इधर ही देख लीए माड़ा जा, वो फिर पंगा ले लांगे। तो फ्रैक्शन की है हर वो चीज़ जिन्हों तुसी एक्स बटे वाई की फॉर्म च लिख सकते हो, वो फ्रैक्शन आ। तो इत्थों सानू की क्लीयर हो रहा है भी यार कोई भी फ्रैक्शन होवे, जो मर्जी एक्स होवे, जो मर्जी वाई होवे, जे तुसी उहदा 100 गुणा कर दोगे सानू की मिल जू, सानू उहदी परसेंटेज मिल जू। तो इत्थों की आ साडे कोल फ्रैक्शन ते परसेंटेज का रिलेशन क्लीयर हो गया कि किसी भी फ्रैक्शन नू जे असीं 100 गुणा कर दांगे सानू उहदी परसेंटेज वैल्यू मिल जूगी। जिवें जिवें यार फ्रैक्शन चेंज हुंदी जाऊगी, पहला कुछ वैल्यू सी हुण कुछ होर लिखती, तो गुणा 100 करके नवीं वैल्यू आ जूगी। ये तो है नहीं कि यार जो असीं 1/4 का 100 गुणा किया उदों भी 25% आ गया, जो असीं 3/5 का 100 गुणा किया उदों भी 25% आ जाऊगा, ये तो होण नहीं लग्या। तो जे फ्रैक्शन चेंज हो जू, गुणा 100 करके नवीं वैल्यू आ जूगी। तो इत्थों ये क्लीयर तो होंदा ना कि हर एक फ्रैक्शन की एक अपनी पर्टिकुलर परसेंट वैल्यू आ। ਜਦੋਂ ਆਪਾਂ दिन च कितना घंटा बिजली जाती है, बिजली के कट्टां की परसेंटेज कड्ढी सी 8/24 घंटे आए सी, 8 ते 24 कट के 1/3 आ गया, मल्टीप्लाई 100 करके की बन गया सी 33 1/3%। तो 33 1/3% की आ, जदों फ्रैक्शन 1/3 होगी उदों परसेंटेज 33 1/3% बनू, होर कदे नहीं बनू। तो हर एक फ्रैक्शन की एक अपनी परसेंट वैल्यू आ, उल्टा भी कह सकते हैं कि हर एक परसेंट वैल्यू की अपनी फ्रैक्शन है।
ਤਾਂ ਜਿਵੇਂ ਮਰਜ਼ੀ ਕਹਿ ਲਓ, ਹਰ ਇੱਕ ਫ੍ਰੈਕਸ਼ਨ ਦੀ ਆਪਣੀ ਪਰਸੈਂਟ ਵੈਲਿਊ ਆ ਜਾਂ ਫਿਰ ਹਰ ਪਰਸੈਂਟੇਜ ਦੀ ਆਪਣੀ ਫ੍ਰੈਕਸ਼ਨ ਹੈ। ਮੈਂ ਕੁਝ ਫ੍ਰੈਕਸ਼ਨਸ ਤੁਹਾਨੂੰ ਸਿੱਧੀਆਂ ਲਿਖਵਾ ਦੇਣਾ, ਬਹੁਤਾ ਡਿਟੇਲ 'ਚ ਨਹੀਂ ਜਾਂਦੇ, ਆਪਾਂ ਡੀਆਈ ਸ਼ੁਰੂ ਕਰਨੀ ਆ, ਖੈਰ ਅੱਜ ਨਹੀਂ ਕਰਨੀ, ਕੱਲ ਕਰਨੀ ਹੈ। ਤਾਂ ਅੱਜ ਆਪਾਂ ਕੈਲਕੂਲੇਸ਼ਨ ਥੋੜੀ ਜਿਹੀ ਰੇਸ਼ੀਓ ਵਾਲੀ ਵੀ ਦੇਖਣੀ ਹੈ, ਇਸ ਕਰਕੇ 9:30 ਤੱਕ ਖਿੱਚਾਂਗੇ ਅੱਜ ਦੀ ਕਲਾਸ ਨੂੰ। ਤਾਂ ਮੈਂ ਕੈਲਕੂਲੇਸ਼ਨ ਜਿਹੜੀ 1.5 ਘੰਟੇ 1.5 ਘੰਟੇ 'ਚ ਕਰਨੀ ਸੀ ਉਹ ਅੱਜ ਕਰਕੇ ਕੱਲ ਦੀ ਕਲਾਸ 'ਚ ਆਪਾਂ ਡੀਆਈ ਦੇ ਡਾਟਾ ਟੇਬਲਸ ਤੋਂ ਸਟਾਰਟ ਕਰ ਦਾਂਗੇ। ਤਾਂ ਜਿਵੇਂ 1/3 ਦੀ ਵੈਲਿਊ ਕਲੀਅਰ ਹੈ ਕਿ 33 ਹੁੰਦੀ ਹੈ। ਮੈਂ ਕੁਝ ਬੋਰਡ ਤੇ ਵੈਲਿਊਜ਼ ਲਿਖੂੰਗਾ, ਮੈਂ ਤੁਹਾਡੇ 'ਚੋਂ ਮੋਟੇ ਰੂਪ 'ਚ ਤਾਂ ਸਾਰਿਆਂ ਨੇ ਕੀਤਾ ਹੋਣਾ, ਜ਼ਿੰਦਗੀ 'ਚ ਤੁਸੀਂ ਕਦੇ ਵੀ ਕੁਆਂਟ ਜਾਂ ਪਰਸੈਂਟੇਜ ਚੈਪਟਰ ਪੜ੍ਹਿਆ ਹੋਣਾ। ਆ ਜਿਹੜੀਆਂ 4 ਚੀਜ਼ਾਂ ਮੈਂ ਹੁਣ ਲਿਖੂੰਗਾ ਬੋਰਡ ਤੇ ਉਹ ਤਾਂ ਦੇਖੀ ਹੋਣਗੀਆਂ ਸਾਰਿਆਂ ਨੇ। ਹਾਂਜੀ, ਪਹਿਲਾਂ ਤਾਂ ਮੈਂ ਕੁਝ ਵੈਲਿਊਜ਼ ਲਿਖ ਦਿੰਦਾ, ਇਧਰੋਂ ਹੀ ਲਿਖਦੇ ਆ, ਸਿੱਧਾ ਫ੍ਰੈਕਸ਼ਨਸ ਤੋਂ ਹੀ ਲਿਖਦੇ ਆ, ਨਹੀਂ ਪੁੱਠਾ, ਪਰਸੈਂਟੇਜ ਪਹਿਲਾਂ ਲਿਖਦੇ ਆਪਾਂ। ਕਿੰਨੇ ਪਰਸੈਂਟ ਦੀ ਕੀ ਫ੍ਰੈਕਸ਼ਨ ਹੁੰਦੀ ਹੈ ਇਹ ਦੇਖਣ ਲੱਗੇ ਆਪਾਂ। ਹੁਣ ਇੱਕ ਗੱਲ ਤਾਂ ਕਲੀਅਰ ਆ, ਉਹ ਜਿਹੜੇ ਬੱਚੇ ਦੇ 500 ਦੇ ਵਿੱਚੋਂ 385 ਨੰਬਰ ਆਏ ਸੀ, ਜੇ ਕਿਤੇ ਉਹਦੇ 500 ਚੋਂ 500 ਆ ਜਾਂਦੇ, ਜੇ ਕਿਤੇ ਉਹਦੇ 500 ਚੋਂ 500 ਆ ਜਾਂਦੇ, ਤੁਸੀਂ ਕੀ ਕਹਿਣਾ ਸੀ ਵੀ ਬੱਚੇ ਦੇ ਕਿੰਨੇ ਪਰਸੈਂਟ ਬਣ ਗਏ? 100% ਬਣ ਗਏ। ਜੇ ਕਿਤੇ ਉਹ ਜਵਾਕ 500 ਚੋਂ 500 ਨੰਬਰ ਹੀ ਲੈ ਜਾਂਦਾ, ਉਹਦੇ 100% ਬਣ ਜਾਂਦੇ। ਤੁਹਾਡੀ ਕਲਾਸ 'ਚ 40 ਨਿਆਣੇ ਨੇ, 40 ਦੇ 40 ਪਾਸ ਹੋ ਗਏ, ਤੁਹਾਡੀ ਕਲਾਸ ਦਾ ਰਿਜ਼ਲਟ ਕੀ ਆ? 100%। ਮੇਰੀ 2000 ਰੁਪਏ ਤਨਖਾਹ ਆਏਗੀ, ਮੈਨੂੰ ਪੂਰੀ ਤਨਖਾਹ ਮਿਲ ਗਈ, ਮੈਂ ਕੀ ਕਹੂੰਗਾ? 100% ਤਨਖਾਹ ਮਿਲ ਗਈ। ਤਾਂ ਕੋਈ ਵੀ ਚੀਜ਼ ਜਦੋਂ ਕੰਪਲੀਟ ਹੁੰਦੀ ਆ, ਓਰੀਜਨਲ ਫਾਰਮ ਦੇ ਵਿੱਚ ਹੁੰਦੀ ਆ, ਉਹ ਕੀ ਹੁੰਦੀ ਆ? ਨੰਬਰ ਉਹਦਾ ਜਿੰਨਾ ਮਰਜ਼ੀ ਹੋਵੇ, ਪਰਸੈਂਟੇਜ ਦੇ ਵਿੱਚ ਉਹ 100% ਹੁੰਦੀ ਆ। ਤਾਂ ਪਰਸੈਂਟੇਜ ਦੇ ਵਿੱਚ ਕੋਈ ਵੀ ਚੀਜ਼ ਕੰਪਲੀਟ ਕਿੰਨੀ ਹੋਊਗੀ? 100%। ਤੇ ਫ੍ਰੈਕਸ਼ਨ 'ਚੋਂ ਕੀ ਹੋਊਗੀ? ਯਾਰ ਫ੍ਰੈਕਸ਼ਨ ਦੇ ਵਿੱਚ ਵੈਸੇ ਜੇ ਦੇਖਣਾ ਹੋਵੇ, ਮਤਲਬ ਮੰਨ ਲਓ ਯਾਰ ਮੈਂ ਕਹਾਂ ਵੀ ਮੈਨੂੰ ਮੇਰੀ ਪੂਰੀ ਤਨਖਾਹ ਮਿਲੀ, ਉਹ ਚੋਂ ਚੌਥਾ ਹਿੱਸਾ 1/4 ਮੈਂ ਖਰਚਾ ਕਰਤਾ, ਮੇਰੇ ਕੋਲ ਪਿੱਛੇ ਕੀ ਬਚ ਗਿਆ? ਤੁਸੀਂ ਨਾਲ ਦੀ ਨਾਲ ਕਹਿ ਦੋਗੇ ਸਰ 3/4 ਬਚ ਗਈ। ਮੈਂ ਕਹਾਂ ਮੇਰੀ ਪੂਰੀ ਤਨਖਾਹ ਮੈਨੂੰ ਮਿਲੀ, ਉਹਦੇ ਵਿੱਚੋਂ ਮੈਂ ਪੂਰੀ ਤਨਖਾਹ ਨਹੀਂ ਦੱਸਣ ਲੱਗਿਆ ਕਿੰਨੀ ਹੈ ਮੇਰੀ, ਮੈਂ ਕਿਹਾ ਜਿੰਨੀ ਮਰਜ਼ੀ ਹੈ ਮੇਰੀ ਪੂਰੀ ਤਨਖਾਹ, ਮੈਂ ਲੁਕੋ ਲਈ, ਵੈਲਿਊ ਨਹੀਂ ਦੱਸੀ, ਮੈਂ ਉਹ ਚੋਂ ਇੱਕ ਚੌਥਾ ਹਿੱਸਾ ਮਤਲਬ 1/4 ਆਪਣੀ ਤਨਖਾਹ ਦਾ ਖਰਚਾ ਕਰਤਾ, ਤਾਂ ਮੇਰੇ ਕੋਲ ਪਿੱਛੇ ਕੀ ਬਚਿਆ? ਨਾਲੇ ਤਾਂ ਮੈਂ ਪੂਰੀ ਤਨਖਾਹ ਨਹੀਂ ਦੱਸੀ ਕਿੰਨੀ ਹੈ, ਮੈਂ ਬਸ ਇਹ ਦੱਸਤਾ ਵੀ ਜਿੰਨੀ ਵੀ ਹੈ ਉਹ ਚੋਂ ਮੈਂ 1/4 ਖਰਚਾ ਕਰਤਾ, ਤਾਂ ਪਿੱਛੇ ਕੀ ਬਚਿਆ? ਤੁਸੀਂ ਝੱਟ ਦਿਨੇ ਦੱਸ ਦੋਗੇ ਸਰ 3/4 ਬਚਿਆ। ਉਹ 3/4 ਕਿਵੇਂ ਦੱਸਿਆ? ਮੈਂ ਤਾਂ ਤਨਖਾਹ ਹੀ ਨਹੀਂ ਦੱਸੀ। ਤਾਂ ਤੁਸੀਂ ਕਿਹਾ ਵੀ ਸਰ ਪੂਰੀ ਤਨਖਾਹ ਜਿੰਨੀ ਮਰਜ਼ੀ ਆ, ਤੁਸੀਂ ਜਿਹੜਾ ਖਰਚਾ ਕੀਤਾ ਉਹ ਫ੍ਰੈਕਸ਼ਨ 'ਚ ਦੇਤਾ ਨਾ 1/4, ਤਾਂ ਫ੍ਰੈਕਸ਼ਨ 'ਚ ਕੋਈ ਚੀਜ਼ ਕੰਪਲੀਟ ਕਿੰਨੀ ਹੁੰਦੀ ਆ? 1। ਜਿਵੇਂ ਪਰਸੈਂਟੇਜ 'ਚ ਕੋਈ ਚੀਜ਼ ਕੰਪਲੀਟ 100%, ਉਵੇਂ ਫ੍ਰੈਕਸ਼ਨ 'ਚ ਉਹ ਕਿੰਨੀ ਹੁੰਦੀ ਆ? 1। ਅਦਰਵਾਈਜ਼ ਵੀ 100% ਦੀ ਫ੍ਰੈਕਸ਼ਨ ਕੀ ਬਣੂਗੀ? ਪਰਸੈਂਟੇਜ ਦਾ ਸਾਈਨ ਚੱਕ ਦੋ, ਥੱਲੇ 100 ਲਾ ਦੋ। ਪਰਸੈਂਟੇਜ ਦਾ ਮਤਲਬ ਆਊਟ ਆਫ 100 ਹੁੰਦਾ ਨਾ, ਤਾਂ 100% ਇਜ਼ ਬੇਸਿਕਲੀ 100% ਬੇਸਿਕਲੀ ਕੀ ਹੈ? 100/100, 100 ਆਊਟ ਆਫ 100, 100/100 ਇੱਕ ਬਣ ਗਿਆ। ਇਸੇ ਤਰ੍ਹਾਂ 50% ਕੀ ਆ? ਹੁਣ ਕੱਲ ਓਲੰਪਿਕ ਚੱਲਦੀਆਂ ਨੇ, ਓਲੰਪਿਕ 'ਚ ਕੱਲ ਹਾਕੀ 'ਚ ਇੰਡੀਆ ਦਾ ਸਪੇਨ ਨਾਲ ਮੈਚ ਆ, ਜਿੱਤ ਜੂਗਾ ਇੰਡੀਆ, ਜਿੱਤ ਜੂਗਾ? ਤੁਸੀਂ ਕਹੋਗੇ ਸਰ 50-50 ਚਾਂਸ ਰਹੇ। ਤੁਹਾਨੂੰ ਪਤਾ ਯਾਰ ਵੀ ਇੰਡੀਆ ਪਿਛਲੇ ਮੈਚ 'ਚ ਨਿਊਜ਼ੀਲੈਂਡ ਨੂੰ ਹਰਾ ਬੈਠਾ, ਇੰਡੀਆ ਵਧੀਆ ਪਰਫਾਰਮੈਂਸ 'ਚ ਹੈ, ਮਤਲਬ ਮੋਰਾਲ ਵੀ ਅਪ ਹੁੰਦਾ ਹੈਗਾ ਵੀ ਪਿਛਲਾ ਮੈਚ ਜਿੱਤ ਗਏ, ਪਰ ਸਪੇਨ ਵੀ ਤਕੜੀ ਟੀਮ ਆ। ਤਾਂ ਮੈਂ ਜਦੋਂ ਤੁਹਾਨੂੰ ਪੁੱਛੂੰ ਯਾਰ ਵੀ ਕੱਲ ਨੂੰ ਇੰਡੀਆ ਜਿੱਤ ਜੂਗਾ, ਤੁਸੀਂ ਕਹੋਗੇ ਸਰ 50-50 ਚਾਂਸ ਨੇ। ਤੇ ਉਹ 50-50 ਦਾ ਮਤਲਬ ਕੀ ਹੈ? ਅੱਛਾ ਜੀ ਸਬ ਇੰਸਪੈਕਟਰ ਦਾ ਪੇਪਰ ਹੈ, ਮਹੀਨੇ ਕੇ ਬਾਅਦ ਕੱਢ ਲਓਗੇ? ਸਰ 50-50 ਚਾਂਸ ਨੇ। ਐਂ ਜੇ ਚੱਲੂਗਾ ਨਾ ਇਹ 50-50 ਕੀ ਹੁੰਦਾ? ਆ ਬੱਦਲ ਜੇ ਰੋਜ਼ ਹੋ ਜਾਂਦੇ ਨੇ, ਕੱਲ ਨੂੰ ਮੀਂਹ ਪਊਗਾ? ਸਰ 50-50 ਚਾਂਸ ਨੇ। ਆ 50-50 ਕੀ ਹੁੰਦਾ ਵੀ ਸਰ ਅੱਧੇ ਚਾਂਸ ਨੇ ਵੀ ਇੰਡੀਆ ਜਿੱਤ ਜੂਗਾ, ਅੱਧੇ ਚਾਂਸ ਨੇ ਇੰਡੀਆ ਹਾਰ ਜੂਗਾ, ਹਾਫ ਚਾਂਸ ਨੇ ਕਿ ਜਿੱਤ ਜੂ, ਹਾਫ ਹਾਰਨ ਦੇ ਚਾਂਸਿਸ ਨੇ। ਅੱਧੇ ਚਾਂਸ ਨੇ ਕਿ ਸਰ ਅਸੀਂ ਸਬ ਇੰਸਪੈਕਟਰ ਲੱਗ ਜਾਾਂਗੇ, ਕਲੀਅਰ ਕਰ ਲਾਂਗੇ ਪੇਪਰ, ਅੱਧੇ ਚਾਂਸ ਨੇ ਕਿ ਨਹੀਂ ਕਰਾਂਗੇ। ਆ ਅੱਧੇ ਦਾ ਮਤਲਬ ਫਿਰ ਅਸੀਂ ਜਿਹੜਾ 50-50 ਕਹਿੰਦੇ ਆ, ਅੱਧਾ ਕਿਉਂ ਨਹੀਂ ਕਹਿ ਦਿੰਦੇ? 50-50 ਕਿਉਂ ਕਹਿੰਦੇ ਆ? ਤਾਂ 50-50 ਬੇਸਿਕਲੀ ਕੀ ਹੈ ਕਿ 50% ਚਾਂਸ ਇਹਦੇ ਨੇ, 50% ਚਾਂਸ ਉਹਦੇ ਨੇ। ਜਿਹੜਾ ਤੁਸੀਂ ਬਿਸਕੁਟ ਖਾਂਦੇ ਹੋ 50-50, ਉਹਦਾ ਨਾਮ 50-50 ਕਿਉਂ ਪਾਤਾ? ਉਹ 'ਚ ਅੱਧੀ ਸ਼ੂਗਰ ਹੁੰਦੀ ਹੈ, ਅੱਧੀ ਸਾਲਟ ਹੁੰਦੀ ਹੈ ਨਾ, ਦੋਨੇ ਤਰ੍ਹਾਂ ਦਾ ਟੇਸਟ ਹੁੰਦਾ, ਅੱਧੀ ਸ਼ੂਗਰ ਅੱਧੀ ਸਾਲਟ, ਪਰ ਉਹਦਾ ਨਾਮ ਅੱਧਾ ਕਦੇ ਨਹੀਂ ਰੱਖਿਆ, ਹਾਫ ਕਦੇ ਨਹੀਂ ਰੱਖਿਆ। 50-50 ਕਿਉਂ ਰੱਖਤਾ? 50% ਸ਼ੂਗਰ 50% ਸਾਲਟ ਹੈ। ਤਾਂ ਬੇਸਿਕਲੀ ਪਰਸੈਂਟੇਜ 'ਚ ਜਿਹੜੀ ਚੀਜ਼ 50% ਆ, ਫ੍ਰੈਕਸ਼ਨ 'ਚ ਉਹ ਅੱਧੀ 1/2 ਹੁੰਦੀ ਆ। ਤਾਂ ਪਰਸੈਂਟੇਜ ਦੇ ਵਿੱਚ ਕੋਈ ਚੀਜ਼ 50% ਹੈ ਤਾਂ ਫ੍ਰੈਕਸ਼ਨ 'ਚੋਂ ਕਿੰਨੀ ਹੋਊਗੀ? ਵੈਸੇ ਹੀ ਦੇਖ ਲਓ 50/100 ਕਰਕੇ, ਐਡਾ ਮੈਨੂੰ ਪਾਠ ਪੜਾਉਣ ਦੀ ਲੋੜ ਨਹੀਂ ਸੀ। 50% ਕੀ ਹੈ? 50/100, 1/2।
परसेंटेज च 100%, फ्रैक्शन च 1 ਦੇ ਬਰਾਬਰ। 100% ਤੋਂ ਬਾਅਦ ਕੀ ਆਇਆ 50% ਆਇਆ। ਕੀ ਚੇਂਜ ਆਇਆ परसेंटेज ਵਾਲੇ ਪਾਸੇ? ਹਾਫ ਹੋਈ ਵੈਲਿਊ। परसेंटेज ਵਾਲੇ ਪਾਸੇ ਕੀ ਚੇਂਜ ਆ ਰਿਹਾ? ਹਾਫ ਹੋ ਰਹੀ ਹੈ ਵੈਲਿਊ। ਤਾਂ फ्रैक्शन ਵਾਲੇ ਪਾਸੇ ਕੀ ਚੇਂਜ ਆ ਰਿਹਾ? ਤਾਂ फ्रैक्शन ਵਾਲੇ ਪਾਸੇ ਕੀ ਚੇਂਜ ਆ ਰਿਹਾ? फ्रैक्शन ਵਾਲੇ ਪਾਸੇ फ्रैक्शन हाफ हो रही है। ਇਹਦਾ ਮਤਲਬ ਜੋ ਚੇਂਜ ਕਿਸੇ ਵੀ परसेंट वैल्यू ਚ ਆਊਗਾ ਬਿਲਕੁਲ ਸੇਮ ਚੇਂਜ ਉਹਦੀ फ्रैक्शन ਚ ਆ ਜਾਊਗਾ। ਬਿਲਕੁਲ ਸੇਮ ਚੇਂਜ। ਜੇ ਅਸੀਂ ਕਿਸੇ परसेंट वैल्यू ਨੂੰ ਅੱਧ ਕੀਤਾ ਤਾਂ ਉਹਦੀ फ्रैक्शन ਵੀ ਅੱਧ ਹੋ ਜੂਗੀ। ਜੇ ਮੈਂ ਕੱਲ ਨੂੰ ਕਿਸੇ परसेंट वैल्यू ਨੂੰ ਡਿਵਾਈਡ ਬਾਈ 5 ਕਰਦਾ ਨਾ ਉਹਦੀ फ्रैक्शन ਵੀ ਡਿਵਾਈਡ ਬਾਈ 5 ਹੋ ਜੂਗੀ। 100% ਦਾ ਬਟੇ 5 20%, ਤਾਂ फ्रैक्शन ਵੀ ਕੀ ਹੋ ਜੂਗੀ 1 ਦਾ ਬਟੇ 5 1 ਬਟੇ 5। ਵੈਸੇ ਵੀ ਚੈੱਕ ਕਰ ਸਕਦੇ ਹੋ 20% ਇਜ਼ 20 ਬਟੇ 100 1 ਬਟੇ 5। ਜੇ 20% ਯਾਦ ਹੋ ਗਿਆ ਨਾ ਕਿ 1/5 ਹੁੰਦਾ 40% 60% 80% ਆ ਸਭ ਕੁਝ ਯਾਦ ਹੋ ਜਾਊਗਾ। 40% 2 ਬਟੇ 5 60% 3 ਬਟੇ 5 ਮਤਲਬ ਇਹ ਸਾਰਾ ਕੁਝ ਯਾਦ ਹੋ ਜਾਊਗਾ। 1/3 ਕੀ ਹੁੰਦਾ ਅਸੀਂ ਹੁਣੇ ਦੇਖਿਆ ਸੀ 33 1 ਬਟਾ 3%। 1/4 ਕੀ ਹੁੰਦਾ ਅਸੀਂ ਯਾਰ 1/2 ਤਾਂ ਦੇਖ ਹਟੇ 50% ਹੁੰਦਾ 50% ਦਾ ਅੱਧ ਕਰ ਦੋ 25%। 1/2 ਦਾ ਅੱਧ ਕਰ ਦੋ 1/4 75% ਕੀ ਹੋ ਜਾਊਗਾ 3/4। ਬਾਈ ਬਣ ਕੇ ਸਕਰੀਨਸ਼ਾਟ ਲੈ ਲਓ ਇਹਦਾ, ਸਕਰੀਨਸ਼ਾਟ ਲੈ ਲਓ ਇਹਦਾ। प्रविंदर क्लियर हो रहा है? समझ आ रहा है भाई? रीतू तो क्लियर आ? ओके 1 किहदे बराबर आ 100%, 1/2 50%, 1/3 33 1 बटा 3%। ਜਾਂ ਫਿਰ ਜੇ ਡੈਸੀਮਲ ਚ ਯਾਦ ਕਰਨਾ 33.33%। 33.33 ਤੋਂ ਬਾਅਦ ਰੁਕ ਨਹੀਂ ਜਾਂਦਾ, ਡਾਟ ਡਾਟ ਲੱਗ ਜਾਂਦੇ ਵੀ ਅਪ ਟੂ ਇਨਫਿਨਿਟੀ। ਆਮ ਤੌਰ ਤੇ ਆਪਾਂ ਇਸ ਤਰ੍ਹਾਂ ਯਾਦ ਕਰਨਾ ਹੈਗਾ 33 1 ਬਟਾ 3%। ਮੈਂ ਇਹ ਤੁਹਾਡੀ ਜ਼ਿੰਮੇਵਾਰੀ ਹੈਗੀ, ਫਰੈਕਸ਼ਨਸ ਅੱਡ ਯਾਦ ਕਰ ਲਿਓ। ਮੈਂ ਪਰਸੈਂਟੇਜ ਦੀ ਫਿਰ ਕੈਲਕੂਲੇਸ਼ਨ ਇਹਦੇ ਸਿਰ ਤੇ ਦੱਸ ਦੂੰਗਾ। ਮੈਂ ਬਸ ਉਹਨਾਂ ਕੁ ਦੱਸ ਰਿਹਾ ਵੀ ਜੇ ਕਿਸੇ ਬੱਚੇ ਨੇ ਕਦੇ ਨਹੀਂ ਪੜਿਆ ਇਹੋ ਜਿਹਾ ਕੁਝ ਪੜਨਾ ਹੈਗਾ। ਇਹ ਫਰੈਕਸ਼ਨਸ ਅਸੀਂ ਵੈਸੇ ਯਾਦ ਕਰਨੀਆਂ ਨੇ। ਮੈਂ ਟੇਬਲ ਬਣ ਜੂਗਾ ਬਣਦਾ ਮਤਲਬ परसेंटेज तो फ्रैक्शन या फ्रैक्शन तो परसेंटेज निकलती किवें वो सानू क्लीयर है। सानू किते भी पूछ लिया यार 1/5 दी परसेंटेज दसो, फ्रैक्शन है मल्टीप्लाई 100 करके परसेंटेज आ जू। फ्रैक्शन है x ओवर y आ मल्टीप्लाई 100 करके परसेंटेज आ जू। जे सानू पूछ लिया कि 20% दी फ्रैक्शन दसो, परसेंटेज दा साइन हटाओ थल्ले 100 ला दो 1/5 आ जू। मतलब परसेंटेज तो फ्रैक्शन या फ्रैक्शन तो परसेंटेज सानू कड्ढनी आउंदी होनी चाहिदी आ, पर याद होण वैल्यूज ਇਹ ਵੈਲਿਊਜ਼ ਯਾਦ ਹੋਣੀਆਂ ਚਾਹੀਦੀਆਂ ਨੇ। ਇਸ ਤਰ੍ਹਾਂ 1 ਹੋ ਗਿਆ 100%, 1/2 ਹੋ ਗਿਆ 50%, 1/4 ਹੋ ਗਿਆ 25%, 3/4 ਵੀ ਹੋ ਗਿਆ 75%। ਮੰਨ ਲਓ ਯਾਰ ਸਾਨੂੰ ਕੱਲ ਨੂੰ ਕਿਸੇ ਨੇ ਮਤਲਬ 5/4 ਪੁੱਛ ਲਿਆ, 5/4 ਦੱਸੋ ਜੀ ਕਿੰਨਾ ਹੁੰਦਾ। ਤੁਸੀਂ ਦੇਖੋ ਯਾਰ ਵੀ 1/4 ਜ਼ਿੰਦਗੀ 'ਚ ਪੜ੍ਹਿਆ ਸੀ ਕਦੇ 25% ਹੁੰਦਾ, ਤਾਂ 5/4 ਇਹਦਾ 5 ਗੁਣਾ ਨਹੀਂ ਹੋ ਗਿਆ, ਇਹਦਾ 5 ਗੁਣਾ ਹੋ ਗਿਆ, ਇੱਧਰ ਵੀ 5 ਗੁਣਾ 125%। ਓਕੇ ਸਾਨੂੰ ਕਿਸੇ ਨੇ 7/5 ਪੁੱਛ ਲਿਆ ਜ਼ਿੰਦਗੀ 'ਚ, ਦੱਸੋ ਜੀ 7/5 ਕੀ ਹੋਊਗਾ। ਤੁਸੀਂ ਯਾਰ 1/5 ਪੜਿਆ ਸੀ ਇੱਕ ਵਾਰ 20%। ਜੇ 1/5 20% ਆ ਤਾਂ 7/5 7 ਗੁਣਾ 20% ਦਾ 7 ਗੁਣਾ 140% ਆ ਜਾਊਗਾ। ਤਾਂ ਇਸ ਤਰ੍ਹਾਂ ਇਹ ਵੈਲਿਊਜ਼ ਥੋੜੀ ਜਿਹੀ ਵੱਧ ਲਿਖ ਕੇ ਟੇਬਲ ਬਣਾ ਕੇ ਦੁਬਾਰਾ ਲਿਖ ਕੇ ਦੁਬਾਰਾ ਟੇਬਲ ਬਣਾ ਕੇ ਇੱਕ ਵਾਰ ਯਾਦ ਕਰ ਲਿਓ। ਇਹਦੇ ਸਿਰ ਤੇ ਅਸੀਂ ਕੈਲਕੂਲੇਸ਼ਨ ਥੋੜੀ ਜਿਹੀ ਜ਼ਿਆਦਾ ਸੌਖੀ ਕਰ ਲਾਂਗੇ। ਯਾ ਓਕੇ 1/5 ਵੀ ਹੋ ਗਿਆ 20%, 1/6 ਲਿਖਦਾ ਮੈਂ, 1/7 ਲਿਖਦਾ, 1/8 ਲਿਖਦਾ। ਬਾਕੀ ਅੱਗੇ ਪਿੱਛੇ ਥੋੜੀ ਜਿਹੀ ਤੁਸੀਂ ਆਪ ਨਿਗਾਹ ਜੀ ਮਾਰ ਲਿਓ ਵੀ ਕਿਹੜੀਆਂ ਕਿਹੜੀਆਂ ਵੈਲਿਊਜ਼ ਯਾਦ ਕਰਨੀਆਂ ਨੇ। ਤਾਂ ਮੈਂ ਫਰੈਕਸ਼ਨ ਵਾਲੇ ਪਾਸੇ ਲਿਖੂੰਗਾ, ਤੁਸੀਂ ਉਹਦੀ ਪਰਸੈਂਟੇਜ ਯਾਦ ਕਰਨੀ ਆ। 1/6 1/6 ਹੁੰਦਾ 16 2 ਬਟੇ 3% ਜਾਂ ਫਿਰ 16.66%। मतलब जेड़े तक क्वांट्स वाले स्टूडेंट ने, क्वांट दे विच ये बहुत इंपॉर्टेंट वैल्यू आ, क्वांट दे विच ये बहुत इंपॉर्टेंट वैल्यू आ, डी आई च इन्नी इंपॉर्टेंट नहीं हैगी। मैं डी आई दा मैं आपदे तजर्बे च दसा, क्वांट च तां मैं आप इहदे बहुत ज़्यादा सवाल बना दिना। डी आई दे विच आम तौर ते ये वैल्यूज़ बहुत घट काम आउंदियां ने। डी आई च आम तौर ते 20% 25% 35% मतलब इहो जिहियां वैल्यूज़ याद आउंदियां, मतलब ज़्यादा यूज़ करवाईयां जांदियां ने, बट स्टिल आपां करनियां ने तां करनियां ने। 1/6 हो गया, 1/7 हो गया, 1/8 हो गया।
1/7 की हो जू 14.2/7%। 1/8 की हो जू 12.5%। ਅਸੀਂ 25% पढ़िया सी 1/4 ਉਹਦਾ ਅੱਧ 12.5% ਉਧਰ 1/4 ਦਾ ਅੱਧ ਹੋ ਗਿਆ 1/8। ਤੁਹਾਡੀ ਜ਼ਿੰਮੇਵਾਰੀ ਕੀ ਹੈ ਜੇ 1/7 ਹੋ ਗਿਆ ਤਾਂ 2/7 3/7 5/7 ਇਹੋ ਜਿਹਾ ਕੁਝ ਦੇਖਣਾ ਹੈ। 1/8 ਹੋ ਗਿਆ ਤਾਂ 3/8 5/8 7/8 ਆ ਕੁਝ ਦੇਖਣਾ ਹੈ। ਪਰ ਇਹ ਮੈਂ ਛਡਾ ਰਿਹਾ ਹਾਂਗਾ ਠੀਕ ਹੈ। ਤਾਂ ਇਹ ਹੋ ਗਿਆ मतलब ये थोड़ा जिहा फास्ट ट्रैक करा रहा क्योंकि ये तुहाडी जिम्मेवारी है करन दी। मेरी जिम्मेवारी है ਇਹਦੇ सिर ते परसेंटेज दी कैलकुलेशन मैं करवाऊंगा। हाँ जी 5% 10% 100% किहदे बराबर सी 1 ਦੇ ਬਰਾਬਰ ਸੀ ਤਾਂ 10% ਕਿਹਦੇ ਬਰਾਬਰ ਆ ਜੋ 10/100 1/10। 1/10 ਦਾ ਮਤਲਬ ਕੀ ਹੁੰਦਾ ਬੋਲਣ ਵੇਲੇ ਤਾਂ 1/10 ਲੱਗੇ ਹੋਏ ਆ ਸੀ 10 ਚੋਂ 1 1 ਆਊਟ ਆਫ 10 1 ਆਊਟ ਆਫ 10 ਬੇਸਿਕਲੀ 10 ਚੋਂ 1 10 ਚੋਂ 1 ਦਾ ਮਤਲਬ ਕੀ ਆ ਤੁਹਾਡੀ ਕਲਾਸ 'ਚ 80 ਬੱਚੇ ਨੇ ਮੀਂਹ ਪੈ ਗਿਆ 8 ਆਏ ਨਹੀਂ ਹੈਗੇ ਤਾਂ ਕਿੰਨੇ % ਕਲਾਸ ਨਹੀਂ ਆਈ ਹੈਗੀ 8 ਬੱਚੇ ਨਹੀਂ ਆਏ 80 ਦੇ ਵਿੱਚੋਂ 1 ਆਊਟ ਆਫ 10 ਹੋ ਗਿਆ 8/80 1/10 ਹੋ ਗਿਆ ਨਾ 1/10 याद है भी 10% ਹੁੰਦਾ ਤਾਂ 10% ਕਲਾਸ ਐਬਸੈਂਟ ਆ ਤਾਂ 10% ਕਲਾਸ ਐਬਸੈਂਟ ਆ ਸਾਡੀ। ਇਸੇ ਤਰ੍ਹਾਂ ਮੰਨ ਲਓ ਤੁਹਾਡੀ ਕਲਾਸ ਦੇ ਵਿੱਚ 66 ਬੱਚੇ ਨੇ 66 ਬੱਚਿਆਂ ਦੇ ਵਿੱਚੋਂ 11 ਬੱਚੇ ਫੇਲ ਹੋ ਗਏ ਤਾਂ ਕਿੰਨੇ % ਕਲਾਸ ਫੇਲ ਹੋ ਗਈ 11 ਬੱਚੇ ਫੇਲ ਹੋ ਗਏ 66 ਦੇ ਵਿੱਚੋਂ ਤੇ ਆਪਾਂ ਪਰਸੈਂਟੇਜ ਚ ਦੱਸਣਾ 11/66 1/6 ਬਣ ਗਿਆ 16 2/3% ਕਲਾਸ ਫੇਲ ਹੋ ਗਈ 1/6 ਦਾ ਮਤਲਬ 16 2/3% ਕਲਾਸ ਫੇਲ ਹੋ ਗਈ। ਤਾਂ ਜੇ ਸਾਨੂੰ ਆ ਫ੍ਰੈਕਸ਼ਨ ਦੀਆਂ ਪਰਸੈਂਟੇਜਸ ਯਾਦ ਹੋਣਗੀਆਂ ਸਾਨੂੰ ਕੈਲਕੂਲੇਟ ਕਰਨ ਦੀ ਲੋੜ ਨਹੀਂ ਪੈਣੀ ਵੀ ਭਾਈ 11 ਬੱਚੇ ਫੇਲ ਹੋ ਗਏ 66 ਦੇ ਵਿੱਚੋਂ ਕਿੰਨੇ % ਬਣਿਆ 11 ਦੀ ਕੈਲਕੂਲੇਸ਼ਨ 11 ਦਾ ਕੰਪੈਰੀਜ਼ਨ 66 ਦੇ ਨਾਲ ਉਹ ਆ ਗਿਆ 1/6 100/6 ਨੂੰ ਕੈਲਕੂਲੇਟ ਕਰੀ ਜਾਂਦੇ 2 ਤੇ ਉੱਪਰ ਕੱਟਿਆ 2 ਤੇ ਥੱਲੇ ਕੱਟਿਆ 50/3 ਉਹ ਦੇਖੋ ਜੀ ਕਿੰਨੇ % ਬਣੂਗਾ। ਗੱਲ ਉੱਥੇ ਜਾ ਕੇ ਨਿਬੜਨੀ ਹੈ ਯਾਦ ਹੋਣਾ ਚਾਹੀਦਾ ਕਿ 1/6 16 2/3% ਦੇ ਬਰਾਬਰ ਹੁੰਦਾ ਹੈ। ਇਸੇ ਤਰ੍ਹਾਂ ਜੇ 10% ਯਾਦ ਹੋ ਗਿਆ कि 1/10 ਦੇ ਬਰਾਬਰ ਹੈ ਤਾਂ 30% 3/10 ਹੋ ਜਾਊਗਾ 70% 7/10 ਹੋ ਜਾਊਗਾ। ਇਹ ਸਾਰੀਆਂ ਵੈਲਿਊਜ਼ ਉਵੇਂ ਯਾਦ ਹੋ ਜਾਣਗੀਆਂ। ਉਸੇ ਤਰ੍ਹਾਂ 5% ਜੇ ਯਾਦ ਹੋ ਗਿਆ 5% ਕਿੰਨਾ ਹੋਊਗਾ ਕਮੈਂਟ ਕਰਕੇ ਦੱਸੋ। ਇੰਦਰ ਪ੍ਰਵਿੰਦਰ ਰੀਤੂ ਅਮਨ ਯਾ ਤੁਹਾਡੇ ਜੋ ਕਮੈਂਟ ਕਰਕੇ ਦੱਸੋ 5% ਯਾ बिल्कुल ठीक है बिल्कुल या 5% की होगा होर कुछ नहीं याद आया 5/100 कर दो 1/20 जिवें 10% 1/10 ना तो 5% विल बी 1/20 जे यार तुहानू याद हो गया ना कि 5% 1/20 के बराबर होंदा है 15% 35% 55 या 45% 85 95 ਸਾਰੇ ਇਹ ਜਿਹੜੇ ਹੋ ਜਾਣਗੇ 5 ਦੇ ਮਲਟੀਪਲ ਇਹ ਸਾਰੇ ਯਾਦ ਹੋ ਜਾਣਗੇ 15% 3/20 35% 7/20 55% 11/20 ਮਤਲਬ ਇਹ ਸਾਰੇ ਉਵੇਂ ਯਾਦ ਹੋ ਜਾਣਗੇ 5% ਦਾ ਜਿੰਨੇ ਗੁਣਾ 1/20 ਦਾ ਉਨੇ ਹੀ ਗੁਣਾ। ਇੱਥੇ ਤੱਕ ਕਲੀਅਰ ਹੈ ਸਾਰਿਆਂ ਨੂੰ ਯਾ Yeah. ठीक है मैं ਜਿਹੜਾ ਆਪਣਾ ਲੈਕਚਰ ਚੱਲ ਰਿਹਾ ਹੈਗਾ ਇਹਦੀ ਵੀਡੀਓ ਸਾਰਿਆਂ ਨੂੰ ਮਿਲ ਜਾਇਆ ਕਰੂਗੀ ਮਤਲਬ ਜਿਹੜੇ ਐਨਰੋਲਡ ਸਟੂਡੈਂਟਸ ਹੋਣਗੇ ਮੈਂ ਕਲਾਸ ਖਤਮ ਹੋਇਆ ਕਰੂਗੀ ਕਲਾਸ ਖਤਮ ਹੋਣ ਤੋਂ ਅੱਧੇ ਘੰਟੇ ਦੇ ਵਿੱਚ ਮਤਲਬ ਮੈਂ YouTube ਤੇ ਵੀਡੀਓ ਅਪਲੋਡ ਕਰਕੇ ਪ੍ਰਾਈਵੇਟ ਵੀਡੀਓ ਅਪਲੋਡ ਕਰਕੇ ਤੁਹਾਨੂੰ ਲਿੰਕ ਭੇਜ ਦਿਆ ਕਰੂੰਗਾ ਜਿਹੜੇ ਐਨਰੋਲਡ ਸਟੂਡੈਂਟਸ ਹੋਣਗੇ ਉਹ ਦੇਖ ਸਕਿਆ ਕਰਨਗੇ ਤੇ ਮਤਲਬ ਇਨ ਕੇਸ ਕੁਝ ਮਿਸ ਹੁੰਦਾ ਹੈਗਾ ਤੁਸੀਂ ਦੁਬਾਰਾ ਦੇਖ ਸਕਦੇ ਹੋਗੇ ਮਤਲਬ ਮੇਰੇ ਕੋਲੋਂ ਦੁਬਾਰਾ ਸਮਝ ਸਕਦੇ ਹੋਗੇ ਦੁਬਾਰਾ ਦੇਖ ਵੀ ਸਕਦੇ ਹੋ ਮਤਲਬ ਉਹ ਜਿਹੀ ਫੈਸਿਲਿਟੀ ਤੁਹਾਨੂੰ ਮਿਲੂਗੀ। हाँ जी
ਇਹਦੇ ਵਿੱਚ ਹੁਣ ਆਪਾਂ ਇੱਕ ਗੱਲ ਕੀ ਕੀਤੀ ਸੀ ਵੀ ਭਾਈ ਮੰਨ ਲਓ ਤੁਹਾਡੀ ਕਲਾਸ ਦੇ ਵਿੱਚ 72 ਸਟੂਡੈਂਟ ਨੇ, ਮੰਨ ਲਓ ਤੁਹਾਡੀ ਕਲਾਸ ਦੇ ਵਿੱਚ 72 ਬੱਚੇ ਨੇ, ਉਹਦੇ ਵਿੱਚੋਂ 18 ਐਬਸੈਂਟ ਨੇ। ਤੁਹਾਡੀ ਕਲਾਸ 'ਚ 72 ਬੱਚੇ ਨੇ ਜਿਹਦੇ ਵਿੱਚੋਂ 18 ਐਬਸੈਂਟ ਨੇ, ਤਾਂ ਕਿੰਨੇ ਪਰਸੈਂਟ ਕਲਾਸ ਐਬਸੈਂਟ ਹੈ? ਕਿੰਨੇ ਪਰਸੈਂਟ ਕਲਾਸ ਐਬਸੈਂਟ ਹੈ? ਕਿੰਨੇ ਪਰਸੈਂਟ ਕਲਾਸ ਐਬਸੈਂਟ ਪੁੱਛ ਲਈ ਨਾ ਉਹਨੇ ਯਾਰ, ਪਰਸੈਂਟੇਜ ਨੂੰ ਗੋਲੀ ਮਾਰੋ। ਉਹ ਦੱਸੋ ਕਿੰਨੇ ਐਬਸੈਂਟ ਨੇ? 18 ਜੀ। ਜੇ ਸਾਨੂੰ ਪਰਸੈਂਟੇਜ 'ਚ ਨਾ ਪੁੱਛਿਆ ਹੁੰਦਾ, ਉਹੀ ਪੁੱਛਿਆ ਹੁੰਦਾ ਯਾਰ ਵੀ ਕਿੰਨੇ ਐਬਸੈਂਟ ਨੇ, ਤੁਸੀਂ ਕਹਿ ਦਿੰਦੇ 18 ਐਬਸੈਂਟ ਨੇ। ਪਰ ਐਗਜ਼ਾਮੀਨਰ ਕਹਿੰਦਾ ਪਰਸੈਂਟੇਜ 'ਚ ਦੱਸੋ, ਤੇ ਪਰਸੈਂਟੇਜ ਦਾ ਮਤਲਬ ਕੰਪੈਰੀਜ਼ਨ। ਯਾਰ ਜਦੋਂ ਹੀ ਪਰਸੈਂਟੇਜ ਦਾ ਸ਼ਬਦ ਤੁਸੀਂ ਪੜ੍ਹ ਲੈਣਾ ਯਾਰ ਵੀ ਐਗਜ਼ਾਮੀਨਰ ਸਾਨੂੰ ਕੁਝ ਪਰਸੈਂਟੇਜ 'ਚ ਕੱਢਣ ਨੂੰ ਕਹਿ ਰਿਹਾ, ਉਹਦਾ ਸਿੱਧਾ ਸਿੱਧਾ ਮਤਲਬ ਹੈ ਤੁਹਾਡੇ ਦਿਮਾਗ 'ਚ ਕਿਹੜਾ ਸ਼ਬਦ ਵੱਜੇ ਆ ਕੇ ਕਿ ਬਾਈ ਹੁਣ ਕੰਪੈਰੀਜ਼ਨ ਕਰਨਾ ਪਊਗਾ। ਤੇ ਕੰਪੈਰੀਜ਼ਨ ਕਿਵੇਂ ਕਰਨਾ ਹੈ? ਜਿਹਦੀ ਪਰਸੈਂਟੇਜ ਕੱਢਣੀ ਆ ਉਹ ਉੱਪਰ ਰੱਖੋ, ਜਿੰਨੇ ਚੋਂ 18 ਆਇਆ, ਕਿੰਨਿਆਂ ਚੋਂ 18 ਐਬਸੈਂਟ ਨੇ? 72 ਚੋਂ, ਉਹਨੂੰ ਥੱਲੇ ਰੱਖੋ ਤੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਨਾ ਹੀ ਹੁੰਦਾ। 18 ਬਟੇ 72, ਜੇ 18 ਦਾ ਟੇਬਲ ਆਉਂਦਾ ਹੋਊਗਾ, 18 25 ਦੇ ਵਿੱਚ ਆਉਂਦਾ, ਮੈਂ 25 ਤੱਕ ਟੇਬਲ ਯਾਦ ਕਰਨ ਨੂੰ ਕਹੀ ਸੀ, ਜੇ 18 ਦਾ ਟੇਬਲ ਆਉਂਦਾ ਹੋਊਗਾ 1/4। ਹੁਣ ਤੁਹਾਨੂੰ 1/4 ਦੀ ਕੈਲਕੂਲੇਸ਼ਨ ਨਹੀਂ ਕਰਨ ਦੀ ਲੋੜ ਪੈਣੀ, 1/4 ਹੁਣੇ 10 ਮਿੰਟ ਪਹਿਲਾਂ ਪੜਿਆ ਵੀ 25% ਹੁੰਦਾ। ਜੇ ਗੁਣਾ 100 ਕਰਕੇ ਦੇਖੋਗੇ ਵੀ ਤਾਂ 25% ਹੀ ਆਊਗਾ। ਇਸ ਤਰ੍ਹਾਂ ਸਾਡੀ ਕੈਲਕੂਲੇਸ਼ਨ ਹੋ ਜੂਗੀ। ਇਹ ਥੋੜੀ ਸੌਖੀ ਕੈਲਕੂਲੇਸ਼ਨ। ਹੁਣ ਇਹ ਤੋਂ ਬਾਅਦ ਜੇ ਤੁਹਾਨੂੰ ਕਹਿ ਦੇ 720 ਦੇ ਵਿੱਚੋਂ 414 ਬੱਚੇ ਫੇਲ ਹੋ ਗਏ ਤਾਂ ਕਿੰਨੇ ਪਰਸੈਂਟ ਕਲਾਸ ਫੇਲ ਹੋ ਗਈ ਦੱਸੋ। ਹੁਣ ਆ ਗਿਆ ਤੁਹਾਡੇ ਕੋਲ 720 ਦੇ ਵਿੱਚੋਂ 414 ਬੱਚੇ ਫੇਲ ਹੋ ਗਏ ਤਾਂ ਪਰਸੈਂਟੇਜ 'ਚ ਦੱਸੋ ਕਿੰਨੀ ਕਲਾਸ ਫੇਲ ਹੈ। ਤਾਂ ਤੁਸੀਂ ਹੁਣ ਇੱਥੇ ਤਾਂ ਇਹੋ ਜਿਹਾ ਕੁਝ ਕਰ ਨਹੀਂ ਸਕਦੇ। 414 ਤੇ 720 ਨੂੰ ਜੇ ਤੁਸੀਂ ਕੱਟਣ ਲੱਗੋਗੇ, ਚਲੋ 9 ਦੇਖ ਕੇ ਪਤਾ ਲੱਗਦਾ ਵੀ ਇਹ ਵੀ 9 ਤੇ ਕੱਟਿਆ ਜਾਊਗਾ, ਇਹ ਵੀ 9 ਤੇ ਕੱਟਿਆ ਜਾਊਗਾ। 9 ਤੇ ਕੱਟਾਂਗੇ ਤਾਂ ਥੱਲੇ ਆ ਗਿਆ ਪੂਰਾ 80, ਉੱਪਰ ਕਿੰਨਾ ਆ ਜਾਊਗਾ? 9 × 4 36, 36 ਨਿਕਲੇ, 5 ਬਚ ਗਏ, 54 ਲੱਗ ਗਿਆ, 46, 46 ਬਟੇ 80 ਆ ਗਿਆ। ਬਾਲੀ ਗੱਲ ਹੈ, ਤੁਸੀਂ 0 ਨਾਲ 0 ਕੱਟ ਦੋਗੇ, ਥੱਲੇ 8 ਆ ਗਿਆ, 10 ਤੇ 8, ਉੱਪਰ 5, ਥੱਲੇ 4 ਆ ਗਿਆ। 46 ਬਟੇ 4 ਨਹੀਂ ਕੱਟਿਆ ਜਾਣਾ ਪਰ 2 ਕੱਟਿਆ ਜਾਊਗਾ, 23, 2 ਕੱਟਿਆ ਗਿਆ 2, 23 × 5 115, ਥੱਲੇ 2 ਹੈਗਾ ਤਾਂ 115 ਦਾ ਅੱਧ। 115 ਦਾ ਅੱਧ ਕਿਵੇਂ ਕਰਨਾ? 100 ਤੇ 15 'ਚ ਤੋੜ ਦੋ 115 ਨੂੰ, ਇਕੱਠਾ 115 ਦਾ ਅੱਧ ਨਾ ਕਰੋ, 100 ਤੇ 15 'ਚ ਤੋੜ ਦੋ, 100 ਦਾ ਅੱਧ 50, 15 ਦਾ ਅੱਧ 7.5 ਤਾਂ 50 ਤੇ 7.5 57.5% ਆਨਸਰ ਆ ਗਿਆ ਇਹਦਾ। ਤਾਂ ਇਹ ਕੈਲਕੂਲੇਸ਼ਨ ਕਿਵੇਂ ਹੋ ਗਈ? 57.5% ਆ ਗਿਆ। ਇੱਕ ਤਰੀਕਾ ਆਮ ਤੌਰ ਤੇ ਇਹ ਰੱਖਿਆ ਜਾਂਦਾ ਹੈਗਾ ਇਹਦਾ ਵੀ ਪੂਰੀ ਦੀ ਪੂਰੀ ਕੈਲਕੂਲੇਸ਼ਨ ਕਰ ਲਓ ਜਿੱਥੇ ਤੱਕ ਕੱਟਿਆ ਜਾਂਦਾ। ਜੇ ਤੁਸੀਂ ਥੋੜਾ ਜਿਹਾ ਤੇਜ਼ੀ ਨਾਲ ਕਰਨਾ ਹੈ, ਥੋੜਾ ਜਿਹਾ ਤੇਜ਼ੀ ਨਾਲ ਕਰਨਾ ਤਾਂ ਕਿਵੇਂ ਕਰਨਾ ਹੈ? ਹੁਣ ਆਹ ਮੰਨ ਲਓ ਆਪਾਂ ਇਸੇ ਦਾ ਹੀ ਕਰਨਾ ਹੈ। ਆਪਣੇ ਆਪਸ਼ਨ ਹੁੰਦੇ 46%, 65%, 57.5%, 39%। ਹੁਣ ਆਪਣੇ ਆਪਸ਼ਨ ਜੇ ਤਾਂ ਇੰਨੇ ਦੂਰ ਨੇ ਫਿਰ ਤਾਂ ਬੜੇ ਆਰਾਮ ਨਾਲ, ਸਾਨੂੰ ਨਹੀਂ ਪਤਾ ਸਹੀ ਕਿਹੜਾ ਹੋਊਗਾ, ਮੈਂ ਗਲਤ 2 ਮਿੰਟ 'ਚ ਦੱਸ ਦਿੰਦਾ ਤੁਹਾਨੂੰ। 414 ਦਾ 720 ਦੇ ਨਾਲ ਕੰਪੈਰੀਜ਼ਨ ਮਲਟੀਪਲਾਈ 100, ਇਹੀ ਕਰਨਾ ਜਿਹਦਾ ਐਗਜ਼ੈਕਟ ਆਨਸਰ ਸਾਡਾ 57.5 ਆਇਆ ਸੀਗਾ। ਇਹੋ ਜਿਹੇ ਆਪਸ਼ਨ ਹੋਣ ਤਾਂ ਅਸੀਂ ਸਿੱਧਾ ਆਨਸਰ ਕਿਵੇਂ ਕਰ ਲਾਂਗੇ? 720 ਦੇ ਨਾਲ ਕੰਪੈਰੀਜ਼ਨ ਹੋ ਰਿਹਾ ਨਾ। ਇੱਕ ਗੱਲ ਸ਼ਾਇਦ ਮੈਂ ਦੱਸੀ ਹੈ, ਪਤਾ ਨਹੀਂ ਦੱਸੀ, ਹੁਣ ਦੱਸ ਦਿੰਦਾ। ਜਿਹਦੇ ਨਾਲ ਕੰਪੈਰੀਜ਼ਨ ਹੁੰਦਾ, ਜਿਹਨੂੰ ਆਪਾਂ ਥੱਲੇ ਲਿਖਦੇ ਆ, ਉਹ ਆਪਣੇ ਆਪ 'ਚ 100% ਹੁੰਦਾ। ਵੈਸੇ ਆਪਾਂ ਗੱਲ ਕੀਤੀ ਸੀ ਵੀ ਯਾਰ ਜੇ ਬੱਚੇ ਦੇ 500 ਚੋਂ 500 ਨੰਬਰ ਆ ਜਾਣ, ਜੇ ਬੱਚੇ ਦੇ 500 ਚੋਂ 500 ਨੰਬਰ ਆ ਜਾਣ, ਉਹਦੇ 100% ਬਣ ਗਏ ਨਾ। ਤਾਂ ਜਿਹੜੀ ਚੀਜ਼ ਕੰਪਲੀਟ ਹੁੰਦੀ ਆ ਉਹ ਆਪਣੇ ਆਪ 'ਚ 100% ਹੁੰਦੀ ਆ। ਤਾਂ ਇੱਥੇ 720 ਕੰਪਲੀਟ ਆ ਤਾਂ ਉਹ ਆਪਣੇ ਆਪ 'ਚ 100% ਹੋਊਗਾ। 100% ਦੀ ਵੈਲਿਊ ਜੇ 720 ਆ, 50% ਦੀ ਵੈਲਿਊ ਕਿੰਨੀ ਹੋਣੀ ਹੈ? 360। 50% ਦੀ ਵੈਲਿਊ 360 ਹੋਣੀ ਆ। ਅਸੀਂ ਜਿਹਦੀ ਪਰਸੈਂਟੇਜ ਕੱਢਣੀ ਉਹ 360 ਤੋਂ ਜ਼ਿਆਦਾ ਹੈ, ਬਿਲਕੁਲ ਜ਼ਿਆਦਾ ਹੈ। ਤਾਂ ਇਹਦਾ ਮਤਲਬ ਸਾਡਾ ਆਨਸਰ 50% ਤੋਂ ਵੱਧ ਆਊਗਾ। 50% ਤੋਂ ਵੱਧ ਆਊਗਾ ਤਾਂ 2 ਤਾਂ ਕੱਟਤੇ ਆਪਾਂ। ਸਾਨੂੰ ਪਤਾ ਲੱਗ ਗਿਆ ਨਾ ਕਿ 100% ਦੀ ਵੈਲਿਊ 720 ਆ। ਆਪਾਂ 720 ਦੇ ਵਿੱਚੋਂ 414 ਨੂੰ ਦੇਖਣਾ ਤਾਂ 720 ਦਾ ਅੱਧ 360 ਹੁੰਦਾ। ਇਹ 360 ਤੋਂ ਵੱਡੀ ਵੈਲਿਊ ਹੈ ਤਾਂ ਆਨਸਰ ਸਾਡਾ 50% ਤੋਂ ਜ਼ਿਆਦਾ ਆਊਗਾ। 2 ਆਪਸ਼ਨ ਕੱਟੇ ਗਏ। ਕਿਹੜਾ ਰਹਿ ਗਿਆ? 57.5 ਤੇ 65%। ਇਹਨਾਂ ਦੋਨਾਂ 'ਚ ਕਿਹੜਾ ਸਹੀ ਹੋਊਗਾ ਇਹ ਦੇਖਣਾ।
ਇਹਨਾਂ ਦੋਨਾਂ ਚੋਂ ਕਿਹੜਾ ਸਹੀ ਹੋਊਗਾ ਉਹਨੂੰ ਦੇਖਣ ਦੇ ਵੀ ਹੁਣ ਦੋ ਤਰੀਕੇ ਨੇ। ਮੈਂ ਝੱਟ ਦੇ ਨੇ ਲਿਟਰਲੀ ਆਪਾਂ 1.5 ਸਕਿੰਟ 2 ਸਕਿੰਟ ਲੈਂਦੇ ਨਹੀਂ ਹੈਗੇ ਸਟਿਲ। ਕਿੱਥੋਂ ਰਬ ਕਰੀਏ ਆ ਰਬ ਕਰ ਦਿੰਦੇ। ਹੁਣ ਦੋ ਤਰੀਕੇ, ਇੱਕ ਤਾਂ ਇਹ ਕਿ ਜਦੋਂ ਤੁਸੀਂ ਦੇਖ ਲਿਆ ਕਿ 50% 360 ਦੇ ਬਰਾਬਰ ਹੈ, 50% ਤਾਂ ਹੈਗਾ, 50 ਤੋਂ ਥੋੜਾ ਜਿਹਾ ਉੱਤੇ ਆਨਸਰ ਆਊਗਾ ਤਾਂ 50 ਤੋਂ ਛੋਟੇ ਕੱਟ ਤੇ ਤੁਸੀਂ 50% ਤੋਂ ਉੱਤੇ ਕਿੰਨਾ 360 ਹੋ ਗਿਆ, 414 ਦਾ ਮਤਲਬ ਬਾਕੀ 54 ਹੋਰ ਹੈ, ਬਾਕੀ 54 ਹੋਰ ਹੈ ਨਾ, 414 ਲਈ 360 ਤਾਂ ਹੋ ਗਿਆ ਜੋ ਕਿ 50% ਹੈ, ਬਾਕੀ 54 ਹੋਰ ਹੈ। 720 ਦਾ 10% ਲੈ ਲਓ, 10% ਦੀ ਵੈਲਿਊ 72 ਹੋਊਗੀ ਬਾਈ, ਜਿਵੇਂ 100% ਦੀ ਵੈਲਿਊ 720 ਆ, 10% ਦੀ ਵੈਲਿਊ 72 ਹੋਊਗੀ, ਪਰ ਇਹ ਤਾਂ 72 ਤੋਂ ਛੋਟਾ ਹੈਗਾ, 72 ਤੋਂ ਛੋਟਾ ਹੈ ਮਤਲਬ 10% ਤੋਂ ਘੱਟ ਹੈ, 10 ਤੋਂ ਘੱਟ ਹੈ ਤਾਂ 50 ਪਲੱਸ 10 ਤੋਂ ਘੱਟ ਮਤਲਬ 60 ਤੋਂ ਘੱਟ ਆਨਸਰ ਆਊਗਾ, ਤਾਂ 60 ਤੋਂ ਵੱਡਾ ਵੀ ਗਲਤ ਹੋ ਗਿਆ। ਸਾਨੂੰ ਇਹ ਨਹੀਂ ਪਤਾ ਲੱਗਿਆ ਕਿ 57.5 ਸਹੀ ਹੈ, ਸਾਨੂੰ ਇਹ ਪਤਾ ਲੱਗ ਗਿਆ ਬਾਕੀ ਤਿੰਨ ਗਲਤ ਨੇ। ਤਾਂ ਕੁਆਂਟ ਮਤਲਬ ਡੀਆਈ ਦੀ, ਮੈਂ ਕੁਆਂਟਸ ਦੇ ਵਿੱਚ ਇਹ ਚੀਜ਼ ਘੱਟ ਕੰਮ ਆਉਂਦੀ ਹੈ, ਡੀਆਈ ਦੇ ਵਿੱਚ ਇਹ ਅਸੀਂ ਬਹੁਤ ਕੰਮ ਲਵਾਂਗੇ ਕਿ ਸਾਨੂੰ ਸਹੀ ਸੂਈ ਤਾਂ ਪਤਾ ਨਹੀਂ ਕਦੋਂ ਪਤਾ ਲੱਗੂਗਾ, ਗਲਤ ਤਿੰਨ ਬਹੁਤ ਜਲਦੀ ਲੱਭ ਲਾਂਗੇ, ਤਿੰਨ ਗਲਤ ਆਪਸ਼ਨ ਅਸੀਂ ਕਈ ਵਾਰ ਜਲਦੀ ਲੱਭ ਲਿਆ ਕਰਾਂਗੇ। ਤਾਂ ਇਹ ਗੱਲ ਸਮਝ ਆ ਗਈ? ਪਲੀਜ਼ ਕਮੈਂਟ ਕਰਕੇ ਦੱਸੋ, ਕਿਉਂਕਿ ਸਾਨੂੰ ਐ ਥੋੜੀ ਕਿਹਾ ਜਾਊਗਾ ਯਾਰ ਵੀ 720 ਚੋਂ 414 ਬੱਚੇ ਐਬਸੈਂਟ ਨੇ ਤਾਂ ਪਰਸੈਂਟੇਜ ਚ ਦੱਸੋ, ਸਾਨੂੰ ਕੀ ਕਿਹਾ ਜਾਊ ਬਾਈ 720 ਚੋਂ 414 ਬੱਚੇ ਐਬਸੈਂਟ ਨੇ, ਪਰਸੈਂਟੇਜ ਚ ਦੱਸੋ ਇਹਨਾਂ ਚਾਰਾਂ ਚੋਂ ਕੀ ਬਣੂਗਾ। ਸਾਨੂੰ ਆਪਸ਼ਨ ਵੀ ਦਿੱਤੇ ਹੋਣਗੇ ਨਾ, ਤਾਂ ਕਈ ਵਾਰ ਅਸੀਂ ਸਹੀ ਲੱਭਿਆ ਕਰਾਂਗੇ, ਕਈ ਵਾਰ ਅਸੀਂ ਤਿੰਨ ਗਲਤ ਜਲਦੀ ਲੱਭ ਲਿਆ ਕਰਾਂਗੇ। ਤਾਂ ਜਿਵੇਂ ਠੀਕ ਆ, ਜਿਵੇਂ ਜਲਦੀ ਹੁੰਦਾ ਆਨਸਰ। ਹਾਂਜੀ ਕਲੀਅਰ ਹੈ ਇਹ? ਤੇ ਇਮਾਨਦਾਰੀ ਨਾਲ ਦੱਸਦਾ, ਸਾਨੂੰ ਪਤਾ ਨਹੀਂ ਲੱਗਿਆ ਵੀ 57.5 ਸਹੀ ਆ, ਸਾਨੂੰ ਇਹ ਪਤਾ ਲੱਗ ਗਿਆ ਵੀ ਭਾਈ ਚਾਰਾਂ ਚੋਂ ਕਿਸੇ ਇੱਕ ਨੇ ਤਾਂ ਸਹੀ ਹੋਣਾ ਹੀ ਸੀ, ਤਿੰਨ ਪੱਕਾ ਗਲਤ ਨੇ ਆਹ, ਤਾਂ ਚੌਥਾ ਆਪਣੇ ਆਪ ਉਹੀ ਸਹੀ ਆ। ਜੇ ਕੱਢਣਾ ਮੈਂ ਕੱਢ ਕੇ ਦਿਖਾ ਦੇਣਾ, ਪਰ ਲੋੜ ਨਹੀਂ ਹੈਗੀ। ਹਾਂਜੀ ਕਲੀਅਰ? ਰਾਜਨ ਜਿਵੇਂ 100% ਦੀ ਵੈਲਿਊ 720 ਸੀ, 10% ਆਪਾਂ ਕੀ ਪੜਿਆ ਫ੍ਰੈਕਸ਼ਨ ਦੇ ਵਿੱਚ, 10% ਦੀ ਫ੍ਰੈਕਸ਼ਨ 1/10 ਪੜੀ ਸੀ ਨਾ, ਤਾਂ 720 ਦਾ 1/10 ਕਰੀ 72, ਤਾਂ 10% ਦੀ ਵੈਲਿਊ 72 ਆ ਜੂ। 10% ਕੀ ਹੁੰਦਾ ਕਿਸੇ ਵੀ ਚੀਜ਼ ਦਾ 1/10, ਤਾਂ 720 ਦਾ 10% ਇਹਦਾ 1/10 ਕਰ ਦੋ, 72 ਆ ਜੂਗਾ। ਸਾਡਾ 50% 360 ਨਿਕਲਿਆ ਆ, 50% ਤੋਂ ਵੱਡੀ ਵੈਲਿਊ ਹੈ, ਇਸ ਕਰਕੇ ਪਤਾ ਲੱਗ ਗਿਆ ਕਿ ਆਨਸਰ 50% ਤੋਂ ਵੱਧ ਆਊਗਾ। ਤਾਂ ਪਹਿਲਾਂ ਤਾਂ ਅਸੀਂ ਪਹਿਲਾ ਤੇ ਚੌਥਾ ਆਪਸ਼ਨ ਕੱਟਤੇ ਜਿਹੜੇ 50 ਤੋਂ ਛੋਟੇ ਨੇ, ਫਿਰ ਸਾਡੇ ਕੋਲ ਇੱਕ 57.5 ਬਚ ਗਿਆ, ਇੱਕ 65 ਬਚ ਗਿਆ। ਅਸੀਂ 50% ਦੀ ਐਡਜਸਟਮੈਂਟ ਜਦੋਂ ਕਰਤੀ, ਉਹ ਤੋਂ ਬਾਅਦ ਪਿੱਛੇ ਕਿੰਨਾ ਬਚ ਗਿਆ, 360 ਕੱਢ ਦੋ, ਬਾਕੀ 54 ਬਚ ਗਿਆ। ਉਹ 54 ਦੇਖਿਆ ਵੀ ਜਿਵੇਂ 100% 720 ਦੇ ਬਰਾਬਰ ਹੈ, ਉਵੇਂ 10% 72 ਦੇ ਬਰਾਬਰ ਹੈ, ਪਰ ਇਹ ਤਾਂ 72 ਤੋਂ ਘੱਟ ਬਚਿਆ, ਮਤਲਬ 10% ਤੋਂ ਘੱਟ ਆਊਗੀ ਵੈਲਿਊ, 7 8 6 5% ਕੁਛ ਆ ਸਕਦੀ ਹੈ, 9% ਆ ਸਕਦੀ ਹੈ, 10 ਤੋਂ ਘੱਟ ਆਊ, ਤਾਂ 10 ਤੋਂ ਘੱਟ ਮਤਲਬ ਆਨਸਰ 50 ਚ ਜੋੜ ਕੇ 60 ਤੋਂ ਘੱਟ ਆਊਗਾ, ਤਾਂ 60 ਤੋਂ ਵੱਡਾ ਗਲਤ ਕਰਤਾ ਆਪਾਂ, ਤਾਂ ਮਤਲਬ 57.5 ਇਕੱਲਾ ਹੀ ਬਚ ਗਿਆ। ਕਲੀਅਰ ਹੈ ਹੁਣ ਇਹ? ਤੁਹਾਨੂੰ ਇੱਕ ਇੰਟਰਸਟਿੰਗ ਜੀ ਚੀਜ਼ ਦੱਸਦਾ, ਮੈਂ ਅੱਜ ਤੱਕ ਕਦੇ ਨਹੀਂ ਪੜ੍ਹਾਈ, ਲੱਗਦਾ ਵੀ ਨਹੀਂ ਲੋੜ ਹੈਗੀ ਆ, ਮਾੜੀ ਜੀ ਦੱਸ ਦਿੰਦਾ। ਆ ਮੰਨ ਲਓ ਆ ਗਈ ਵੈਲਿਊ ਆਪਣੀ 28/80 × 100, ਜਾਂ ਹੋਰ ਕਰਦੇ ਆ, ਚਲੋ 28/80 × 100। ਹਾਂਜੀ ਯਾਰ ਵੈਸੇ ਤਾਂ ਤੁਸੀਂ ਇਹਨੂੰ ਬੜੇ ਆਰਾਮ ਨਾਲ ਕੱਟ ਲਓਗੇ, ਵੈਸੇ ਤਾਂ ਇਹਨੂੰ ਬੜੇ ਆਰਾਮ ਨਾਲ ਕੱਟ ਲਓਗੇ। ਮੈਂ ਤੁਹਾਨੂੰ ਹੋਰ ਦੱਸਦਾ, ਮੰਨ ਲਓ ਯਾਰ ਤੁਸੀਂ 80 ਤੋਂ ਸੰਤੁਸ਼ਟ ਨਹੀਂ ਹੋਏ, ਇਹ ਤਾਂ ਚਲੋ 80 ਕੱਟਿਆ ਜਾਊ ਨਾ 100 ਦੇ ਨਾਲ, ਬਹੁਤ ਸੌਖਾ ਕੱਟਿਆ ਜਾਊਗਾ, ਉੱਪਰ 28 ਦੇ ਨਾਲ ਵੀ ਖਾਸਾ ਸੌਖਾ ਕੱਟਿਆ ਜਾਊਗਾ, 4 ਤੇ ਕੱਟਿਆ ਗਿਆ, 4 ਤੇ ਕੱਟਿਆ ਗਿਆ। ਮੰਨ ਲਓ ਨਹੀਂ ਕੱਟਿਆ ਜਾਂਦਾ, ਨਹੀਂ ਕੱਟਿਆ ਜਾਂਦਾ ਤਾਂ ਮੰਨ ਲਓ ਤੁਸੀਂ ਸੰਤੁਸ਼ਟ ਨਹੀਂ ਹੈਗੇ, ਸੰਤੁਸ਼ਟ ਨਹੀਂ ਹੈਗੇ ਤਾਂ ਆਪਦੀ ਸੰਤੁਸ਼ਟੀ ਦੇ ਲਈ ਤੁਸੀਂ ਕੀ ਕਰੋਗੇ, ਤੁਸੀਂ ਕਹੋਗੇ ਯਾਰ ਦਿਲ ਖੁਸ਼ ਹੋ ਜੇ 80 ਦੀ ਥਾਂ ਤੇ 100 ਬਣ ਜੇ, ਤੁਸੀਂ ਕੀ ਕਹੋਗੇ ਵੀ ਯਾਰ ਦਿਲ ਖੁਸ਼ ਹੋ ਜੇ ਜੇ ਕਿਤੇ 80 ਦੀ ਥਾਂ ਤੇ 100 ਬਣ ਜੇ। ਠੀਕ ਆ, 80 ਨੂੰ ਕੀ ਬਣਾਉਣਾ ਤੁਸੀਂ 100 ਬਣਾਉਣਾ, ਕਿੰਨਾ ਜੋੜਨਾ 20 ਜੋੜਨਾ, 80 ਨੂੰ ਤੁਸੀਂ ਕੀ ਬਣਾਉਣਾ 100 ਬਣਾਉਣਾ, ਕਿਵੇਂ ਬਣੂਗਾ 20 ਜੋੜ ਕੇ, ਤਾਂ ਉੱਪਰ 28 ਨਹੀਂ ਰਹੂਗਾ,
28 ਤਾਂ ਉਦੋਂ ਹੈ ਨਾ ਜਦੋਂ ਥੱਲੇ 80 ਆ। 80 ਨੂੰ ਤਾਂ ਪਰ ਤੁਸੀਂ 20 ਜੋੜ ਕੇ 100 ਬਣਾਤਾ, ਤਾਂ ਉੱਪਰ ਵੀ ਸਾਡਾ ਆਨਸਰ ਨਾ ਵਿਗੜੇ, ਜਿੰਨਾ ਵੀ ਆਨਸਰ ਆਊਗਾ ਆਨਸਰ ਨਾ ਖਰਾਬ ਹੋਵੇ, ਓਨਾ ਹੀ ਆਨਸਰ ਰਹੇ ਜਿੰਨਾ ਅਸਲ 'ਚ ਆਉਣਾ ਚਾਹੀਦਾ ਸੀ। ਇਸ ਕਰਕੇ ਜੇ ਭਾਈ ਤੁਸੀਂ 80 'ਚ ਕੁਝ ਜੋੜ ਰਹੇ ਹੋ ਤਾਂ 28 'ਚ ਵੀ ਪੱਕਾ ਕੁਝ ਜੁੜੂਗਾ। ਸਵਾਲ ਹੈ ਕਿੰਨਾ ਜੁੜੂਗਾ, ਕਿ ਸਾਡਾ ਓਵਰਆਲ ਆਨਸਰ ਜਿੰਨਾ ਅਸਲ 'ਚ 28/80 ਦੇ ਨਾਲ ਆਉਣਾ ਸੀ, ਇਹਦੇ ਬਟਾ 100 ਦੇ ਨਾਲ ਵੀ ਓਨਾ ਹੀ ਆਵੇ। ਤਾਂ ਤੁਸੀਂ ਕਿੰਨਾ ਜੋੜੋਗੇ, ਇਹ ਹੈ ਸਾਡੇ ਅੱਗੇ ਸਵਾਲ। ਕਿੰਨਾ ਜੋੜਾਂਗੇ? ਆਮ ਤੌਰ ਤੇ ਵੈਸੇ ਜੇ ਐਗਜ਼ੈਕਟ ਦੇਖਣਾ ਹੈ, ਐਗਜ਼ੈਕਟ ਇਸ ਕਰਕੇ ਦੇਖਿਆ ਜਾ ਸਕਦਾ ਕਿਉਂਕਿ ਥੱਲੇ 80 ਆ। 80 ਤੋਂ ਤਾਂ ਐਗਜ਼ੈਕਟ ਦੇਖਿਆ ਜਾਊ। 80 ਤੋਂ ਕਿੰਨਾ ਜੁੜਿਆ? 20 ਚੌਥਾ ਹਿੱਸਾ ਜੁੜਿਆ, ਤਾਂ 28 ਦਾ ਚੌਥਾ ਹਿੱਸਾ 7 ਜੋੜ ਦੋ 35 ਆ ਗਿਆ। 80 ਦਾ ਚੌਥਾ ਹਿੱਸਾ ਜੋੜਿਆ ਨਾ 20, 100 ਬਣਾਤਾ, ਤਾਂ 28 ਦਾ ਵੀ ਚੌਥਾ ਹਿੱਸਾ 7 ਜੋੜ ਦੋ 35 ਆ ਗਿਆ। 35/100 ਬਣ ਗਿਆ, 100 ਨਾਲ 100 ਕੱਟਿਆ ਗਿਆ 35 ਆਨਸਰ। ਤਾਂ 28/80 ਕੈਲਕੂਲੇਟ ਕਰਕੇ ਦੇਖ ਲਿਓ 35% ਆਊਗਾ। 28/100 28/80 ਕੈਲਕੂਲੇਟ ਕਰਕੇ ਦੇਖ ਲਿਓ 35 ਆਊਗਾ। 35 ਕਿਵੇਂ ਆਇਆ? ਅਸੀਂ 80 ਨੂੰ 100 ਬਣਾਇਆ 20 ਜੋੜ ਕੇ। ਜੇ ਹੇਠਾਂ 20 ਜੁੜ ਰਿਹਾ ਨਾ, ਉੱਪਰ ਵੀ ਕੁਝ ਜੁੜੂਗਾ ਤੇ ਪੱਕਾ 20 ਨਹੀਂ ਜੁੜੂਗਾ। ਇਹ ਗਲਤੀ ਨਾ ਕਰ ਦਿਓ ਵੀ ਜਿੰਨਾ ਹੇਠਾਂ ਜੁੜਿਆ ਜੀ ਉਨਾ ਹੀ ਉੱਪਰ ਜੋੜ ਦਿੰਦੇ, ਉੱਪਰ ਵੀ 48 ਲਿਖਤਾ ਸੀ 20 ਜੋੜ ਕੇ ਨਾ। ਹੇਠਾਂ 80 ਤੋਂ 20 ਜੁੜ ਰਿਹਾ ਹੈ, 80 ਦਾ ਚੌਥਾ ਹਿੱਸਾ, ਤਾਂ 28 ਦਾ ਚੌਥਾ ਹਿੱਸਾ 7 ਜੋੜ ਦੋ। 28 ਦੀ ਥਾਂ ਤੇ 29 ਹੁੰਦਾ ਨਾ, 29 ਦਾ ਚੌਥਾ ਹਿੱਸਾ 7.25 ਹੋ ਜਾਂਦਾ, 36.25 ਬਣ ਜਾਂਦਾ ਆਨਸਰ। 7.25 ਜੁੜ ਕੇ ਮੈਂ ਇਹੋ ਜਿਹਾ ਕੁਝ ਵੀ ਹੋ ਸਕਦਾ ਸੀ, ਪਰ ਇਹ ਤਾਂ ਮੈਂ ਤਾਂ ਦੱਸ ਰਿਹਾ ਵੀ ਭਾਈ ਥੱਲੇ 80 ਆ, 80 ਨਾ ਹੋਵੇ। ਤੁਸੀਂ ਆਪੋ ਆਪਣੇ ਕੈਲਕੂਲੇਟਰ ਖੋਲ ਲਿਓ ਇਹ ਤੋਂ ਬਾਅਦ। ਮਤਲਬ ਯਾਰ ਸਾਨੂੰ ਪੇਪਰ 'ਚ ਕਦੇ ਆ ਜਾਏ ਵੀ ਅੱਛਾ, ਅਦਰਵਾਈਜ਼ ਸੱਚ ਕੀ ਕਰਨਾ ਸੀ ਉਹ ਤਾਂ ਦੱਸਣਾ ਹੀ ਰਹਿ ਗਿਆ। 80 ਦੀ ਥਾਂ ਤੇ ਪਤਾ ਨਾ ਲੱਗੇ ਜਿਹੜਾ 20 ਜੁੜ ਰਿਹਾ ਹੈਗਾ ਕਿੰਨਾ ਬਣ ਰਿਹਾ ਉਹਦਾ, 81 ਹੁੰਦਾ। ਆ ਜਾਓ 82 ਲਿਖਦੇ ਆ। 28/82 ਹੁੰਦਾ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਨਾ। ਹਾਂਜੀ ਕੀ ਕਰਾਂਗੇ? ਇਹ ਆ ਗਿਆ 82 ਨੂੰ 100 ਬਣਾ ਦਈਏ। ਹੁਣ 82 ਨੇ ਸਾਨੂੰ ਸੈਟੀਸਫਾਈ ਜਾਂ ਨਹੀਂ ਕੀਤਾ। 82 ਸਾਨੂੰ ਪਤਾ ਯਾਰ 2 ਤੇ ਕੱਟਾਂਗੇ 41 ਆ ਜਾਊਗਾ, ਕੱਟਿਆ ਹੀ ਨਹੀਂ ਜਾਣਾ ਕਿਸੇ ਨਾਲ। 41 ਤਾਂ ਨਹੀਂ ਕੱਟਿਆ ਜਾਣਾ ਕਿਸੇ ਨਾਲ। ਸੰਤੁਸ਼ਟ ਜੇ ਨਹੀਂ ਹੋਏ। ਅਸੀਂ ਸੰਤੁਸ਼ਟ ਕਦੋਂ ਹੋ ਜਾਾਂਗੇ ਬਈ? ਜਦੋਂ ਥੱਲੇ ਇਹੋ ਜਿਹਾ ਨੰਬਰ ਬਣ ਜਾਏ ਜਿਹੜਾ ਕੱਟਿਆ ਜਾਵੇ, ਕਾਫੀ ਹੱਦ ਤੱਕ ਕੱਟਿਆ ਜਾਵੇ ਜਾਂ ਪੂਰਾ ਕੱਟਿਆ ਜਾਵੇ, ਉਦੋਂ ਅਸੀਂ ਸੰਤੁਸ਼ਟ ਹੋ ਜਾਾਂਗੇ। ਤਾਂ ਉਹ ਕਿਹੜਾ ਨੰਬਰ ਹੈ ਜਿਹਨੂੰ ਅਸੀਂ 82 ਨੂੰ ਕੀ ਬਣਾਈਏ ਜਿਹੜਾ ਕੱਟਿਆ ਜਾਵੇ? 100 ਸੌਖਾ ਬਣੂ। ਇਹਦੇ ਨੇੜੇ 100 ਹੈ ਨਾ, ਇਸ ਕਰਕੇ ਨਹੀਂ 100 ਬਣਾ ਰਹੇ ਕਿ ਇੱਥੇ 100 ਹੈ, ਇਹਦੇ ਨੇੜੇ ਹੀ 100 ਹੋਏਗਾ। 75 ਥੋੜੀ ਬਣਾਵਾਂਗੇ, 66 ਥੋੜੀ ਬਣਾਵਾਂਗੇ, 99 ਵੀ ਨਹੀਂ ਬਣਾਵਾਂਗੇ, 100 ਬਣਾ ਦਾਂਗੇ। ਤਾਂ 100 ਬਣਾਉਣ ਦੇ ਲਈ ਕਿੰਨਾ ਜੋੜ ਰਹੇ ਹਾਂ? 18 ਜੋੜ ਰਹੇ ਹਾਂ। ਤਾਂ ਇੱਥੇ ਕਿੰਨਾ ਜੋੜਾਂਗੇ ਇਹ ਸਵਾਲ ਹੈ। ਆਮ ਤੌਰ ਤੇ ਆਖਰੀ ਇੱਕ ਛੱਡ ਦਈਦਾ। ਆਮ ਤੌਰ ਤੇ ਆਖਰੀ ਇੱਕ ਛੱਡ ਦੋ। ਕੀ ਆ ਗਿਆ? 2/8। 2/8 ਮਤਲਬ 1/4। 18 ਦਾ 1/4, 4.5 ਜੋੜ ਦੋ, 4.5 ਜਾਂ ਫਿਰ 5 ਜੋੜ ਦੋ। 28 ਤੇ 5 33 ਹੋ ਗਿਆ। 33/100 × 100, 100 ਨਾਲ 100 ਕੱਟਿਆ ਗਿਆ। ਆਨਸਰ 33% ਦੇ ਨੇੜੇ ਤੇੜੇ ਆਊਗਾ। ਮਾੜਾ ਜਿਹਾ ਬਾਈ ਬਣ ਕੇ ਕੋਈ ਬੱਚਾ ਕੈਲਕੂਲੇਟਰ ਖੋਲ ਕੇ 28/82 × 100 ਕਰਿਓ ਕਿੰਨਾ ਬਣਦਾ। 28/82 × 100 ਐਗਜ਼ੈਕਟ ਦੱਸਿਓ ਕੈਲਕੂਲੇਟਰ ਨਾਲ ਕਿੰਨਾ ਬਣਦਾ। ਮੈਂ ਤੁਹਾਨੂੰ ਕਹੀ ਜਾਣਾ 33 ਦੇ ਨੇੜੇ ਤੇੜੇ ਆਊਗਾ। ਦੋ ਮਤਲਬ ਕੁਝ ਪੁਆਇੰਟ ਉੱਤੇ ਕੁਝ ਪੁਆਇੰਟ ਥੱਲੇ ਹੋ ਸਕਦਾ। 34.34%, ਮਤਲਬ 33 ਤੋਂ 1.5% ਉੱਤੇ। ਮੈਂ 33 ਤੋਂ 1.5% ਉੱਤੇ। 1.5% ਦਾ ਫਰਕ ਵੀ ਤਾਂ ਪੈ ਗਿਆ ਕਿਉਂਕਿ ਛੋਟੀਆਂ ਵੈਲਿਊਜ਼ ਲਈਆਂ ਨੇ। ਮਤਲਬ ਮੈਂ ਤੁਹਾਨੂੰ ਵੱਡੀ ਵੈਲਿਊ ਦੇ ਨਾਲ ਦਿਖਾਉਣਾ। ਮਤਲਬ 356 ਡਿਵਾਈਡ ਬਾਏ 7 ਜਾਂ 864, ਹਾਂਜੀ, ਇਨਟੂ 100। ਹੁਣ ਕਦੇ ਮੰਨ ਲਓ ਕਿਸੇ ਥਾਂ ਤੇ ਮਸਲਾ ਆ ਗਿਆ ਵੀ ਭਾਈ HR ਡਿਪਾਰਟਮੈਂਟ ਦੇ ਵਿੱਚ 356 ਮੁਲਾਜ਼ਮ ਕੰਮ ਕਰਦੇ ਆ, ਅਕਾਊਂਟਸ ਦੇ ਵਿੱਚ 864 ਮੁਲਾਜ਼ਮ ਕੰਮ ਕਰਦੇ ਆ। ਉਹ ਕਹਿੰਦੇ HR ਦੇ ਮੁਲਾਜ਼ਮ ਇਜ਼ ਵਟ ਪਰਸੈਂਟ ਆਫ ਅਕਾਊਂਟਸ ਦੇ ਮੁਲਾਜ਼ਮ, ਤਾਂ 356 ਇਜ਼ ਵਟ ਪਰਸੈਂਟ ਆਫ 864 ਇਹੀ ਕਰੋਗੇ ਨਾ। ਹੁਣ ਆਹ ਤਾਂ ਕੱਟ ਵੱਢ ਸਾਡੀ ਬਹੁਤ ਔਖੀ ਹੋ ਜੂਗੀ। ਵੱਧ ਤੋਂ ਵੱਧ 4 ਤੇ ਕੱਟਿਆ ਜਾਊਗਾ, ਹੋ ਸਕਦਾ 8 ਤੇ ਕੱਟਿਆ ਜਾਵੇ, ਅੜਜੂ ਕਿਤੇ ਜਾ ਕੇ ਕੰਮ। ਤਾਂ ਇੱਥੇ ਸਾਡਾ ਹੱਲ ਕੀ ਹੈ? ਹੁਣ ਯਾਰ 864 ਹੈ, 864 ਦੀ ਥਾਂ ਤੇ ਜੇ ਕਿਤੇ ਯਾਰ 800 ਹੋਵੇ ਕਿੱਡਾ ਸੌਖਾ ਹੋ ਜੇ। ਜੇ ਕਿਤੇ ਯਾਰ 864 ਦੀ ਥਾਂ ਤੇ 800 ਹੋਵੇ ਕਿੱਡਾ ਸੌਖਾ ਹੋ ਜੇ। ਤਾਂ ਬਣਾਤਾ 864 ਨੂੰ 800। ਮੈਂ 864 ਕੱਟਤਾ, ਮੈਂ 800 ਲਿਖਤਾ। ਕਿਵੇਂ ਬਣਿਆ? 864 ਤੋਂ 864 ਮਾਈਨਸ ਕਰਕੇ ਹੇਠਾਂ 64 ਮਾਈਨਸ ਹੋ ਰਿਹਾ ਤਾਂ ਉੱਪਰ ਵੀ ਕੁਝ ਮਾਈਨਸ ਹੋਊਗਾ। ਉੱਪਰ ਕੀ ਮਾਈਨਸ ਹੋਊਗਾ? ਬਾਈ ਬਣ ਕੇ ਹੇਠਾਂ ਜੇ 64 ਮਾਈਨਸ ਹੋਇਆ ਉੱਪਰ ਵੀ 64 ਨਾਲ ਮਾਈਨਸ ਕਰ ਦਿਓ। ਉੱਪਰ ਕੀ ਮਾਈਨਸ ਕਰਾਂਗੇ? 2 ਛੱਡ ਦੋ, ਕੀ ਆ ਗਿਆ? 3/8।
3/8 आ गया ना, तो 64 का 3/8, 64 का 3/8, 24 आ गया, उपरों 24 घटा दो, उपरों जो 24 घटाया तो 332 रह गया, थले 800 हो गया इंटू 100, 00 नाल 00 कट्टी, 332/8 आ गया, 332/8 कितना हो गया 41.5%। माड़ा जा कैलकुलेटर नाल 356/864 देखियो कितना बनता है, 356/864 कैलकुलेटर नाल देखियो मेरा 41.5 आएगा। पूरे 41.5 बनता है। दस्यो माड़ा जा कोई 41.2 बस ठीक है, मतलब 5-7 पॉइंट तो इधर उधर हो ही जाता है, 41.2 बनया तो मैं बहुत नेड़े हो गए, साडे इन्ने नेड़े तो ऑप्शन ही नहीं, ऑप्शन ही साडे ਇਹੋ ਜਿਹੇ ਹੁੰਦੇ ਆ, ਵੱਧ ਤੋਂ ਵੱਧ थोड़े नेड़े आ जाएंगे। एक 41.2% ऑप्शन होगा तो एक साडा 47 पॉइंट कुछ होगा, एक 38 पॉइंट कुछ होगा, 41.5 आ गया, 41.2 ही नेड़े लावांगे, 47 पॉइंट कुछ तो नहीं लावांगे, तो मतलब ਇਹੋ ਜਿਹਾ बहुत नेड़े पहुंचने वाला साडा तरीका हैगा। मैं 2-4 नंबर की इन्हां दी प्रैक्टिस करा देनागा, ये कदे नहीं पढ़ाया मैं, जिंदगी च नहीं कदे पढ़ाया मैं, 2015-16 का सीखा होया ये, थोनू मैं सिर्फ स्वाद च पढ़ा रहा भी मैं DI का बैच शुरू करने का मेरा एक मकसद तो यह भी सीगा भी मैनू DI पढ़ाए नू 1.5-2 साल हो गए, मतलब पिछले साल करोना शुरू होने तो पहला की पढ़ाई हुई DI आ, तो मैनू आया सीगा मेरा सारा कुछ रिवाइज हो जाऊगा। ओके 563/900 इंटू 100 आ लो जी, 563/955 इंटू 100 है। हुण इहदी थोड़ी यार मल्टीप्लीकेशन आप कट वड करते फिरांगे भी आंसर आ जाए साडा जी इन्ने परसेंट आ जाऊगा, नहीं औखा है। क्यों औखा है? क्योंकि जी थल्ले 955 है, सौखा नहीं कट्टिया जाना, ਵੱਧ ਤੋਂ ਵੱਧ 5 ਤੇ ਕੱਟਿਆ ਜਾਊਗਾ, ਉਹ ਤੋਂ ਬਾਅਦ ਕੁਝ ਨਹੀਂ ਕੱਟਿਆ ਜਾਂਦਾ। ਤਾਂ ਇਹਦਾ ਹੱਲ ਕੀ ਕੱਢਾਂਗੇ ਆਪਾਂ? ਇਹਦਾ ਹੱਲ ਕੱਢਿਆ ਯਾਰ, ਜੇ ਕਿਤੇ 955 ਦੀ ਥਾਂ ਤੇ 1000 ਹੁੰਦਾ, ਜੇ ਕਿਤੇ 955 ਦੀ ਥਾਂ ਤੇ 1000 ਹੁੰਦਾ ਬਹੁਤ ਸੌਖਾ ਹੋ ਜਾਂਦਾ। ਤਾਂ 955,000 ਕਿਵੇਂ ਬਣੂ? 45 ਜੁੜ ਕੇ, ਤਾਂ ਉੱਪਰ ਵੀ ਕੁਝ ਜੋੜਨਾ ਪਊਗਾ। ਉੱਪਰ ਕੀ ਜੋੜਾਂਗੇ? 2 ਇਹਦੇ ਛੱਡ ਦੋ, 2 ਇਹਦੇ ਛੱਡ ਦੋ, 5/9, ਤਾਂ 45 ਦਾ 5/9 ਕਰ ਦੋ, 45 ਦਾ 5/9 ਕਿੰਨਾ ਆ ਗਿਆ? 25। ਤਾਂ ਜੇ ਥੱਲੇ 45 ਜੋੜਿਆ, ਉੱਪਰ 25 ਜੋੜ ਦੋ, 563 ਦੇ ਵਿੱਚ 25 ਜੁੜ ਕੇ ਕਿੰਨਾ ਬਣ ਗਿਆ? 588। ਥੱਲੇ ਬਣ ਗਿਆ 1000 ਇੰਟੂ 100, 00 ਨਾਲ 00, 588/10, 58.8% ਹੈ। ਮਾੜਾ ਜਿਹਾ ਕੈਲਕੂਲੇਟਰ ਖੋਲੋ, ਦੱਸੋ ਕੀ ਬਣਿਆ? 563/955 ਦੱਸੋ ਜੀ ਕੀ ਬਣਦਾ? 563/955 ਕੀ ਬਣਦਾ? $58.95, 58.95 अपना 58.80 बनया होएगा, मैं बहुत नेड़े हैगा। समझ आ गया जी? माड़ा जा कमेंट कर दो 2-4 जाने भी पल्ले पुल्ले पै रहा हैगा या। आखिरी एग्जाम्पल तो बाद क्लास खत्म करते हैं, बाकी कल की क्लास च पढ़ांगे। टाइम कितना हो गया? 9:30 पूरे। बा ਇਹੋ ਜਿਹੇ ਵੇਲੇ क्लास मुक्या करूगी, 9 ਵਜੇ बहाना ही सी मेरा कहने का। ਆਪਾਂ 414/720 ਦੀ एग्जाम्पल ਲਈ ਸੀ ਇੱਕ इंटू 100 करके, ਜਿਹਦਾ ਆਨਸਰ ਆਪਣਾ ਕਿੰਨਾ ਆਇਆ ਸੀਗਾ? ਆਹ ਆਨਸਰ ਆਇਆ ਸੀ ਨਾ। ਜਿਹੜੇ ਤਰੀਕੇ ਨਾਲ ਹੁਣ ਪੰਗੇ ਜੇ ਲਈ ਜਾਂਦੇ ਉਸ ਤਰੀਕੇ ਨਾਲ ਕਰਕੇ ਦੇਖੀਏ। 720 ਨੂੰ ਕੀ ਬਣਾਈਏ? ਚਾਹੇ 700 ਬਣਾ ਦਿਓ, ਚਾਹੇ 800 ਬਣਾ ਦਿਓ, ਚਾਹੇ 700 ਬਣਾ ਦਿਓ, ਚਾਹੇ 800 ਬਣਾ ਦਿਓ, ਦੋਨੋਂ ਹੀ ਸਰ ਜਾਣਗੇ। ਇਹਨੂੰ ਜੇ ਮੈਂ 700 ਵੀ ਬਣਾ ਕੇ ਦਿਖਾਊਂਗਾ, ਚਲੋ ਜੀ ਇਹੀ ਐਗਜ਼ਾਮਪਲ ਨੂੰ ਮੈਂ 700 ਵੀ ਬਣਾ ਕੇ ਦਿਖਾਊਂਗਾ। 800 ਬਣਾਈਏ ਤਾਂ 80 ਜੁੜ ਰਿਹਾ, ਤਾਂ ਇੱਧਰ ਕਿੰਨਾ ਜੁੜੂਗਾ? 4/7, 80 ਦਾ 4/7, 80 ਦਾ 4/7 ਕਿੰਨਾ ਬਣ ਗਿਆ ਤੁਹਾਡਾ? 35-36 ਦੇ ਕਰੀਬ ਬਣ ਗਿਆ। ਦੇਖੋ ਆਹ ਤੁਹਾਡਾ ਬਣ ਗਿਆ 11 ਪੁਆਇੰਟ ਸਮਥਿੰਗ, ਨਹੀਂ 35-36 ਨਹੀਂ 45-46 ਬਣ ਗਿਆ, 45-46 ਇਹ ਬਣ ਗਿਆ ਤੁਹਾਡਾ 11 ਸਮਥਿੰਗ। 7 × 11 77 ਹੁੰਦਾ, ਤਾਂ 11 ਸਮਥਿੰਗ 11.5, ਤਾਂ 4 ਦਾ 11.5 ਗੁਣਾ 4 ਦਾ 11 ਗੁਣਾ 44, 11.5 ਗੁਣਾ 45 ਜਾਂ 46, ਤਾਂ 45 ਜਾਂ 46 ਚੋਂ ਕੁਝ ਜੋੜ ਦੋ ਉੱਪਰ। ਥੱਲੇ ਜੇ 80 ਜੁੜਿਆ ਤਾਂ ਉੱਪਰ 45 ਜਾਂ 46 ਜੋੜ ਦੋ। ਮੈਂ 46 ਇਸ ਕਰਕੇ ਜੋੜਦਾ ਕਿਉਂਕਿ ਪਿੱਛੇ 6 ਹੈ,
4 जोड़ के 0 आ जूगी 414 ਤੇ 46 जोड़े 460 थले बन गया 800 इंटू 100 डबल जीरो नाल डबल जीरो कैंसल 460 बटे 8 कितना हो गया 8 इंटू 5 40 40 निकल गया 6 बच गया 6 ਦੇ ਨਾਲ 0 ਲੱਗ ਗਿਆ 60 8 इंटू 7 56 4 बच गया डेसिमल तो बाद 5 57.5 यही साडा आंसर सीगा ਚੱਕੋ जी शक है किसी ਨੂੰ ਦੱਸੋ ਮਾੜਾ ਜਾ हाँ जी क्लीयर हो गया जी ये 414 च कितना 46 ऐड किया है इथों पता लग गया भी 46 ऐड 4/7 ऐड करना है चलो आ तो 800 बनाया 700 बनाने जी 700 बनाने के लिए की करांगे 20 माइनस करांगे उपर की माइनस करांगे 20 का 4/7 4/7 इंटू 20 3 तो थोड़ा जा घट है तो 4 इंटू 3 12 तो थोड़ा जा घट 11 या 12 माइनस कर दिए जे 12 माइनस कर दिए 402 रह गया थले 700 है डबल जीरो नाल डबल जीरो 402/7 7 इंटू 5 35 40 चो 35 गए 5 रह गए 52 7 इंटू 7 49 52 चो 49 गए 3 रह गए 7 इंटू 4 28 या 7 इंटू 5 35 57.4 अपना आंसर 57.5 दसो यार होर किन्ना क एग्जैक्ट चाहिए ये सीरियसली मैं ये जिंदगी च नहीं पढ़ाया कदे हाँ जी इन्नी क गल क्लीयर ओके ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਆਂ ਆ ਕੈਲਕੂਲੇਸ਼ਨ ਦੀਆਂ ਝਲਕੀਆਂ ਜਾਂ ਦਿੱਤੀਆਂ ਨੇ ਵੀ ਅੱਗੇ ਜਦੋਂ ਆਪਾਂ ਸਾਰੀ ਦੀ ਸਾਰੀ ਡੀਆਈ ਕਰਾਂਗੇ ਸਾਨੂੰ ਸੌਖੀ ਤੋਂ ਔਖੀ ਜਿਹੇ ਜੀ ਮਰਜ਼ੀ ਕੈਲਕੂਲੇਸ਼ਨ ਆ ਜਾਏ ਅਸੀਂ ਬਿਲਕੁਲ ਨਹੀਂ ਘਬਰਾਵਾਂਗੇ ਹਰ ਇੱਕ ਚੀਜ਼ ਦਾ ਹੱਲ ਕੱਢਾਂਗੇ ਤਾਂ ਬੇਸਿਕਲੀ ਅੱਜ ਵਾਲੀ ਕੈਲਕੂਲੇਸ਼ਨ ਆਪਾਂ ਕੀਤੀ ਹੈ ਇਸ ਕਰਕੇ ਸਰ ਮੈਂ ਦੁਬਾਰਾ ਅਮਨ ਕੋਰ ਕਿਹੜਾ 100% 10% 50% ਵਾਲਾ ਜਾਂ ਕਿਹੜਾ ਮੈਨੂੰ ਮੈਸੇਜ ਕਰਕੇ ਦੱਸ ਦੇ ਚੱਲ ਹੁਣ ਤਾਂ ਆਪਣੇ ਕੋਲ ਮਤਲਬ ਇੰਡੀਵਿਜੂਅਲ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਕਲਾਸ ਖਤਮ ਕਰਨੀ ਹੈ ਓਕੇ ਆਪਾਂ ਕੱਲ ਦੀ ਕਲਾਸ 'ਚ ਆਉਣ ਸਾਰ ਮਾੜਾ ਜਿਹਾ ਰੇਸ਼ੀਓ ਦੇਖਾਂਗੇ 15 ਮਿੰਟ ਫਿਰ ਡਾਟਾ ਟੇਬਲ ਸਟਾਰਟ ਕਰਾਂਗੇ ਬਟ ਡਾਟਾ ਟੇਬਲ ਦੇ ਵਿੱਚ ਕੱਲ ਦੀ ਕਲਾਸ 'ਚ ਸੌਖੇ ਕੁਐਸਚਨਾਂ ਤੋਂ ਸ਼ੁਰੂ ਕਰਕੇ ਜੇ 9:30 ਤੱਕ ਕਲਾਸ ਲਾਵਾਂਗੇ ਥੋੜੇ ਜਿਹੇ ਟਿਪੀਕਲ ਕੁਐਸਚਨਸ ਵੀ ਕੱਲ ਦੀ ਕਲਾਸ 'ਚ ਦੇਖ ਲਾਂਗੇ 17-18 ਘੰਟੇ ਦੇ ਵਿੱਚ ਆਪਾਂ ਸਿਲੇਬਸ ਨਿਬੇੜ ਦਾਂਗੇ ਓਕੇ ਥੈਂਕ ਯੂ ਯਾ ਓਕੇ ਅਮਨ ਕੋਰ हाँ जी भाई थैंक यू